ਵਿਰਸਾ ਪ੍ਰੋਗਰਾਮ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਸਾਡਾ ਉਪਰਾਲਾ ਰਹਿੰਦਾ ਹੈ ਕਿ ਪੁਰਾਣਾ ਵਿਰਸਾ ਜਿਹੜਾ ਹੈ ਉਹ ਦੁਬਾਰਾ ਉਹ ਸਾਂਝ ਪਾਈ ਜਾਵੇ, ਉਹ ਸਮਾਂ ਦੁਬਾਰਾ ਚੇਤਾ ਕੀਤਾ ਜਾਵੇ ਤਾਂ ਕਿ ਉਹ ਵਿਰਸਾ ਦੁਬਾਰਾ ਆ ਸਕੇ, ਜਿੱਥੇ ਅਸੀਂ ਇੱਕ ਦੂਜੇ ਨਾਲ ਅਸੀਂ ਪਿਆਰ ਸਤਿਕਾਰ ਹਾਸੇ ਠੱਠੇ ਮਸ਼ਕਰੀਆਂ ਮਜ਼ਾਕ ਭੁੱਲਦੇ ਜਾ ਰਹੇ ਆ, ਛੱਡਦੇ ਜਾ ਰਹੇ, ਲੋਕਾਂ 'ਚ ਜ਼ਹਿਰ ਵੱਧਦੀ ਜਾ ਰਹੀ ਹੈ, ਪਿਆਰ ਸਤਿਕਾਰ ਘਟਦਾ ਜਾ ਰਿਹਾ। ਕੋਸ਼ਿਸ਼ ਹੈ ਕਿ ਉਹ ਦੁਬਾਰਾ ਲੈ ਕੇ ਆਈਏ। ਅੱਜ ਵਿਰਸਾ ਪ੍ਰੋਗਰਾਮ ਦੇ ਵਿੱਚ ਸਟੂਡੀਓ 'ਚ ਵਿਸ਼ੇਸ਼ ਤੌਰ ਤੇ ਪਹੁੰਚੇ ਨੇ, ਆਪਣੀਆਂ ਰਜ਼ੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਗੀਤਕਾਰ ਨੇ, ਨਾਟਕ ਕਲਾਕਾਰ ਨੇ ਔਰ ਲੇਖਕ ਨੇ। ਬਹੁਤ ਸਾਰੀਆਂ ਇਹਨਾਂ ਦੇ ਵਿੱਚ ਸਿਫਤਾਂ ਹੈਗੀਆਂ, ਬਹੁਤ ਸਾਰਾ ਟੈਲੈਂਟ ਹੈ, ਤਰ੍ਹਾਂ ਤਰ੍ਹਾਂ ਦੇ ਸਾਜ਼ ਵਜਾ ਲੈਂਦੇ ਨੇ, ਤਰ੍ਹਾਂ ਤਰ੍ਹਾਂ ਦੀ ਮਮਿਕਰੀ ਕਰ ਲੈਂਦੇ ਨੇ। ਮੇਰੀ ਮੁਰਾਦ ਹੈ ਦੇਵ ਵਿਰਕ ਜੀ। ਵਿਰਕ ਸਾਹਿਬ ਸਵਾਗਤ ਹੈ ਜੀ ਤੁਹਾਡਾ। ਸਵਾਗਤ ਹੈ ਜੀ। ਆਪਣਾ ਵਿਰਸਾ ਪ੍ਰੋਗਰਾਮ ਦੇ ਵਿੱਚ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਨਿਰਮਲ ਗੋੜਾ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ, ਜਿਹੜਾ ਮੈਨੂੰ ਮੌਕਾ ਦਿੱਤਾ ਤੁਸੀਂ ਆਪਣਾ ਵਿਰਸਾ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਧੰਨਵਾਦ ਹੈ ਜੀ। ਇੱਥੇ ਇੱਕ ਮੈਂ ਜ਼ਿਕਰ ਕਰਾਂ ਕਿ ਅਸੀਂ ਜਿੱਥੇ ਆਪਣੇ ਵਿਰਸੇ ਦੀ, ਆਪਣੇ ਪੰਜਾਬ ਦੀ, ਆਪਣੀ ਵਤਨ ਦੀ, ਆਪਣੀ ਮਿੱਟੀ ਦੀ ਵੀ ਗੱਲ ਕਰਾਂਗੇ, ਉੱਥੇ ਨਾਲ ਹਲਕੀ ਫੁਲਕੀ ਜਿਹੀ ਗੱਲ ਕਰਾਂਗੇ, ਕਿਉਂਕਿ ਦੇਵ ਵਿਰਕ ਜੀ ਅਕਸਰ ਵਿਦੇਸ਼ਾਂ ਦੇ ਵਿੱਚ ਵੀ ਜਾਂਦੇ ਆਉਂਦੇ ਰਹਿੰਦੇ ਨੇ। ਅੱਜ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਤੇ ਕੱਲ ਇਹਨਾਂ ਦੀ ਫਲਾਈਟ ਹੈ ਅਫਰੀਕਾ ਤਨਜ਼ਾਨੀਆ ਦੇ ਵਿੱਚ ਇਹ ਜਾ ਰਹੇ ਨੇ। ਪਹਿਲੋਂ ਵੀ ਜਾ ਕੇ ਆਏ ਨੇ ਤੇ ਹੁਣ ਕੱਲ ਵੀ ਜਾ ਰਹੇ ਨੇ। ਇੱਕ ਸਾਡੇ ਸਾਥੀ ਪਰਮਿੰਦਰ ਮਢਾਲੀ ਜੀ, ਉਹ 2 ਮਹੀਨੇ ਪਹਿਲਾਂ ਜਾ ਚੁੱਕੇ ਨੇ, ਉਹ ਇਸ ਵੇਲੇ ਅਫਰੀਕਾ ਦੇ ਵਿੱਚ ਕੰਮ ਕਰ ਰਹੇ ਨੇ। ਔਰ ਵਿਰਕ ਸਾਹਿਬ ਹੁਣਾਂ ਦੀ ਕੱਲ ਦੀ ਫਲਾਈਟ ਹੈ ਤੇ ਅਸੀਂ ਲਾਲਚ ਕਰ ਰਹੇ ਹਾਂ ਕਿ ਇਹਨਾਂ ਦੇ ਜਿਹੜੇ ਚੰਦ ਸ਼ਬਦ ਤੇ ਚੰਦ ਬੋਲ ਅਸੀਂ ਕੈਦ ਕਰ ਲਈਏ, ਕਿਉਂਕਿ ਇਹਨਾਂ ਨੇ ਫਿਰ ਵਿਦੇਸ਼ ਚਲ ਜਾਣਾ। ਫਿਰ ਤਾਂ ਆਨਲਾਈਨ ਗੱਲਾਂ, ਆਨਲਾਈਨ ਰਿਕਾਰਡਿੰਗ, ਉਹ ਇਹ ਵਿਚਾਲੇ ਲਾਈਨ ਆ ਜਾਂਦੀ ਆ ਜਦੋਂ ਫਿਰ ਉਹ ਪ੍ਰੋਗਰਾਮ ਕਰਨੇ ਹੁੰਦੇ ਨੇ। ਤੇ ਆ ਹੁਣ ਅਸੀਂ ਇਕੱਠੇ ਬੈਠ ਕੇ ਇਕੱਠੇ ਨਿੱਘ ਲੈ ਰਹੇ ਹਾਂ ਔਰ ਤੁਹਾਨੂੰ ਇਹਨਾਂ ਦੇ ਅੰਦਰ ਕਿੱਦਾਂ ਦਾ ਟੈਲੈਂਟ ਛੁਪਿਆ ਹੈ, ਕਿੱਦਾਂ ਦਾ ਟੈਲੈਂਟ ਇਹਨਾਂ ਦੇ ਅੰਦਰ ਹੈ, ਕੀ ਹੈ, ਉਹਦੇ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ। ਮੈਂ ਆਸ ਕਰਾਂਗਾ ਕਿ ਇਹ ਪ੍ਰੋਗਰਾਮ ਤੁਸੀਂ ਆਪਣੇ ਬੱਚਿਆਂ ਦੇ ਨਾਲ, ਆਪਣੇ ਪਰਿਵਾਰ ਦੇ ਨਾਲ, ਆਪਣੇ ਸਕੇ ਸੰਬੰਧੀਆਂ ਨਾਲ ਬੈਠ ਕੇ ਦੇਖੋਗੇ ਤਾਂ ਕਿ ਆਪਣੇ ਬੱਚਿਆਂ ਨੂੰ ਵੀ ਉਹ ਆਪਣੇ ਪੁਰਾਣੇ ਵਿਰਸੇ ਦਾ ਤੇ ਵਿਦੇਸ਼ਾਂ ਦੇ ਵਿੱਚ ਕਿਵੇਂ ਲੋਕ ਰਹਿੰਦੇ ਨੇ ਉਹ ਪਤਾ ਲੱਗ ਸਕੇ। ਆਸ ਕਰਦਾ ਕਿ ਇਹ ਪ੍ਰੋਗਰਾਮ ਦੇਖਣ ਤੋਂ ਬਾਅਦ ਆਪਣੇ ਸਕੇ ਸੰਬੰਧੀਆਂ ਨੂੰ ਤੁਸੀਂ ਸ਼ੇਅਰ ਵੀ ਕਰੋਗੇ, ਤੁਸੀਂ ਭੇਜੋਗੇ ਵੀ, ਤਾਂ ਕਿ ਉਹਨਾਂ ਤੱਕ ਵੀ ਸਾਡਾ ਜਿਹੜਾ ਪੁਰਾਣਾ ਵਿਰਸਾ ਹੈ ਉਹਦੇ ਬਾਰੇ ਪਤਾ ਲੱਗ ਸਕੇ। ਕਿਵੇਂ ਲੋਕ ਪਿਆਰ ਸਤਿਕਾਰ ਮਾਣ ਨਾਲ ਰਹਿੰਦੇ ਸੀ, ਕਿਵੇਂ ਇੱਕ ਦੂਜੇ ਦੀ ਗੱਲ ਸਹਾਰਦੇ ਸੀ, ਪਰ ਅੱਜ ਇਹ ਅਲੋਪ ਹੁੰਦੀਆਂ ਦਿਖਾਈ ਦਿੰਦੀਆਂ ਨੇ। ਤੇ ਅੱਜ ਸਮਾਂ ਮੰਗ ਕਰਦਾ ਵਿਰਕ ਸਾਹਿਬ ਜੀ ਸਰ, ਅੱਜ ਇੱਕ ਤਾਂ ਸਵਾਗਤ ਵੀ ਹੈ ਤੁਹਾਡਾ ਸਟੂਡੀਓ ਦੇ ਵਿੱਚ, ਆਪਣਾ ਵਿਰਸਾ ਪ੍ਰੋਗਰਾਮ ਦੇ ਵਿੱਚ। ਅਸੀਂ ਮਾਣ ਕਰਦੇ ਹਾਂ ਤੁਹਾਡੇ ਤੇ ਬਹੁਤ ਜ਼ਿਆਦਾ, ਅਸੀਂ ਸਤਿਕਾਰ ਵੀ ਤੁਹਾਡਾ ਕਰਦੇ, ਕਿਉਂਕਿ ਤੁਹਾਡੇ ਵਰਗੇ ਲੋਕ ਬਹੁਤ ਗਿਣਤੀ ਘੱਟ ਹੁੰਦੀ ਆ ਜਿਹੜੇ ਸਬਰ ਸੰਤੋਖ ਵਾਲੇ ਔਰ ਕੁਦਰਤ ਨਾਲ ਜੁੜ ਕੇ ਰਹਿਣ ਵਾਲੇ ਔਰ ਗੈਰ ਵਿਗਿਆਨਕ ਦੇ ਵਿਰੋਧੀ ਔਰ ਸਰਕਾਰਾਂ ਨੂੰ ਭੰਡਣ ਵਾਲੇ, ਹਰ ਤਰ੍ਹਾਂ ਦਾ ਆਪਣੇ ਲੇਖਣੀ ਦੇ ਨਾਲ ਵੀ, ਨਾਟਕਾਂ ਰਾਹੀਂ ਵੀ ਤੇ ਆਪਣੇ ਗੀਤਾਂ ਰਾਹੀਂ ਵੀ ਤੁਹਾਡੇ ਅਸੀਂ ਸੋਸ਼ਲ ਮੀਡੀਆ ਤੇ ਵੀ ਤਰ੍ਹਾਂ ਤਰ੍ਹਾਂ ਦੇ ਦੇਖਦੇ ਰਹਿੰਦੇ ਕਿਵੇਂ ਤੁਸੀਂ ਸਰਕਾਰਾਂ ਦੇ ਜਿਹੜੇ ਜੋ ਉਹਨਾਂ ਦੇ ਮਾੜੇ ਕਾਰਨਾਮੇ ਹੁੰਦੇ ਨੇ ਉਹਨਾਂ ਨੂੰ ਤੁਸੀਂ ਕਿਵੇਂ ਭੰਡਦੇ ਹੋ, ਕਿਵੇਂ ਉਜਾਗਰ ਕਰਦੇ ਹੋ। ਔਰ ਅੰਧ ਵਿਸ਼ਵਾਸ ਜਿਵੇਂ ਅੱਜ ਜਿਹੜਾ ਲੰਬੇ ਸਮੇਂ ਤੋਂ, ਵੈਸੇ ਹੁਣ ਘਟ ਗਿਆ, ਲੰਬੇ ਸਮੇਂ ਤੋਂ ਪਰ ਅੱਜ ਵੀ ਜਿੰਦਾ ਹੈ, ਉਹ ਅੱਜ ਵੀ ਉਹ ਅੰਧ ਵਿਸ਼ਵਾਸ ਜਿਹੜਾ ਹੈ ਉਹਨੂੰ ਵੀ ਤੁਸੀਂ ਉਜਾਗਰ ਕਰਦੇ ਹੋ ਲੋਕਾਂ ਦੇ ਸਾਹਮਣੇ ਕਿ ਇਹਦੇ ਵਿੱਚ ਕੁਝ ਨਹੀਂ ਹੈ। ਵਿਗਿਆਨ ਨਾਲ ਜੁੜੋ, ਕੁਦਰਤ ਨਾਲ ਜੁੜੋ, ਸਾਇੰਸ ਨਾਲ ਜੁੜੋ, ਸੰਵਿਧਾਨ ਨਾਲ ਜੁੜੋ, ਤਰ੍ਹਾਂ ਤਰ੍ਹਾਂ ਦਾ ਤੁਹਾਡਾ ਅਸੀਂ ਮੈਟਰ ਜਿਹੜਾ ਆ ਉਹ ਅਸੀਂ ਦੇਖਦੇ ਰਹਿੰਦੇ ਹਾਂ ਔਰ ਮਾਣ ਮਹਿਸੂਸ ਹੁੰਦਾ, ਖੁਸ਼ੀ ਮਹਿਸੂਸ ਹੁੰਦੀ ਕਿ ਤੁਹਾਡੇ ਵਰਗੇ ਇਨਸਾਨ ਸਮਾਜ ਦੇ ਅੰਦਰ ਹੋਰ ਵੀ ਬਹੁਤ ਜ਼ਿਆਦਾ ਹੋਣ ਤਾਂ ਇਹ ਸਮਾਜ ਤਰੱਕੀ ਕਰੇ ਤੇ ਸੱਚਮੁੱਚ ਸਮਾਜ ਦੇ ਵਿੱਚ ਬਰਾਬਰਤਾ ਆ ਸਕੇ। ਤੇ ਅਸੀਂ ਅੱਜ ਕਿੱਥੋਂ ਸ਼ੁਰੂ ਕਰੋਗੇ ਆਪਣੀ ਗੱਲ? ਮੈਂ ਇਹ ਚਾਹੁੰਦਾ ਸੀਗਾ ਵੀ ਤੁਹਾਡੀ ਮਮਿਕਰੀ ਸੁਣੀ ਅਸੀਂ ਬਹੁਤ ਵਾਰ। ਇੱਥੇ ਮੈਂ ਦੱਸ ਦਿਆਂ ਕਿ ਵਿਰਕ ਸਾਹਿਬ ਤਰ੍ਹਾਂ ਤਰ੍ਹਾਂ ਦੇ ਸਾਜ਼ ਵੀ ਵਜਾ ਲੈਂਦੇ ਨੇ ਤੇ ਸਾਜ਼ਾਂ ਦੇ ਨਾਲ ਗਾ ਵੀ ਲੈਂਦੇ ਨੇ। ਪਤਾ ਨਹੀਂ ਕਿਹੜੇ ਕਿਹੜੇ ਟੈਲੈਂਟ ਇਹਨਾਂ ਦੇ ਅੰਦਰ ਨੇ। ਇਹ ਜਿੰਨੇ ਕੁ ਮੈਂ ਦੇਖੇ ਨੇ, ਸੁਣੇ ਨੇ, ਉਹਨਾਂ ਤਾਂ ਮੈਨੂੰ ਪਤਾ, ਪਰ ਹੋਰ ਵੀ ਬਹੁਤ ਨੇ। ਅੱਜ ਮਮਿਕਰੀ ਤੋਂ ਸ਼ੁਰੂ ਕੀਤੀ ਜਾਵੇ ਤਾਂ ਕਿ ਮੂਡ ਬਣ ਜਾਵੇ, ਕਿਉਂਕਿ ਅੱਜ ਜਿਹੜਾ ਪ੍ਰੋਗਰਾਮ ਦੇਖ ਰਹੇ ਨੇ ਆਪਣੇ ਮਾਪਿਆਂ ਦੇ ਨਾਲ, ਬੱਚੇ ਵੀ ਦੇਖ ਰਹੇ ਨੇ, ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਅਸੀਂ ਜਿਹੜੇ ਸਾਡੇ ਐਕਟਰ ਨੇ ਜਾਂ ਜਿਹੜੇ ਕਲਾਕਾਰ ਨੇ ਉਹ ਕਿਸ ਤਰ੍ਹਾਂ ਆਵਾਜ਼ਾਂ ਤਰ੍ਹਾਂ ਤਰ੍ਹਾਂ ਦੀਆਂ ਕੱਢ ਲੈਂਦੇ ਨੇ। ਚਲੋ ਜੀ, ਮਮਿਕਰੀ ਤੋਂ ਸ਼ੁਰੂ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ
ਆਪਣਾ ਵਿਰਸਾ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਗੁੜਾ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ, ਇਹਨਾਂ ਦੇ ਸਟੂਡੀਓ ਦੇ ਵਿੱਚ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਜੀ। ਥੈਂਕ ਯੂ, ਸ਼ੁਕਰੀਆ। ਤੇ ਲਓ ਮਮੇਕਰੀ ਦਾ ਸ਼ੁਰੂ ਕਰਨ ਲੱਗੇ ਜੀ। ਸਭ ਤੋਂ ਪਹਿਲਾਂ ਮੈਂ ਅਮਰੀਸ਼ ਪੁਰੀ ਦੀ ਆਵਾਜ਼ ਦੇ ਵਿੱਚ ਤੁਹਾਨੂੰ ਦੱਸਦਾ। ਅਮਰੀਸ਼ ਪੁਰੀ ਦਾ ਆਪਣਾ ਅੰਦਾਜ਼ ਹੈ ਗੱਲ ਕਰਨ ਦਾ, ਤੇ ਉਹ ਕੋਈ ਰਿਸ਼ਤੇ ਵਾਲੇ ਆਉਂਦੇ ਆ ਤੇ ਉਹਨਾਂ ਨਾਲ ਗੱਲ ਕਿੱਦਾਂ ਕਰਦਾ ਹੈ। ਉਹ ਆਪਣੀ ਘਰ ਵਾਲੀ ਨੂੰ ਆਵਾਜ਼ ਮਾਰਦਾ ਹੈ, रुक्मणी हमारी बंदूक लेकर आओ, लड़की का हाथ मांगने वाले आए हैं, ना जाने कल कोई पैर मांगने आ जाए, हमने लड़की किश्तों में नहीं देनी। ਅਮਰੀਸ਼ ਪੁਰੀ ਦੀ ਆਵਾਜ਼, ਅੰਦਾਜ਼, ਲੇਕਿਨ ਉਹ ਜਿਹੜਾ ਵਿਅੰਗ ਕੱਸਿਆ ਉਹ ਉਸ ਤਰੀਕੇ ਦੇ ਨਾਲ ਕਿ ਜਦੋਂ ਲੜਕੀ ਦਾ ਉਹ ਰਿਸ਼ਤਾ ਹੋਣ ਦਾ ਸਮਾਂ ਹੈ। ਕਿਆ ਬਾਤ। ਨਾਨਾ ਪਾਟੇਕਰ ਦੀ ਆਵਾਜ਼ ਤੁਹਾਡਾ ਅਸੀਂ ਸੋਸ਼ਲ ਮੀਡੀਆ ਤੇ ਕਾਫੀ ਸੁਣਿਆ ਹੈਗਾ। ਨਾਨਾ ਪਾਟੇਕਰ ਦੀ ਇੱਕ ਡਾਇਲੋਗ ਜੀ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਆ ਜੀ। ਤਕਰੀਬਨ ਹਰ ਇੱਕ ਨੇ ਉਹਨੂੰ ਸੁਣਿਆ ਹੋਵੇਗਾ, ਦੇਖਿਆ ਹੋਵੇਗਾ। ਬਿਲਕੁਲ ਬਿਲਕੁਲ। ਤੇ ਮੈਂ ਸ਼ੁਰੂ ਕਰਨ ਲੱਗਾ ਜੀ। ਜਦੋਂ ਉਹਨਾਂ ਨੂੰ ਫਾਂਸੀ ਦੇਣ ਲੱਗੇ ਹੁੰਦੇ, ਫਾਂਸੀ ਦੇ ਤਖਤ ਉੱਤੇ ਖੜਾ ਕੀਤਾ, ਉਸ ਵੇਲੇ ਉਹ ਲੋਕਾਂ ਦੇ ਇਕੱਠ ਦੇ ਵਿੱਚ ਮਤਲਬ ਜਿਹੜਾ ਡਾਇਲੌਗ ਬੋਲਦੇ ਆ ਜੀ ਜੀ, ਉਹ ਕਹਿੰਦੇ ਆ आ गए हैं मेरी मौत का तमाशा देखने, अब मुझे लटका देंगे, जबान ऐसे बाहर आएगी, आंखें बाहर आएगी, थोड़ी देर लटकता रहूंगा, फिर जी मेरा भाई नीचे उतारेगा, अब चर्चा करते घर चले जाओगे, खाना खा के और सो जाओगे। तुम्हारी ये नामर्दान की बुजदिली एक दिन इसी देश की मौत का तमाशा इसी खामोशी से देखेगी। कुछ नहीं कहना मुझे तुझसे, कुछ नहीं। अंधेरे में रहने की आदत पड़ी है तुमको, गुलामी करने की आदत पड़ी है, पहले राजाओं महाराजाओं की, फिर अंग्रेजों की, और अब चंद गद्दार नेताओं और उनके गुंडों की। धर्म के नाम पर तुम्हें बहकाते हैं और तुम एक दूसरे के गले काटते हो। काटो काटो। ऊपर वाला भाई ऊपर से देखता होगा तो उसे शर्म आती होगी, सोचता होगा कि मैंने सबसे खूबसूरत चीज बनाई थी, इंसान। इंसान नीचे देखो तो सब कीड़े बन गए, कीड़े। रेंगते रहो, सड़ो और मरो। आए और गए खेल खत्म, क्यों जिए मालूम नहीं, क्यों मरे मालूम नहीं। जे कलमबाजी भाई क्रांति लाना चाहती थी, कलम के जोर पर काले वर्तमान को खत्म करना चाहती थी। कौन समझे उनकी बात को। ये सारे जिंदा मुर्दा लाशें किसे जगाती, मैं जा गया, कुछ अच्छा करके जा रहा हूं, सुकून है मुझे। लेकिन याद में रखना, तुम्हारी ये खामोशी तुम्हारे बच्चों के लिए रोना मान जाएगी। बिच्छू जैसा हमारा पड़ोसी मुल्क जो आने वाले काल में शायद अपने आप को दुनिया के नक्शे पर नहीं देख पाएगा, लेकिन एक तो बात भूल रहा है, उसके घर में जो रोटी बनती है ना, उसका आटा भी विदेशी चक्के से पिसका रहता है। साले खुद के देश में सुई नहीं बना सकते और हमारे देश को तोड़ने के सपने देख रहे हैं। वो जो सपने देख सकते हैं क्योंकि उन्हें मालूम है कि ये मुर्दों का देश है। वतन के लिए किसी को कोई हमदर्दी नहीं। मैं हिंदू, मैं सिख, मैं फलाना, मैं ढीमका। एक लाठी को तो कोई भी तोड़ सकता है, लेकिन लाठी के भाड़े को तोड़ना बहुत मुश्किल है। मैंने बचपन में पढ़ा था स्कूल में, तीसरी क्लास में। मैं क्यों समझा रहा हूं, क्यों बातें कर रहा हूं इन पत्थरों से। भूसा पड़ा है मेरे दिमाग में, क्यों बातें कर रहा हूं। हंसो हंसो, खुशियां मनाओ। एक और क्रांति गिरा पर कुत्ते की मौत मारने जा रहा है, कल कोई और मरेगा, हमें क्या है ना। जियो भाई जियो, जैसे चाहे वैसे जियो। जियो भाई जियो, जैसे चाहे वैसे जियो। मैं हिजड़ों की जिंदगी नहीं जीना चाहता। ए लाभे लाल है, जल्दी कर जल्दी चढ़। क्या बात है जी। ਇਹ ਨਾਨੇ ਪਟਕਰ ਦਾ ਇਹ ਜਿਹੜੀ ਫਿਲਮ ਹੈ ਮੈਂ ਵੀ ਦੇਖੀ ਆ, ਤੁਸੀਂ ਵੀ ਦੇਖੀ ਹੋਊਗੀ। ਇੱਕ ਡਾਇਲੋਗ ਦੇ ਵਿੱਚ ਦੇਸ਼ ਦੀ ਤਸਵੀਰ ਉਹਨੇ ਪੇਸ਼ ਕਰਤੀ, ਦੇਸ਼ ਦੇ ਲੋਕਾਂ ਦੀ ਤਸਵੀਰ ਪੇਸ਼ ਕਰ ਦਿੱਤੀ, ਦੇਸ਼ ਦੇ ਲੋਕਾਂ ਦੇ ਮਾਨਸਿਕਤਾ ਦੀ ਤਸਵੀਰ ਪੇਸ਼ ਕਰ ਦਿੱਤੀ ਹੈ। ਤੇ ਪੂਰੀ ਫਿਲਮ ਦੇ ਵਿੱਚ ਕੀ ਹੋਏਗਾ, ਲੋੜ ਹੈ ਸਾਨੂੰ ਸਮਝਣ ਦੀ, ਲੋੜ ਹੈ ਉਹਦੇ ਤੇ ਅਮਲ ਕਰਨ ਦੀ। ਅਸੀਂ ਤਰ੍ਹਾਂ ਦੇ ਗ੍ਰੰਥ ਵੀ ਪੜ੍ਹੇ ਨੇ, ਪੜ੍ਹ ਵੀ ਰਹੇ ਨੇ। ਸਵੇਰ ਤੋਂ ਰੌਲਾ ਪੈਣਾ ਸ਼ੁਰੂ ਹੋ ਜਾਂਦਾ, ਕਿਵੇਂ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ, ਪਰ ਉਹਦੇ ਤੇ ਅਸੀਂ ਅਮਲ ਨਹੀਂ ਕੀਤਾ। ਗੱਲ ਅਮਲ ਤੇ ਆ। ਇਸ ਨਾਨਾ ਪਾਟੇਕਰ ਦੇ ਇੱਕ ਡਾਇਲੋਗ ਤੇ ਅਗਰ ਅਸੀਂ ਗੌਰ ਨਾਲ ਸੁਣ ਕੇ ਉਹਦੇ ਤੇ ਅਮਲ ਕਰ ਜਾਈਏ ਤੇ ਇਹਨਾਂ ਨੇ ਕੋਈ ਝੂਠ ਨਹੀਂ ਬੋਲਿਆ। ਵਿਅੰਗ ਦੇ ਵਿੱਚ ਸਾਰੇ ਲੀਡਰਾਂ ਨੂੰ ਵੀ ਕਹਿਤਾ, ਰੱਬ ਨੂੰ ਵੀ ਕਹਿ ਦਿੱਤਾ, ਲੋਕਾਂ ਨੂੰ ਵੀ ਭੰਡ ਦਿੱਤਾ, ਲੋਕਾਂ ਦੀ ਮਾਨਸਿਕਤਾ ਦੀ ਵੀ ਗੱਲ ਕਰ ਦਿੱਤੀ ਆ। ਅਫਸੋਸ ਕਿ ਅਸੀਂ ਉਹਦੇ ਤੇ ਅਮਲ ਨਹੀਂ ਕਰਦੇ। ਤੇ ਕੀ ਕਹਿਣਾ ਚਾਹੋਗੇ, ਇਹ ਬੜਾ ਕਮੇਡੀ ਕਲਾਕਾਰ ਹੋਏ ਨੇ ਮਿਹਰ ਮਿੱਤਲ ਜੀ, ਤੇ ਉਹਨਾਂ ਦੀ ਆਵਾਜ਼, ਉਹਨਾਂ ਦੀ ਅੰਦਾਜ਼, ਵੈਸੇ ਤਾਂ ਉਹ ਮੈਂ ਕਹਿੰਦਾ ਕੋਈ ਪੰਜਾਬੀ ਫਿਲਮਾਂ ਤੋਂ ਬਿਨਾਂ ਸੰਪੂਰਨ ਹੀ ਨਹੀਂ ਸੀ ਹੁੰਦੀ। ਜੇ ਮਿਹਰ ਮਿੱਤਲ ਨਹੀਂ ਹੈ ਤਾਂ ਅਗਲੇ ਕਹਿੰਦੇ ਯਾਰ ਫਿਰ ਤਾਂ ਵਿੱਚ ਕੱਢਣੀ ਪਾ, ਫਿਰ ਤਾਂ ਵੀ ਫਿਲਮ ਦੇ ਵਿੱਚ ਕੋਈ ਹੱਥ ਸਮਝਾ ਗਈ ਹੈ ਨਹੀਂ। ਮਿਹਰ ਮਿੱਤਲ ਹੋਣਾ ਤਾਂ ਆਪਣਾ ਅੰਦਾਜ਼ ਹੈ ਵੱਖਰਾ। ਬਿਲਕੁਲ ਬਿਲਕੁਲ, ਹੈ ਨਾ ਜੀ। ਜਿੱਦਾਂ ਇੱਕ ਵਾਰੀ ਬੜੇ ਠੰਡੇ ਇਲਾਕੇ ਦੇ ਵਿੱਚ ਗਏ ਉਹ ਜੀ, ਤੇ ਉਹ ਆਪਣੇ ਅੰਦਾਜ਼ ਦੇ ਵਿੱਚ ਦੇਖਦੇ ਆ। ਉਹ ਕਹਿੰਦਾ ਓਏ ਮੈਂ ਗਿਆ
ਓਏ ਲੱਗਦੀ ਤਾਂ ਪਾਰਵਤੀ ਆ। ਓਏ ਆ ਲੈ ਦੇ ਜਰਾ ਨੇੜੇ। ਜਦ ਨੇੜੇ ਆਉਂਦੀ ਹੈ ਤਾਂ ਉਹ ਕਹਿੰਦਾ, ਓਏ ਮੈਂ ਕਿਹਾ ਪਾਰਵਤੀਏ, ਓਏ ਕਿੱਥੇ ਬਰਫ਼ 'ਚ ਡੀਟੀ ਹੋਈ ਫਿਰਦੀ ਆ। ਓਏ ਉਰੇ ਆ, ਤੈਨੂੰ ਗਰਮ ਕਰੀਏ, ਚਾਹ ਚੂ ਬਣਾਈਏ। ਵਾਕਈ ਇਹ ਮਿਹਰ ਮਿੱਤਲ ਦਾ ਸਟਾਈਲ ਜਿਹੜਾ ਉਹ ਆਪਣਾ ਸਟਾਈਲ ਹੈ, ਪਰ ਨਾਲ ਤਰ੍ਹਾਂ ਤਰ੍ਹਾਂ ਦੇ ਕਲਾਕਾਰਾਂ ਦੀ ਆਵਾਜ਼ ਕੱਢਣੀ, ਮਮਿਕਰੀ ਕਰਨੀ, ਉਸ ਤਰੀਕੇ ਦਾ ਆਪਣਾ ਹਾਵ ਭਾਵ ਬਣਾਉਣਾ, ਇਹ ਵਿਰਕ ਦਾ ਆਪਣਾ ਸਟਾਈਲ ਹੈ। ਤੇ ਕੀ ਕਹਿਣਾ ਚਾਹੋਗੇ ਗੁੜਾ ਜੀ, ਇੱਕ ਵਾਰੀ ਇਹਦਾ ਮਿਹਰ ਮਿੱਤਲ ਜੀ ਹੁਣਾਂ ਨੂੰ ਕਿਸੇ ਨੇ ਕਿਹਾ ਬਈ ਮਿਹਰ ਮਿੱਤਲ ਸਾਹਿਬ ਤੁਹਾਡਾ ਵਿਆਹ ਹੋਣਾ ਹੈ ਜੀ, ਉਸ ਤੋਂ ਪਹਿਲਾਂ ਤਾਂ ਜੰਝ ਤੋਰਨੀਆਂ, ਪਹਿਲਾਂ ਤੁਸੀਂ ਮਾਂ ਦੇ ਦੁੱਧ ਦੇ 4 ਫਾਇਦੇ ਸੁਣਾਓ। ਮਾਂ ਦੇ ਦੁੱਧ ਦੇ 4 ਫਾਇਦੇ ਫਾਇਦੇ। ਕੀ ਆ? ਉਹ ਤੇ ਜਦੋਂ ਆਂਗਣਵਾੜੀ ਵਰਕਰਸ ਦੇ ਜਦੋਂ ਸੈਮੀਨਾਰ ਲੱਗਦਾ ਉੱਥੇ ਵੀ ਦੱਸਿਆ ਜਾਂਦਾ ਵੀ ਹਾਂਜੀ। ਮਾਂ ਦੇ ਦੁੱਧ ਦੇ ਫਾਇਦੇ ਫਾਇਦੇ, ਕੀ? ਔਰ ਮਾਂ ਦਾ 6 ਮਹੀਨੇ ਜਿਹੜਾ ਪਹਿਲਾ ਮਾਂ ਦਾ ਦੁੱਧ ਹੈਗਾ ਉਹ ਬੱਚੇ ਨੂੰ ਪਿਲਾਉਣਾ ਹਾਂਜੀ, ਚਾਹੀਦਾ। ਹਾਂਜੀ, ਉਹ ਤਾਂ ਹਾਂਜੀ। ਉੱਥੇ ਵੀ ਦੱਸੇ ਹੀ ਜਾਂਦੇ ਆ। ਪਰ ਫੈਸ਼ਨ ਦਾ ਦੌਰ ਜੀ ਇੰਨਾ ਵੱਧ ਚੁੱਕਾ ਆ, ਉਹ ਆਪਣੀ ਪਰਸਨੈਲਿਟੀ ਬਣਾ ਕੇ ਰੱਖਣ ਦੇ ਲਈ ਉਹ ਦੁੱਧ ਦੇਣਾ ਜਿਹੜਾ ਉਹ ਡੱਬੇ ਵਾਲਾ ਹੀ ਦੁੱਧ ਦੇਣਾ ਬੋਤਲ ਜ਼ਿਆਦਾ ਵਾਲਾ। ਠੀਕ ਸਮਝਦੇ ਵੀ ਨਿੱਪਲ ਬੋਤਲ ਨਾਲ ਹੀ ਵਾਲਾ। ਪਿਲਾਇਆ ਜਾਵੇ। ਅੱਛਾ, ਫਿਰ ਮੇਰ ਮਿੱਤਲ ਨੇ ਕੀ ਕਿਹਾ? ਮੇਰੇ ਮਿੱਤਰ ਐਂ ਕਹਿੰਦਾ ਜੀ, ਓਏ ਮੈਂ ਗਿਆ, ਉਹ ਕਿਤੇ ਪੰਗਾ ਹੀ ਪਾ ਲਿਆ। ਓਏ ਮਾਂ ਦੇ ਦੁੱਧ ਦੇ 4 ਫਾਇਦੇ ਦੱਸਦਾ। ਓਏ ਭਰਾਵਾ, ਪਹਿਲੀ ਤਾਂ ਗੱਲ ਇਹ ਆ ਬਈ ਇਹਨੂੰ ਬਿੱਲੀ ਨਹੀਂ ਪੀ ਉਹ ਸਕਦੀ। ਤੇਰਾ ਮਨ ਹੋ ਜਾਏ। ਅੱਛਾ, ਦੂਜਾ ਫਾਇਦਾ ਓਏ ਇਹਨੂੰ ਗਰਮ ਨਹੀਂ ਕਰਨਾ ਪੈਂਦਾ। ਗਰਮ ਨਹੀਂ ਕਰਨਾ ਪੈਂਦਾ। ਤੀਜਾ ਓਏ ਫਾਇਦਾ ਇਹਦੇ ਵਿੱਚ ਮਿੱਠਾ ਨਹੀਂ ਪਾਉਣਾ ਪੈਂਦਾ। ਅੱਛਾ ਏਦਾਂ ਹੀ। ਅੱਛਾ, ਤੇ ਚੌਥਾ? ਓਏ ਚੌਥਾ ਫਾਇਦਾ, ਓਏ ਜਦੋਂ ਜੀ ਕਰਦਾ ਉਹਦੇ ਫੜ ਕੇ ਚੁੱਕ ਲੈਂਦਾ ਆ। ਅਸਲ ਦੇ ਵਿੱਚ ਤਾਂ ਅਸਲ ਦੇ ਵਿੱਚ ਤਾਂ ਫਾਇਦੇ ਜਦੋਂ ਆਂਗਣਵਾੜੀ ਵਰਕਰਸ ਦੇ ਸੈਮੀਨਾਰ ਲੱਗਦੇ ਨੇ, ਉਹ ਜਿਹੜੀਆਂ ਮਾਵਾਂ ਹੁੰਦੀਆਂ ਨਵੇਂ ਨਵਜੰਮੇ ਬੱਚਿਆਂ ਦੇ ਲਈ ਉਹ ਫਾਇਦੇ ਦੱਸਣਾ, ਉਹਨਾਂ ਦਾ ਸਟਾਈਲ ਹੋਰ ਹੁੰਦਾ, ਉਹਨਾਂ ਨੇ ਦੱਸਣਾ ਵੀ ਹੋਰ ਕੁਝ ਹੁੰਦਾ ਵੀ ਤਾਕਤ ਵੱਧ ਹੁੰਦੀ ਆ, ਹਾਂਜੀ, ਹਾਂਜੀ। ਇਹ ਜ਼ਰੂਰੀ ਨੇ, ਬਾਹਰਲਾ ਭੋਜਨ ਨਹੀਂ ਦੇਣਾ ਚਾਹੀਦਾ, ਉਹ ਦੱਸਣਾ ਹੁੰਦਾ। ਹਾਂਜੀ। ਪਰ ਤੁਹਾਡਾ ਜਿਹੜਾ ਮੇਰ ਮਿੱਤਲ ਵਾਲਾ ਜਿਹੜਾ ਸਟਾਈਲ ਹੈ ਉਹ ਅੱਛਾ, ਤੁਸੀਂ ਰਾਜ ਕੁਮਾਰ ਦੇ ਆਵਾਜ਼ ਦੇ ਵਿੱਚ ਵੀ ਆਵਾਜ਼ ਕੱਢਦੇ ਹੋ, ਉਹ ਵੀ ਸੁਣਾਓ। ਰਾਜਕੁਮਾਰ ਹੁਣਾਂ ਦੀ ਜੀ, ਵਾਹ ਕੀ ਬਾਤ ਹੈ। ਰਾਜਕੁਮਾਰ ਹੁਣਾਂ ਦਾ ਅੰਦਾਜ਼, जाने दूध के दांत अभी टूटे नहीं, चले आए शेर के मुंह में हाथ डालने, ऐसी हरकतें अपने बाप के आंगन में किया करो, वरना बेमौत मारे जाओगे। ਕਿਆ ਬਾਤ ਹੈ। ਰਾਜ ਕੁਮਾਰ ਦੀ ਆਵਾਜ਼, ਜੇ ਆਪਾਂ ਇਹ ਗੱਲ ਕਰੀਏ ਕਿ ਵਿਰਕ ਸਾਹਿਬ ਕੋਲੋਂ ਲਗਭਗ ਸਾਰੇ ਐਕਟਰਾਂ ਦੀ ਆਵਾਜ਼ ਸੁਣਨੀ ਹੋਵੇ, ਸਟਾਈਲ ਅੰਦਾਜ਼ ਸੁਣਨਾ ਹੋਵੇ ਤੇ ਇਹ ਸੁਣਾ ਦੇਣਗੇ, ਪਰ ਇਹ ਸਮਾਂ ਜਿਹੜਾ ਹੈ ਆਪਾਂ ਉਹਨੂੰ ਵੀ ਮੈਨੇਜ ਕਰਨਾ ਹੈ। ਹੁਣ ਕਲਾਕਾਰਾਂ ਦੀ ਆਵਾਜ਼ ਦੇ ਵਿੱਚ ਵੀ ਸੁਣ ਲਈਏ ਤੇ ਨਾਲ ਸਾਜ਼ ਤੁਸੀਂ ਕਿਹੜਾ ਕਿਹੜਾ ਵਜਾ ਲੈਂਦੇ ਹੋ? ਸਾਜ਼ ਜੀ ਵੈਂਜੋ ਪਲੇ ਕਰ ਲਈਦੀ ਆ। ਵੈਂਜੋ ਤਾਂ ਔਖੀ ਬਹੁਤ ਆ, ਪੁੱਠੇ ਹੱਥ ਨਾਲ ਵਜਾਉਣੀ ਹੁੰਦੀ ਹੈ ਤਾਂ ਪੁੱਠੀ ਘਰ ਦੇ ਵਿੱਚ ਰੱਖੀ ਹੋਈ ਸੀ ਪਹਿਲਾਂ ਤੋਂ ਹੀ, ਤਾਂ ਫਿਰ ਉਹਦੇ ਉੱਤੇ ਹੱਥ ਚਲਾਉਂਦੇ ਰਹੇ। ਤਾਂ ਫਿਰ ਕਈ ਸਿੰਗਰਾਂ ਦੇ ਨਾਲ ਅਖਾੜੀ ਵੀ ਲਾਏ ਆ, ਸਰਪੂ ਸਦੀਕ ਉਹਨਾਂ ਦੇ ਨਾਲ ਵੀ ਬਹੁਤ ਲਾਏ ਆ, ਤੇ ਉਹਨਾਂ ਨਾਲ ਫਿਰ ਵੈਂਜੋ ਦੇ ਮੇਰਾ ਜ਼ਿਆਦਾ ਹੱਥ ਖੁੱਲ ਗਿਆ, ਉਹਨਾਂ ਨਾਲ ਰਿਆਜ਼ ਵੀ ਕਰਦਾ ਰਿਹਾ ਚੰਗਾ। ਹਾਂਜੀ। ਤੇ ਵੈਂਜੋ ਦੇ ਨਾਲ ਹੋਰ ਕਿਹੜਾ ਸਾਜ਼ ਵਜਾ ਲੈਂਦੇ? ਵੈਂਜੋ ਦੇ ਨਾਲ ਤੂੰਬੀ ਵੀ ਵੀ ਬਹੁਤ ਔਖੀ ਵਜਾਉਣੀ ਹੈ ਨਾ। ਤੂੰਬੀ ਹੈ ਤਾਂ, ਪਰ ਜਦੋਂ ਕਿਸੇ ਦੀ ਰੁਚੀ ਹੋਵੇ, ਅੰਦਰੋਂ ਮਨ ਉਹਦੇ ਨਾਲ ਜੁੜਿਆ ਹੋਵੇ ਨਾ, ਜਿਹੜੀ ਲਗਨ ਹੈ ਉਹ ਸਾਰਾ ਕੁਝ ਸਿਖਾ ਦਿੰਦੀ ਹੈ ਜੀ। ਕਿਆ ਬਾਤ ਹੈ। ਸਾਰੇ ਤਰ੍ਹਾਂ ਦੇ ਗੁਣ ਹਰ ਇਨਸਾਨ ਦੇ ਵਿੱਚ ਨਹੀਂ ਹੁੰਦੇ। ਜੇ ਗਾਉਣਾ ਆਉਂਦਾ ਤਾਂ ਵਜਾਉਣਾ ਨਹੀਂ ਆਉਂਦਾ। ਤੇ ਕਲਾਕਾਰ ਅਸੀਂ ਦੇਖਦੇ ਹਾਂ ਕਿ ਉਹ ਜਦੋਂ ਗਾਉਂਦੇ ਹੁੰਦੇ, ਮਜੀਸ਼ੀਅਨ ਵਜਾਉਂਦੇ ਹੁੰਦੇ ਆ, ਤੇ ਕਈ ਵਾਰ ਕਈ ਕਲਾਕਾਰਾਂ ਦੇ ਹੱਥ ਦੇ ਵਿੱਚ ਤੂੰਬੀ ਹੁੰਦੀ ਆ, ਪਰ ਆਵਾਜ਼ ਉਹਨਾਂ ਦੀ ਪਿੱਛੇ ਵੈਂਜੋ ਤੋਂ ਆਉਂਦੀ, ਉਹਨਾਂ ਦੀ ਕੈਸੀਓ ਤੋਂ ਆਉਂਦੀ ਹੁੰਦੀ ਹੈ, ਉਹਨਾਂ ਨੂੰ ਤੂੰਬੀ ਵਜਾਉਣੀ ਨਹੀਂ ਆਉਂਦੀ ਹੁੰਦੀ, ਕਿਉਂਕਿ ਉਹਨਾਂ ਦੀਆਂ ਬਰੀਕੀਆਂ ਦਾ ਪਤਾ ਇਦਾਂ ਹੀ ਹੈ ਨਾ। ਜੀ ਜੀ ਬਿਲਕੁਲ। ਹਨਾ, ਪਰ ਵਿਰਕ ਸਾਹਿਬ ਗਾ ਵੀ ਲੈਂਦੇ, ਵਜਾ ਵੀ ਲੈਂਦੇ, ਸਜਾ ਵੀ ਲੈਂਦੇ, ਸਾਰਾ ਕੁਝ ਇਹਨਾਂ ਦੇ ਹੱਥ ਦੇ ਵਿੱਚ। ਤੇ ਅੱਜ ਇਹ ਕੀ ਵਜਾ ਕੇ ਦਿਖਾਓਗੇ? ਤੁਹਾਨੂੰ ਵੈਂਜੋ ਤੇ ਇੱਕ ਤਰਜ ਉਹਦੀ ਕੱਢ ਦਿੰਦੇ ਆ ਜੀ। ਜੀ। ਬਹੁਤ ਹੀ ਮਸ਼ਹੂਰ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਜੀ ਹੁਣਾਂ ਦਾ ਲਿਖਿਆ ਮਾਲਕੀ ਕੀਮਾ, ਉਹਦੀ ਤਰਜ ਮੈਂ ਤੁਹਾਨੂੰ ਕੱਢ ਕੇ ਸੁਣਾ।
ਕਿਆ ਬਾਤ ਹੈ। ਇਹ ਵੈਜੋ ਵਜਾਉਣੀ ਵੈਸੇ ਆਮ ਮਜੀਸ਼ੀਅਨ ਦੇ ਬਸ ਦੀ ਗੱਲ ਨਹੀਂ ਹੈ, ਪਰ ਇਹ ਬਹੁਤ ਔਖਾ ਕੰਮ, ਕਿਉਂਕਿ ਪੁੱਠੇ ਹੱਥ ਦੇ ਨਾਲ ਖੱਬੇ ਹੱਥ ਨਾਲ ਦੀਆਂ ਸੁਰਾਂ ਲੱਭਣੀਆਂ ਬੜਾ ਔਖਾ ਕੰਮ ਹੈ। ਤੇ ਤੂੰਬੀ ਵੀ ਤੁਸੀਂ ਵਜਾ ਲੈਂਦੇ, ਤੂੰਬੀ ਜੀ, ਜੀ। ਦੀ ਆਵਾਜ਼ ਜਿਹੜੀ ਹੈ ਉਹ ਅਸੀਂ ਸੁਣਾਂਗੇ ਕਿਸੇ ਕਲਾਕਾਰ ਦੀ ਆਵਾਜ਼ ਦੇ ਨਾਲ। ਤੂੰਬੀ ਵਜਾ ਕੇ ਦਿਖਾਓ। ਮੈਂ ਤੁਹਾਨੂੰ ਉਸਤਾਦ ਜਮਲਾ ਜੀ ਹੁਣਾਂ ਦੀ ਕਿਆ ਬਾਤ ਹੈ ਇੱਕ ਉਸਤਾਦ। ਬਹੁਤ ਵਧੀਆ ਜਮਲਾ ਗੀਤ ਹੈ ਜੀ, ਜੱਟ, ਜਿਹੜਾ ਕਿਆ ਬਾਤ। ਬਹੁਤ ਪੁਰਾਣਾ ਗੀਤ ਹੈ, ਹਾਂ ਜਿਹੜਾ ਬੜਾ ਪਪੂਲਰ ਹੁੰਦਾ ਸੀਗਾ, ਬੜਾ ਚੱਲਦਾ ਰਿਹਾ, ਲੋਕਾਂ ਦੀ ਜ਼ੁਬਾਨ ਦੇ ਉੱਤੇ ਸੀਗਾ, ਹਰ ਜੀ। ਇੱਕ ਦੇ ਜੀਭ ਦੇ ਉੱਤੇ ਉਹ ਗੀਤ ਹੁੰਦਾ ਸੀਗਾ। ਵਾਹ ਜੀ ਵਾਹ। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ, ਨੀਜਾਂ ਲਾਲਾ ਬਿੰਦੀ ਦੁਨੀਆ ਸਾਰੀ ਏ। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ, ਨੀਜਾਂ ਲਾਲਾ ਬਿੰਦੀ ਦੁਨੀਆ ਸਾਰੀ ਏ। ਉਹ ਭੁੱਲ ਭੁਲੇਖੇ ਆ ਕੇ ਫੇਰਾ ਪਾ ਜਾਮੀ, ਚਾਰੇ ਕੂਟ ਹਨੇਰਾ ਜੋਤ ਜਗਾ ਜਾਮੀ। ਬਾਣੀ ਦੀ ਥਾਂ ਫੈਸ਼ਨ ਝੜੀ ਖਮਾਰੀ ਏ, ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ। ਕਿਆ ਬਾਤ ਹੈ ਜੀ। ਇਹ ਉਸਤਾਦ ਜਮਲਾ ਜੀ ਦੀ ਆਵਾਜ਼ ਦੇ ਵਿੱਚ ਆਪਾਂ ਇਹ ਤੂੰਬੀ ਨਾਲ ਵਜਾ ਕੇ ਸੁਣਾਈ ਹੈ ਤੇ ਨਾਲ ਗਾ ਕੇ ਵੀ ਸੁਣਾਇਆ ਹੈ। ਇਹ ਬਹੁਤ ਅੱਛਾ। ਇੱਥੇ ਗੱਲ ਆਉਂਦੀ ਹੈ, ਜਿਵੇਂ ਆਪਾਂ ਮਮਿਕਰੀ ਦੇ ਵਿੱਚ ਵੱਖ-ਵੱਖ ਐਕਟਰਾਂ ਦੀ ਆਵਾਜ਼ ਸੁਣੀ ਹੈ, ਤੇ ਉੱਥੇ ਵੱਖ-ਵੱਖ ਕਲਾਕਾਰਾਂ ਦੀ ਆਵਾਜ਼ ਵੀ ਤੁਸੀਂ ਸੁਣਾ ਲੈਂਦੇ ਹੋ, ਮੈਂ ਸੁਣਿਆ ਹੈ। ਤੇ ਉਸ ਤੋਂ ਬਾਅਦ ਕਰਾਂਗੇ ਨਾਟਕ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ ਵਿਰਕ ਸਾਹਿਬ ਨੇ। ਤੇ ਜਿਵੇਂ ਸਰਦੂਲ ਸਿਕੰਦਰ ਨੇ ਉਹ ਗੀਤ ਗਾਇਆ ਸੀ ਆ ਗਈ ਰੋਡਵੇਜ਼ ਦੀ ਲਾਰੀ, ਜੀ ਜੀ। ਉਹਨਾਂ ਨੇ ਬਹੁਤ ਸਾਰੇ ਕਲਾਕਾਰਾਂ ਦੀ ਆਵਾਜ਼ ਦੇ ਵਿੱਚ, ਤੇ ਉਦੋਂ ਸਾਨੂੰ ਸੁਣ ਕੇ ਇਦਾਂ ਲੱਗਿਆ ਸੀਗਾ ਵੀ ਇਹ ਸਰਦੂਲ ਕਿਵੇਂ ਇੰਨੇ ਕਲਾਕਾਰਾਂ ਦੀ ਆਵਾਜ਼ ਕੱਢ ਰਹੇ ਨੇ। ਪਰ ਤੁਸੀਂ ਤਾਂ ਨਾਲ ਐਕਟਿੰਗ ਵੀ, ਲੇਖਕ ਵੀ, ਵਜਾ ਵੀ ਰਹੇ, ਸਜਾ ਵੀ ਰਹੇ, ਸਾਰਾ ਕੁਝ ਹੀ ਕਿਤੇ ਨਾ ਕਿਤੇ ਬਹੁਤ ਅੱਛੀ ਗੱਲ ਹੈਗੀ ਆ। ਤੇ ਸਰਦੂਲ ਸਿਕੰਦਰ ਜੀ ਜਦੋਂ ਵੱਖ-ਵੱਖ ਕਲਾਕਾਰਾਂ ਦੀ ਆਵਾਜ਼ ਦੇ ਵਿੱਚ ਗਾ ਕੇ ਸੁਣਾਉਂਦੇ ਨੇ, ਇੱਕ ਸਟੇਜ ਤੋਂ ਮੈਂ ਤੁਹਾਡਾ ਵੀ ਸੁਣਿਆ ਹੈ, ਤੇ ਅੱਜ ਦਰਸ਼ਕਾਂ ਨੂੰ ਸੁਣਾਓ ਤੁਸੀਂ। ਗੁਰਾ ਜੀ, ਆਪਣਾ ਵਿਰਸਾ ਦੇਖ ਰਹੇ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦੇ ਲਈ ਬਹੁਤ ਵਧੀਆ ਆ ਜੀ। ਮੈਨੂੰ ਵੀ ਉਹਨਾਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ। ਤੇ ਲਓ, ਅੱਜ ਰੋਡਵੇਜ਼ ਦੀ ਲਾਰੀ ਮੈਂ ਦੇਖਦਾ ਹੁੰਦਾ ਜੀ, ਇਹ ਜੀਵਨ ਬੜਾ ਛੋਟਾ ਜਿਹਾ ਆ, ਸਿੱਖਣ ਲਈ ਬਹੁਤ ਕੁਛ ਹੈ ਇਸ ਦੁਨੀਆ ਦੇ ਵਿੱਚ, ਹੈ ਨਾ। ਵੱਧ ਤੋਂ ਵੱਧ ਜਿਹੜਾ ਹੈ ਉਹ ਸਿੱਖ ਲੈਣਾ ਚਾਹੀਦਾ ਹੁੰਦਾ, ਜਿੱਥੋਂ ਕਿਤੇ ਵੀ ਗਿਆਨ ਮਿਲੇ ਤਾਂ ਲੈ ਲੈਣਾ ਚਾਹੀਦਾ ਹੈ ਜੀ। ਤੇ ਲਓ, ਰੋਡਵੇਜ਼ ਦੀ ਲਾਰੀ ਵੱਖਰੇ ਵੱਖਰੇ ਸਿੰਗਰਾਂ ਦੀ ਆਵਾਜ਼ ਦੇ ਵਿੱਚ ਤੁਹਾਡੇ ਰੂਬਰੂ ਕਰਨ ਜਾ ਰਿਹਾ। ਉਮੀਦ ਹੈ ਕਿ ਨੇੜੇ ਤੇੜੇ ਦੀ ਲੰਘਾਂਗਾ ਜ਼ਰੂਰ। ਤੇ ਜੀ, ਕੀ ਬਾਤ ਹੈ। ਸਭ ਤੋਂ ਪਹਿਲਾਂ ਜੀ ਸੁਰਿੰਦਰ ਸ਼ਿੰਦਾ ਜੀ, ਹਾਂ, ਉਹ ਕਿਹੜੇ ਅੰਦਾਜ਼ ਦੇ ਵਿੱਚ ਬੋਲਦੇ ਆ। ਉਹ ਆ ਗਈ ਰੋਡਵੇਜ਼ ਦੀ ਲਾਰੀ, ਵਾਹ ਜੀ ਵਾਹ। ਉਹ ਆ ਗਈ ਰੋਡਵੇਜ਼ ਦੀ ਲਾਰੀ, ਨਾ ਕੋਈ ਸ਼ੀਸ਼ਾ ਨਾ ਕੋਈ ਵਾਰੀ, ਇਹਦੀ ਕਿਹੜੇ ਰੂਟ ਦੀ ਤਿਆਰੀ, ਕਿਹੜੇ ਰਾਸਤੇ ਪੈਣੀਆਂ, ਲੰਬੇ ਸਫ਼ਰ ਤੇ ਜਾਣਾ ਏਕ ਲੋਕਲ ਰਹਿਣੀਆਂ, ਉਹ ਲੰਬੇ ਸਫ਼ਰ ਤੇ ਰਹਿਣਾ ਏਕ ਲੋਕਲ ਰਹਿਣੀਆਂ, ਉਹ ਬੀਬੀ ਵਹਿ ਵੀ ਜਾ ਚੁੱਪ ਕਰਕੇ ਹੋ। ਕਿਆ ਬਾਤ ਹੈ ਜੀ। ਸੁਰਿੰਦਰ ਸ਼ਿੰਦਾ ਦੀ ਆਵਾਜ਼ ਦੇ ਵਿੱਚ ਵਿਰਕ ਸਾਹਿਬ ਨੇ ਇਹ ਗੀਤ ਸੁਣਾਇਆ। ਜੇ ਕਿਤੇ ਮੁਹੰਮਦ ਸਦੀਕ ਨੇ ਇਹ ਗੀਤ ਗਾਉਣਾ ਹੋਵੇ ਸਟੇਜ ਤੇ ਫਿਰ ਕਿੱਦਾਂ ਗਾਊਗਾ? ਮੁਹੰਮਦ ਸਦੀਕ ਜੀ ਹੁਣੀ ਗਾਉਣਗੇ, ਹੋ ਆ ਗਈ ਰੋਡਵੇਜ਼ ਦੀ ਲਾਰੀ, ਆ ਗਈ ਰੋਡਵੇਜ਼ ਦੀ ਲਾਰੀ, ਨਾ ਕੋਈ ਸ਼ੀਸ਼ਾ ਨਾ ਕੋਈ ਵਾਰੀ, ਇਹਦੀ ਕਿਹੜੇ ਰੂਟ ਦੀ ਤਿਆਰੀ, ਕਿਹੜੇ ਰਸਤੇ ਪੈਣੀਆਂ, ਲੰਬੇ ਸਫ਼ਰ ਤੇ ਜਾਣਾ ਏ ਕਿ ਲੋਕਲ ਰਹਿਣੀਆਂ, ਲੰਬੇ ਸਫ਼ਰ ਤੇ ਜਾਣਾ ਏ ਕਿ ਲੋਕਲ ਰਹਿਣੀਆਂ, ਉਹ ਬੀਬੀ ਵਹਿ ਵੀ ਜਾ ਚੁੱਪ ਕਰਕੇ, ਉਹ ਬੀਬੀ ਵਹਿ ਵੀ ਜਾ ਚੁੱਪ ਕਰਕੇ, ਅਸੀਂ ਤਾਂ ਵੀ ਜਣਿਆ ਮਰ ਕੇ ਧੱਕੇ ਦੇ ਨਾਲ ਸਟਾਰਟ ਕਰਕੇ ਇੱਥੇ ਮਸਾਂ ਲਿਆਂਦੀ ਆ, ਹੁਣੇ ਕਿਵੇਂ ਮੈਂ ਕਹਿ ਦੇਵਾਂ ਕਿ ਮੋਗੇ ਜਾਂਦੀ ਆ,
ਹੁਣੇ ਕਿਵੇਂ ਮੈਂ ਕਹਿ ਦੇਵਾਂ ਕਿ ਮੋਕੇ ਜਾਂਦੀ ਆ ਉਹ ਬੀਬੀ ਮੈਂ ਵੀ ਜਾ ਚੁੱਪ ਕਰਕੇ। ਕਿਆ ਬਾਤ ਹੈ। ਇਹ ਬਹੁਤ ਅੱਛੀ ਆਵਾਜ਼ ਦੇ ਵਿੱਚ ਮੁਹੰਮਦ ਸਦੀਕ ਦੀ ਆਵਾਜ਼ ਦੇ ਵਿੱਚ ਜੇ ਕਿਤੇ ਇਹ ਉਸਤਾਦ ਜੀ ਨੇ ਗਾਉਣਾ ਹੋਵੇ ਤਾਂ ਫਿਰ ਕਿੱਦਾਂ ਗਾਉਣਗੇ? ਉਸਤਾਦ ਜਮਲਾ ਜੀ 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 ਜੀ। ਉਹ ਆ ਗਈ ਰੋਡਵੇਜ਼ ਦੀ ਲਾਰੀ, ਨਾ ਕੋਈ ਸ਼ੀਸ਼ਾ ਨਾ ਕੋਈ ਮਾਰੀ, ਇਹਦੀ ਕਿਹੜੇ ਰੂਟ ਦੀ ਤਿਆਰੀ, ਕਿਹੜੇ ਰਸਤੇ ਪੈਣੀਆਂ, ਲੰਮੇ ਸਫ਼ਰ ਤੇ ਜਾਣਾ ਏ ਵੇ ਲੋਕਲ ਰਹਿਣੀ ਕਿਆ ਬਾਤ ਹੈ। ਤੇ ਜੇ ਕਿਤੇ ਗੁਰਦਾਸ ਮਾਨ ਨੇ ਗਾਉਣਾ ਹੋਵੇ ਤਾਂ ਫਿਰ ਉਹ ਕਿਸ ਗੁਰਦਾਸ ਅੰਦਾਜ਼ ਮਾਨ ਦੇ ਜੀ। ਵਿੱਚ ਗਾਉਣਗੇ? ਉਹਨਾਂ ਦਾ ਆਪਣਾ ਉਹ ਅੰਦਾਜ਼ ਹੈ। ਆਪੇ ਚੜ ਗਈ ਨੀ ਮੈਂ ਭੁੱਲ ਕੇ ਲਾਰੀ ਵਿੱਚ, ਵਾਹ। ਤੇ ਪਛਤਾਉਣੀ ਆ ਹੁਣ ਮੈਂ ਚੜ ਕੇ, ਅੱਲਾ ਕਰੇ ਆ ਜਾਵੇ ਸੋਹਣਾ, ਦੇਵਾਂ ਜਾਨ ਕਦਮਾਂ ਵਿੱਚ ਧਰ ਕੇ। ਆ ਗਈ ਰੋਡਵੇਜ਼ ਦੀ ਲਾਰੀ, ਨਾ ਕੋਈ ਸ਼ੀਸ਼ਾ ਨਾ ਕੋਈ ਵਾਰੀ, ਆ ਗਈ ਰੋਡਵੇਜ਼ ਦੀ ਲਾਰੀ, ਨਾ ਕੋਈ ਸ਼ੀਸ਼ਾ ਨਾ ਕੋਈ ਵਾਰੀ, ਇਹਦੀ ਕਿਹੜੇ ਰੂਟ ਦੀ ਤਿਆਰੀ, ਕਿਹੜੇ ਰਸਤੇ ਪੈਣੀ ਆ। ਮੈਂ ਤਾਂ ਚਾਹੂੰਗੀ ਰੋਡਵੇਜ਼ ਤੇ ਜਾਊਂਗੀ, ਟਿਕਟਾਊਂਗੀ, ਰੋਡਵੇਜ਼ ਦੀਆਂ ਲਾਰੀਆਂ ਬੂਹੇ ਨਾ ਬਾਰੀਆਂ, ਧੱਕਾ ਲਾਉਣ ਸਵਾਰੀਆਂ ਕਰਮਾਂ ਨੂੰ ਮਾਰੀਆਂ, ਰੋਡਵੇਜ਼ ਤੇ ਜਾਊਂਗੀ ਟਿਕਟਾਊਂਗੀ, ਸੀਟ ਤੇ ਬੈਠ ਕੇ ਲੀੜੇ ਪੜਾਉਂਗੀ, ਰੋਡਵੇਜ਼ ਤੇ ਜਾਊਂਗੀ ਮੈਂ ਟਿਕਟਾਊਂਗੀ, ਸੀਟ ਤੇ ਬੈਠ ਕੇ ਲੀੜੇ ਪੜਾਉਂਗੀ। ਕਿਉਂ? ਐਡੇ ਪਿਆਰ ਨਾਲ ਖੋਲੀ ਸੀ ਮੈਂ ਵਾਰੀ, ਉਹ ਐਡੇ ਪਿਆਰ ਨਾਲ ਖੋਲੀ ਸੀ ਮੈਂ ਵਾਰੀ, ਕਿ ਟੁੱਟ ਗਈ ਧੜਕ, ਕਿ ਟੁੱਟ ਗਈ ਧੜਕ, ਕਿ ਟੁੱਟ ਗਈ ਧੜਕ ਕਰਕੇ, ਕਿ ਟੁੱਟ ਗਈ ਧੜਕ ਕਰਕੇ। ਮੈਂ ਤਾਂ ਜਾਊਂਗੀ ਜਾਊਂਗੀ, ਮੈਂ ਤਾਂ ਜਾਊਂਗੀ ਜਾਊਂਗੀ, ਮੈਂ ਤਾਂ ਜਾਊਂਗੀ, ਮੈਂ ਤਾਂ ਜਾਊਂਗੀ, ਮੈਂ ਤਾਂ ਜਾਊਂਗੀ। ਕਿਆ ਬਾਤ ਹੈ ਜੀ। ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇਹ ਬੱਸ ਵਾਲਾ ਗੀਤ ਜਿਹੜਾ ਹੈ ਉਹ ਆਪਣੇ ਅੰਦਾਜ਼ ਦੇ ਵਿੱਚ, ਇਸ ਅੰਦਾਜ਼ ਦੇ ਵਿੱਚ ਗਾਉਣਾ ਕੋਈ ਸੌਖਾ ਨਹੀਂ ਹੈ। ਪਰ ਸਿਫਤ ਹੈ, ਬੜੀ ਅੱਛੀ ਗੱਲ ਹੈ ਕਿ ਵਿਰਕ ਸਾਹਿਬ ਨੇ ਇਹ ਗੀਤ ਵੱਖ-ਵੱਖ ਆਵਾਜ਼ਾਂ ਦੇ ਵਿੱਚ ਸੁਣਾਇਆ ਹੈਗਾ। ਵਿਰਕ ਸਾਹਿਬ, ਨਾਲ ਦੀ ਨਾਲ ਮੈਂ ਇਹ ਗੱਲ ਕਰਨੀ ਚਾਹੁੰਦਾ ਹਾਂਜੀ ਕਿ ਅੱਜ ਸਮਾਜ ਦੇ ਵਿੱਚ ਹਾਂਜੀ ਜਿਵੇਂ ਪੁਰਾਣਾ ਵਿਰਸਾ ਸੀ, ਜੀ ਪੁਰਾਣੇ ਵਿਰਸੇ ਦੇ ਵਿੱਚ ਜਦੋਂ ਬਜ਼ੁਰਗਾਂ ਦੀਆਂ ਗੱਲਾਂ ਸੁਣਦੇ ਹਾਂ ਅਸੀਂ, ਹਾਂਜੀ ਜਾਂ ਇਤਿਹਾਸਕ ਫਿਲਮਾਂ ਅਸੀਂ ਦੇਖਦੇ ਹਾਂ, ਹਾਂਜੀ ਤਾਂ ਉਸ ਵੇਲੇ ਬੜਾ ਇੱਕ ਦੂਜੇ ਨਾਲ ਪਿਆਰ ਹੁੰਦਾ ਸੀ, ਜੀ ਜੀ ਇੱਕ ਦੂਜੇ ਦਾ ਬੜਾ ਸਤਿਕਾਰ ਕਰਦੇ ਸੀਗੇ ਲੋਕ। ਤੇ ਬਜ਼ੁਰਗ ਜਦੋਂ ਪਿੰਡ ਦੇ ਵਿੱਚ ਦੀ ਲੰਘਦਾ ਸੀਗਾ, ਮੁਹੱਲੇ 'ਚ ਗਲੀ 'ਚ ਜਦੋਂ ਲੰਘਦਾ ਸੀ, ਸਾਰੇ ਮੁਹੱਲੇ ਦੀਆਂ ਬੀਬੀਆਂ ਜਿਹੜੀਆਂ ਉਹਦੇ ਤੋਂ ਪੱਲਾ ਲੈ ਲੈਂਦੀਆਂ ਸੀ, ਘੁੰਡ ਕੱਟ ਲੈਂਦੀਆਂ ਸੀ, ਪਰਦਾ ਕਰ ਲੈਂਦੀਆਂ ਸੀ। ਜੀ ਜੀ ਬਿਲਕੁਲ ਜੀ। ਤੇ ਬੱਚੇ ਵੀ ਬਹੁਤ ਬਾਪੂ ਜੀ ਸਤਿ ਸ੍ਰੀ ਅਕਾਲ ਪੈਰੀ ਹੱਥ ਲਾਉਂਦੇ ਸੀਗੇ। ਤੇ ਹੁਣ ਕਿੱਡਾ ਵੀ ਵਧੀਆ ਚੰਗਾ ਇਨਸਾਨ ਲੰਘਦਾ ਤਾਂ ਉਹ ਕੀ ਹੈ ਹਾਲਾਤ ਲੋਕਾਂ ਦੇ, ਆਪਾਂ ਚੰਗੀ ਤਰ੍ਹਾਂ ਜਾਣਦਾ, ਦੱਸਣ ਦੀ ਲੋੜ ਨਹੀਂ ਹੈ। ਬਿਲਕੁਲ ਜੀ। ਕੀ ਕਾਰਨ ਲੱਗਦਾ ਤੁਹਾਨੂੰ? ਮੈਨੂੰ ਲੱਗਦਾ ਨਵੀਂ ਜਨਰੇਸ਼ਨ ਜਿਹੜੀ ਆ ਉਹਦੇ ਵਿੱਚੋਂ ਅਦਬ ਸਤਿਕਾਰ, ਜਿੱਦਾਂ ਸਿਆਣਿਆਂ ਦਾ ਜੋ ਸਤਿਕਾਰ ਸੀਗਾ ਉਹ ਜਾਂਦਾ ਲੱਗਾ ਆ, ਹਨਾ। ਕੋਈ ਉਹਨਾਂ ਦੇ ਅੰਦਰ ਜਿਹੜੀ ਹਉਮੈ ਆ, ਜਿੱਦਾਂ ਨਾ ਪਤਾ ਨਹੀਂ ਜਿਹੜੀ ਹਉਮੈ ਦੇ ਵਿੱਚ ਮਤਲਬ ਤੁਰੇ ਫਿਰਦੇ ਆ, ਜਿੱਦਾਂ ਇਹ ਪਿਆਰ ਸਤਿਕਾਰ, ਜਿੱਦਾਂ ਪਹਿਲੋਂ ਸਕੂਲ ਦੇ ਅੰਦਰ ਵੀ ਜਾਂਦੇ ਹੁੰਦੇ ਸੀ ਤੇ ਟੀਚਰ ਦਾ ਇੰਨਾ ਡਰ ਹੁੰਦਾ ਸੀਗਾ ਸਟੂਡੈਂਟਾਂ ਦੇ ਅੰਦਰ ਵੀ ਜਦੋਂ ਵੀ ਟੀਚਰ ਆਉਂਦਾ ਉਹਨੂੰ ਬੁਲਾਉਣਾ, ਉਹਨਾਂ ਦਾ ਸਾਈਕਲ ਫੜ ਕੇ ਨਾਲ ਅੰਦਰ ਤੱਕ ਲੈ ਕੇ ਆਉਣਾ, ਛੱਡ ਕੇ ਜਾਣਾ, ਹਨਾ। ਬੜਾ ਮਤਲਬ ਮਾਪਿਆਂ ਨਾਲੋਂ ਵੀ ਜ਼ਿਆਦਾ ਸਤਿਕਾਰ ਟੀਚਰ ਨੂੰ ਦਿੱਤਾ ਜਾਂਦਾ ਸੀਗਾ, ਜਿਹਨੇ ਸੇਧ ਦੇਣੀ ਹੁੰਦੀ ਸੀ। ਸਮਝ ਲਓ ਸਾਡਾ ਗੁਰੂ ਹੁੰਦਾ ਸੀਗਾ, ਜਿਹਨੇ ਸਾਨੂੰ ਸਿੱਧੇ ਰਸਤੇ ਦੇ ਉੱਤੇ ਪਾਉਣਾ ਹੁੰਦਾ ਸੀਗਾ। ਅੱਜ ਉਹ ਸਾਰਾ ਕੁਝ ਅਲੋਪ ਹੀ ਹੋ ਗਿਆ ਆ। ਬਿਲਕੁਲ ਬਿਲਕੁਲ। ਇਹ ਜਿੱਥੇ ਇਹ ਆਪਾਂ ਜੇ ਗੱਲ ਕਰੀਏ, ਇਹਦੇ ਨਾਲ ਜੁੜਦੀ ਗੱਲ ਰਾਜਨੀਤੀ ਦੀ ਵੀ, ਹਾਂਜੀ ਹਾਂਜੀ। ਉਹ ਇਹ ਕਿ ਪਿੰਡ ਦਾ ਮੰਨ ਲਓ ਸਰਪੰਚ ਹੈ, ਪੰਚ ਹੈ, ਪਿੰਡ ਦਾ ਚਾਹੇ ਲੰਬੜਦਾਰ ਹੈ, ਹਾਂਜੀ ਉਹ ਆਪਣੇ ਘਰ ਦੇ ਕੰਮ ਛੱਡ ਕੇ, ਹਾਂਜੀ ਆਪਣੀਆਂ ਖੁਸ਼ੀਆਂ ਨੂੰ ਤਿਆਗ ਕੇ, ਹਾਂਜੀ ਆਪਣੇ ਪਰਿਵਾਰ ਨਾਲ ਸਮਾਂ ਜਿਹੜਾ ਬਿਤਾਉਣਾ ਹੁੰਦਾ ਉਸ ਸਮੇਂ ਨੂੰ ਮੈਨੇਜ ਕਰਕੇ, ਹਾਂਜੀ ਆਪਣੇ ਰਿਸ਼ਤੇਦਾਰੀ, ਆਪਣੇ ਘਰ ਨੂੰ ਡਿਵੈਲਪ ਕਰਨ ਵਾਲਾ, ਘਰ ਨੂੰ ਵਿਕਾਸ ਤੇ ਰੀਹਾਂ ਤੇ ਲਿਜਾਣ ਵਾਲਾ ਜਿਹੜਾ ਸਮਾਂ ਆ ਹਾਂਜੀ ਉਹ ਪਿੰਡ ਵਾਸਤੇ ਦਿੰਦਾ। ਹਾਂਜੀ ਹਾਂਜੀ ਪਰ ਸਰਪੰਚਾਂ, ਪੰਚਾਂ, ਲੰਬੜ ਜਿਹੜੇ ਦੇਖੋ ਉਹ ਵੀ ਪ੍ਰਮੁੱਖ ਨੇ ਪਿੰਡ ਦੇ, ਹਾਂਜੀ ਕਿਉਂਕਿ ਉਹ ਆਪਣੀ ਲਾਈਫ ਦਾ ਸਮਾਂ ਪਿੰਡ ਨੂੰ ਦੇ ਰਹੇ ਨੇ। ਜੀ। ਉਹਨਾਂ ਦਾ ਸਤਿਕਾਰ ਵੀ ਬਣਦਾ ਕਰਨਾ ਚਾਹੀਦਾ ਹੈ, ਪਰ ਨਹੀਂ ਹੋ ਰਿਹਾ। ਸਤਿਕਾਰ ਇਸ ਕਰਕੇ ਨਹੀਂ ਹੋ ਰਿਹਾ ਜੀ, ਜੇ ਅੱਜ ਕੋਈ ਅਹੁਦੇਦਾਰ ਕੋਈ ਹੈ, ਕਿਸੇ ਜ਼ਿੰਮੇਵਾਰ, ਮਤਲਬ ਚਾਹੇ ਕੋਈ ਮਿਨਿਸਟਰ ਹੈ, ਚਾਹੇ ਕੋਈ ਪੰਚ ਸਰਪੰਚ ਵੀ ਆ, ਜ਼ਿਆਦਾਤਰ ਆਪਾਂ ਇਹ ਦੇਖਦੇ ਹਾਂ ਵੀ ਸਿਰਫ ਆਪਣੀ ਵਡੱਤ ਵਧਾਉਣ ਦੇ ਲਈ, ਸਿਰਫ ਆਪਣਾ ਦਬਦਬਾ ਬਣਾਉਣ ਦੇ ਲਈ ਜੇ ਪੰਚੀ ਸਰਪੰਚੀ ਜਾਂ ਕੋਈ ਜਿਹੜੇ ਆ ਮੰਤਰੀ ਦਾ ਅਹੁਦਾ ਲਿਆ ਜਾਂਦਾ ਆ, ਹਨਾ, ਤਾਂ ਕਿ ਆਪਣਾ ਸਮਾਜ ਦੇ ਅੰਦਰ ਦਬਦਬਾ ਰੱਖ ਸਕੀਏ ਅਸੀਂ,
ਹਨਾ। ਇਹ ਜ਼ਿੰਮੇਵਾਰੀਆਂ ਨਹੀਂ ਸਮਝੇ ਵੀ ਇੱਕ ਸਰਪੰਚ ਦੀਆਂ ਜਾਂ ਇੱਕ ਮੁੱਖ ਮੰਤਰੀ ਦੀਆਂ ਜਾਂ ਇੱਕ ਮੰਤਰੀ ਜਾਂ PM ਦੀਆਂ ਕੀ ਜ਼ਿੰਮੇਵਾਰੀਆਂ ਕੀ ਹੁੰਦੀਆਂ ਆ, ਉਹਨਾਂ ਨੂੰ ਬਾਖੂਬੀ ਨਿਭਾਉਣਾ, ਹਨਾ। ਜੇ ਤੁਸੀਂ ਸਮਾਜ ਸੇਵਾ ਦੇ ਲਈ ਉਤਸੁਕਤ ਹੋ, ਤੁਸੀਂ ਚਾਹੁੰਦੇ ਹੋ ਵੀ ਅਸੀਂ ਸਮਾਜ ਦੀ ਸੇਵਾ ਕਰਨੀ ਹੈ, ਤਾਂ ਸਾਨੂੰ ਚਾਹੀਦਾ ਆ ਉਹ ਜ਼ਿੰਮੇਵਾਰੀਆਂ ਤੋਂ ਪਾਸੇ ਨਾ ਹਟੀਏ, ਤਾਂ ਕਿ ਜੇ ਅਸੀਂ ਵਧੀਆ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਸਮਝ ਕੇ ਉਹ ਕੰਮ ਕਰੀਏ ਤਾਂ ਲੋਕਾਂ ਦੇ ਦਿਲਾਂ ਦੇ ਵਿੱਚ ਇਹੋ ਜਿਹਾ ਮੁਕਾਮ ਬਣਾਈਏ, ਇਹੋ ਜਿਹਾ ਥਾਂ ਬਣਾਈਏ, ਤਾਂ ਕਿ ਤੁਹਾਨੂੰ ਆਉਂਦੇ ਜਾਂਦੇ ਤੁਹਾਨੂੰ ਤੁਹਾਡੇ ਤੋਂ ਬਾਅਦ 'ਚ ਵੀ ਉਹ ਯਾਦ ਕਰਨ, ਇਹੋ ਜਿਹੇ ਕੰਮ ਕਰਕੇ ਇਹਦਾ ਜਾਣਾ। ਮਤਲਬ ਉਹ ਕਿਤੇ ਨਾ ਕਿਤੇ ਆਪਸੀ ਜਿਹੜਾ ਆ ਉਹ ਤਾਲਮੇਲ ਗਾਇਬ ਹੈ, ਗਾਇਬ ਹੀ ਆ ਜੀ, ਹਨਾ। ਲੋਕਾਂ ਨੂੰ ਸਮਝਾ ਨਹੀਂ ਸਕੇ ਵੀ ਅਸੀਂ ਆਪਣੇ ਸਮੇਂ ਦੇ ਵਿੱਚੋਂ, ਆਪਣੀ ਲਾਈਫ ਦੇ ਸਮੇਂ ਦੇ ਵਿੱਚੋਂ ਤੁਹਾਡੇ ਵਾਸਤੇ ਸਮਾਂ ਦੇ ਰਹੇ ਹਾਂ, ਹਾਂਜੀ ਆਪਣੇ ਪਰਿਵਾਰ ਨੂੰ ਸਮਾਂ ਜਿਹੜਾ ਦੇਣਾ ਸੀ ਉਹ ਹਾਂਜੀ। ਅਸੀਂ ਤੁਹਾਨੂੰ ਦੇ ਰਹੇ ਹਾਂ। ਵਿਕਾਸ ਅਸੀਂ ਘਰ ਦਾ ਕਰਨਾ ਸੀ, ਅਸੀਂ ਪਿੰਡ ਦਾ ਕਰ ਰਹੇ। ਹਾਂਜੀ। ਕਿਤੇ ਨਾ ਕਿਤੇ ਇਹ ਗੈਪ ਹੈ, ਇਹ ਗੈਪ ਦੂਰ ਹੋਣਾ ਚਾਹੀਦਾ, ਹਾਂਜੀ। ਜਿਹਦੇ ਕਰਕੇ ਇਹ ਜਿਹੜੇ ਜ਼ਿੰਮੇਵਾਰੀ ਨਿਭਾ ਰਹੇ ਨੇ ਲੋਕ, ਉਹਨਾਂ ਦਾ ਮਾਣ ਸਤਿਕਾਰ ਬਣੇ ਤੇ ਹਾਂਜੀ, ਲੋਕਾਂ ਨੂੰ ਉਹਨਾਂ ਤੇ ਭਰੋਸਾ ਹੋਵੇ ਭਰੋਸਾ ਹੋਵੇ ਵੀ ਇਹ ਸਾਡੇ ਪਿੰਡ ਵਾਸਤੇ, ਹਾਂਜੀ। ਇਲਾਕੇ ਵਾਸਤੇ, ਹਲਕੇ ਵਾਸਤੇ ਤੇ ਦੇਸ਼ ਵਾਸਤੇ ਕਰ ਰਹੇ ਨੇ। ਹਾਂਜੀ ਹਾਂਜੀ ਤੇ ਦੂਜੀ ਗੱਲ, ਇਹ ਵਿਰਕ ਸਾਹਿਬ ਤੁਸੀਂ ਅਫਰੀਕਾ ਦੇ ਵਿੱਚ ਪਹਿਲੋਂ ਵੀ ਜਾ ਕੇ ਆਏ ਹੋ, ਹਾਂਜੀ ਹਾਂਜੀ ਤੇ ਬੜੀ ਖੁਸ਼ੀ ਦੀ ਗੱਲ ਹੈ। ਵੈਸੇ ਵਿਦੇਸ਼ ਜਾਣ ਵੇਲੇ ਜਦੋਂ ਕੋਈ ਬੱਚਾ ਵਿਦੇਸ਼ ਜਾਂਦਾ ਹਾਂਜੀ। ਜਾਂ ਦੇਸ਼ ਦੇ ਲੋਕ ਵਿਦੇਸ਼ ਜਾਂਦੇ ਨੇ ਜੀ, ਤੇ ਲੋਕ ਬੜੀਆਂ ਵਧਾਈਆਂ ਦਿੰਦੇ ਨੇ, ਹਾਂਜੀ ਹਾਂਜੀ ਹਨਾ, ਵੀ ਬੱਲੇ ਬਈ ਸਾਡਾ ਮੁੰਡੇ ਨੇ ਆਈਲੈਟ ਕਰ ਲਈ, ਵੀ ਸਾਡੀ ਹਾਂਜੀ। ਕੁੜੀ ਨੇ ਆਈਲੈਟ ਕਰ ਲਈ। ਹੁਣ ਆਸਟ੍ਰੇਲੀਆ, ਇਟਲੀ, ਇੱਕ ਵੱਖ-ਵੱਖ ਮੁਲਕਾਂ ਦੇ, ਵੱਡੇ ਮੁਲਕਾਂ ਦੇ, ਯੂਰਪ ਦੇ ਨਾਮ ਲੈ ਕੇ ਉਹ ਨਾਂ ਲੈਣਗੇ, ਹਾਂਜੀ ਤੇ ਉੱਥੇ ਲੋਕ ਵਧਾਈਆਂ ਦਿੰਦੇ ਹੁੰਦੇ ਨੇ, ਹਾਂਜੀ ਹਨਾ। ਜੀ ਤੇ ਜੀ, ਮੇਰੇ ਮਨ 'ਚ ਕੁਝ ਹੋਰ ਹੁੰਦਾ। ਇੱਕ ਹਾਂਜੀ। ਵਾਰੀ ਸਾਡੇ ਹਲਕੇ ਦੇ ਕਿਸੇ ਖਾਸ ਵਿਅਕਤੀ ਨੇ ਮੇਰੀ ਹਾਜ਼ਰੀ ਦੇ ਵਿੱਚ ਵਧਾਈਆਂ ਦਿੱਤੀਆਂ ਵੀ ਤੁਹਾਡੀ ਲੜਕੀ ਨੇ ਆਈਲੈਟਸ ਕਰ ਲਈ ਆ, ਵੀ ਹੁਣ ਉਹਨੇ ਚੱਲ ਜਾਣਾ ਆ, ਵੀ ਤੁਹਾਨੂੰ ਮੁਬਾਰਕਾਂ। ਹੂੰ। ਉਹ ਫੋਨ ਕੱਟਣ ਤੋਂ ਬਾਅਦ ਮੈਂ ਉਹਦੀ ਜਿਹੜੀ ਕੁੱਤੇਖਾਨੀ ਕੀਤੀ, ਬਣਦੀ ਸੀ ਜੀ, ਉਹ ਇਸ ਕਰਕੇ ਕਿ ਦੇਸ਼ ਦੇ ਵਿੱਚ ਤੁਸੀਂ ਰੁਜ਼ਗਾਰ ਨਹੀਂ ਬੱਚਿਆਂ ਨੂੰ ਦੇ ਸਕੇ, ਸਿਸਟਮ ਹੀ ਇੱਥੇ ਦਾ ਬਹੁਤ ਗੰਦਾ ਜੀ, ਸਿਸਟਮ ਨਹੀਂ ਅੱਛਾ ਦੇ ਸਕੇ, ਤਾਂ ਹੀ ਤਾਂ ਤਦ ਵਿਦੇਸ਼ਾਂ ਨੂੰ ਜਾਣਾ ਇੱਥੋਂ ਪਿਆ। ਮਜਬੂਰ ਹੋ ਕੇ ਹੀ ਜਾ ਰਹੇ ਨੇ ਜੀ ਜੀ ਸਭ ਬਿਲਕੁਲ ਲੋਕ। ਜੀ ਕਿਸੇ ਬਿਲਕੁਲ, ਦਾ ਜੀ ਨਹੀਂ ਕਰਦਾ ਹਾਂਜੀ ਕਿ 20 ਲੱਖ 25 ਲੱਖ 30 ਲੱਖ ਰੁਪਈਆ ਲਾ ਕੇ ਮੈਂ ਆਪਣਾ ਘਰ ਛੱਡਾਂ, ਹਾਂਜੀ ਆਪਣਾ ਦੇਸ਼ ਛੱਡਾਂ, ਆਪਣਾ ਹਾਂਜੀ। ਵਤਨ ਛੱਡਾਂ। ਜੀ। ਇਹ ਗੱਲ ਪੱਕੀ ਹੈ, ਪੱਥਰ ਤੇ ਲਕੀਰ ਹੈ, ਕਿ ਜਿਹੜੇ ਇਸ ਵੇਲੇ ਇੱਥੋਂ ਵਿਦੇਸ਼ ਬੱਚੇ ਜਾ ਰਹੇ ਨੇ ਉਹਨਾਂ ਨੇ ਵਾਪਸ ਨਹੀਂ ਆਉਣਾ, ਜੀ ਕਿਉਂਕਿ ਦੇਸ਼ ਦਾ ਸਿਸਟਮ, ਇਹ ਦੇਸ਼ ਦੇ ਲੀਡਰ ਜਿਹੜੇ ਨੇ, ਜਿਹੜੇ ਜਿਸ ਲੀਡਰ ਨੇ ਵਧਾਈਆਂ ਦਿੰਦੇ ਨੇ, ਦੇਖੋ ਹਾਂਜੀ। ਇਹ ਨਹੀਂ ਸੋਚਦੇ ਵੀ ਸਾਡੀ ਕਮੀ ਕਰਕੇ ਜਾ ਰਹੇ ਨੇ, ਹਾਂਜੀ ਹਾਂਜੀ ਵੀ ਸਾਡੇ ਕੋਲੋਂ ਇਹਨਾਂ ਨੂੰ ਸਿਸਟਮ ਨਹੀਂ ਦਿੱਤਾ ਗਿਆ, ਸਾਡੇ ਕੋਲੋਂ ਰੁਜ਼ਗਾਰ ਨਹੀਂ ਦਿੱਤਾ ਗਿਆ, ਜੀ। ਸਾਡੇ ਕੋਲੋਂ ਇੱਥੇ ਦਾ ਜਿਹੜਾ ਕਾਇਦਾ ਕਾਨੂੰਨ ਆ ਉਹ ਅੱਛਾ ਨਹੀਂ ਬਣਾਇਆ ਗਿਆ। ਇਸ ਕਰਕੇ ਦੇਸ਼ ਦੇ ਲੋਕ ਜਿਹੜੇ ਨੇ ਉਹ ਇਸ ਦੇਸ਼ ਨੂੰ ਛੱਡ ਕੇ, ਦੇਸ਼ ਨਿਕਾਲਾ ਲੈ ਕੇ ਇਹ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ। ਤੇ ਮੈਂ ਵੀ ਤੁਹਾਨੂੰ ਵਾਲਾ ਅੱਛੇ ਮੂਡ ਦੇ ਵਿੱਚ ਵਧਾਈ ਤਾਂ ਨਹੀਂ ਦੇਣੀ ਚਾਹਨਾ ਕਿ ਤੁਸੀਂ ਉੱਥੇ ਜਾ ਰਹੇ ਹੋ, ਅਫਰੀਕਾ ਦੇ ਵਿੱਚ ਵਿਦੇਸ਼ ਜਾ ਰਹੇ ਹੋ, ਪਰ ਫਿਰ ਵੀ ਇਸ ਦੇਸ਼ ਦੇ ਪੇੜੇ ਸਿਸਟਮ ਤੋਂ ਕੁਝ ਸਮਾਂ ਤੁਸੀਂ ਆਪਣਾ ਉੱਥੇ ਅੱਛੀ ਜ਼ਿੰਦਗੀ ਬਤੀਤ ਕਰੋਗੇ, ਇੱਥੇ ਨਾਲੋਂ 4 ਪੈਸੇ ਵੱਧ ਕਮਾਓਗੇ, ਜੀ ਤਾਂ ਬਿਲਕੁਲ। ਆਪਣੇ ਪਰਿਵਾਰ ਦੇ ਵਿੱਚ ਹੋਰ ਅੱਛੇ ਤਰੀਕੇ ਨਾਲ ਟਾਈਮ ਜਿਹੜਾ ਗੁਜ਼ਾਰੋਗੇ। ਜੀ। ਇਸ ਕਰਕੇ ਥੋੜਾ ਜਿਹਾ ਮੈਨੂੰ ਮਹਿਸੂਸ ਵੀ ਮੈਂ ਕਰ ਰਿਹਾ, ਚਲੋ ਘੁੰਮਣ ਫਿਰਨ ਦੇ ਜ਼ਰੀਏ ਜਾਂ ਟੂਰ ਦੇ ਜ਼ਰੀਏ, ਜਾਂ ਤੁਸੀਂ ਚਲੋ ਆਉਣ ਵਾਲੇ ਸਮੇਂ 'ਚ 4 ਪੈਸੇ ਕਮਾ ਕੇ ਲਿਆਓਗੇ, ਜੀ। ਪਰ ਆਪਣੇ ਪਰਿਵਾਰ ਨੂੰ ਛੱਡਣ ਦਾ ਜੀ ਕਿਸੇ ਦਾ ਨਹੀਂ ਕਰਦਾ। ਨਹੀਂ ਜੀ ਤਾਂ ਨਹੀਂ ਕਰਦਾ ਜੀ, ਪਰ ਆਪਾਂ ਨੂੰ ਇਹ ਪਤਾ ਵੀ ਸਾਡੇ ਦੇਸ਼ ਦਾ ਸਿਸਟਮ ਇੰਨਾ ਗੰਦਾ ਹੋ ਚੁੱਕਾ ਆ, ਮਿਨਿਸਟਰੀ ਜਿਹੜੀ ਆ ਉਹ ਸਮਝ ਹੀ ਨਹੀਂ ਰਹੀ ਹੈਗੀ। ਅੱਜ 72 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆ, ਜੀ ਤੁਸੀਂ ਦੇਖੋ ਦੇਸ਼ ਦੀ ਅਰਥ ਵਿਵਸਥਾ ਜਿਹੜੀ ਆ ਦਿਨੋਂ ਦਿਨ ਥੱਲੇ ਜਾਂਦੀ ਜਾ ਰਹੀ ਆ। ਜਿਹੜੇ ਮੰਤਰੀ ਇੱਥੋਂ ਵਿਦੇਸ਼ਾਂ ਦੇ ਵਿੱਚ ਜਾ ਕੇ ਆਉਂਦੇ ਆ, ਦੌਰੇ ਕਰਕੇ ਆਉਂਦੇ ਆ, ਉੱਥੇ ਇਹ ਕੀ ਜਾ ਕੇ ਦੇਖਦੇ ਆ? ਉੱਥੇ ਜੇ ਸਿਸਟਮ ਦੇਖਦੇ ਆ, ਇੱਥੇ ਤਾਂ ਤੇ ਉੱਥੇ ਤਾਂ ਕੋਹਾਂ ਦਾ ਫਰਕ ਆ। ਇਹਨੀ ਕਦੀ ਜ਼ਰੂਰਤ ਹੀ ਨਹੀਂ ਸਮਝੀ ਵੀ ਅਸੀਂ ਵੀ ਉਹਦੇ ਵਰਗਾ ਇਹਨੂੰ ਕਰੀਏ, ਹੈਨਾ। ਤੇ ਇਹ ਤਾਂ ਮੈਨੂੰ ਲੱਗਦਾ ਇੱਥੋਂ ਜੋ ਵਡਾਂਗਾ ਕੀਤਾ ਹੁੰਦਾ, ਜੋ ਪੈਸਾ ਖਾਧਾ ਪੀਤਾ ਹੁੰਦਾ ਆ, ਉੱਥੇ ਵਿਦੇਸ਼ਾਂ ਵਿੱਚ ਜਮ੍ਹਾਂ ਕਰਾ ਕੇ ਆਉਂਦੇ ਆ, ਤੇ ਉੱਥੋਂ ਫੰਡ ਲੈਣ ਜਾਂਦੇ ਆ। ਉੱਥੋਂ ਫੰਡ ਲੈ ਕੇ ਆਉਂਦੇ ਆ ਜੀ, ਅਸੀਂ ਉੱਥੇ ਆ ਕਰੋਨਾ ਦੇ ਲਈ ਆਹ ਕੁਛ ਕਰਨਾ ਹੈ, ਅਸੀਂ ਆਹ ਕੁਛ ਕਰਨਾ ਆ, ਤੇ ਉਹਨਾਂ ਦੇ ਮੋਹਰੇ ਲੇਲੜੀਆਂ ਕੱਢਦੇ ਆ। ਜੇ ਸਾਡਾ ਸਿਸਟਮ ਹੀ ਠੀਕ ਹੋਵੇ, ਜੋ ਜਿਹਦੇ ਲਈ ਫੰਡ ਰੱਖਿਆ ਗਿਆ, ਜਿਹਦੇ ਲਈ ਪੈਸਾ ਰੱਖਿਆ ਗਿਆ, ਉਹਦੇ ਉੱਤੇ ਲੱਗ ਜਾਵੇ, ਮੈਂ ਕਹਿੰਦਾ ਇਹ ਦੇਸ਼ ਦੀ ਹਾਲਤ ਵੀ ਵਧੀਆ ਹੋ ਸਕਦੀ ਆ, ਕਿਸੇ ਨੂੰ ਵਿਦੇਸ਼ ਜਾਣ ਦੀ ਲੋੜ ਹੀ ਨਹੀਂ। ਤੁਸੀਂ ਦੇਖੋ ਸਾਊਥ ਅਫਰੀਕਾ ਦੇ ਵਿੱਚ ਹੈ, ਈਸਟ ਅਫਰੀਕਾ ਦੇ ਵਿੱਚ, ਤਨਜ਼ਾਨੀਆ ਦੇ ਵਿੱਚ ਹੈ, ਮੈਂ ਦੇਖਦਾ ਉੱਥੇ ਰੋਡ ਬਿਲਕੁਲ ਐਨ ਕਲੀਨ ਨੇ। ਇੱਥੇ ਨੈਸ਼ਨਲ ਹਾਈਵੇ ਦੇ ਉੱਤੇ ਮੈਂ ਦੇਖਦਾ ਆ, ਪਤਾ ਨਹੀਂ ਕਿੰਨਾ ਕੁ ਕਚਰਾ ਉੱਥੇ ਪਿਆ ਆ, ਪਤਾ ਨਹੀਂ ਕਦੋਂ ਦਾ ਪਿਆ ਆ। ਉੱਥੇ ਵੀ ਮੁੜ ਕੇ ਡੈਗ ਕੇ ਦੁਆਰਾ ਬੂਟੇ ਜੰਮੇ ਹੋ ਆ, ਕਦੀ ਕਿਸੇ ਨੂੰ ਚੱਕਣ ਦੀ ਜ਼ਰੂਰਤ ਹੀ ਨਹੀਂ ਸਮਝੀ ਹੈਗੀ। ਖੱਡੇ ਪਤਾ ਨਹੀਂ ਕਿੱਥੇ ਅਚਾਨਕ ਆ ਜਾਣ, ਹੈਨਾ। ਤੇ ਉੱਥੇ ਦਾ ਸਿਸਟਮ ਇੰਨਾ ਵਧੀਆ ਆ, ਸਾਡੇ ਨਾਲੋਂ 30 ਗੁਣਾ ਥੱਲੇ ਮੁਲਕ ਹੈ, ਪਰ ਜਿਹੜਾ ਡਿਸਪਲਿਨ ਆ ਸਾਡੇ ਨਾਲੋਂ 30 ਗੁਣਾ ਕੀ ਬਹੁਤ ਜ਼ਿਆਦਾ ਉੱਤੇ ਆ।
ਬਿਲਕੁਲ ਜੀ, ਇੱਥੇ ਗੱਲ ਕਰੀਏ ਜਿਹੜਾ ਅਫਰੀਕਾ ਹੈ, ਸਾਡੇ ਵਿਸ਼ਵ ਦਾ ਜਿਹੜਾ ਹਿੱਸਾ ਹੈ, ਸਾਡਾ ਇੱਕ ਦੇਸ਼ ਦਾ ਹਿੱਸਾ ਜਿਹੜਾ ਆ ਉਹ ਅਫਰੀਕਾ, ਉਸ ਦੇਸ਼ ਦੇ ਵਿੱਚ ਵਿਰਕ ਸਾਹਿਬ ਜਾ ਕੇ ਆਏ ਨੇ। ਉਹ ਦੇਸ਼ ਸਾਡੇ ਭਾਰਤ ਦੇ ਨਾਲੋਂ 30 ਗੁਣਾ ਪਿੱਛੇ ਹੈ, ਗਰੀਬ ਹੈ, ਕਰੰਸੀ ਪਿੱਛੇ ਹੈ, ਪਰ ਉੱਥੋਂ ਦਾ ਜਿਹੜਾ ਸਿਸਟਮ ਹੈ ਇਹ ਵਿਰਕ ਸਾਹਿਬ ਦੇਖ ਕੇ ਆਏ ਨੇ। ਪਹਿਲੋਂ ਵੀ ਅਸੀਂ ਗੱਲਾਂ ਕਰਦੇ ਰਹਿੰਦੇ ਹਾਂ ਕਿ ਉੱਥੋਂ ਦਾ ਕਾਇਦਾ ਕਾਨੂੰਨ, ਇੱਕ ਦੂਜੇ ਦਾ ਮਾਣ ਸਤਿਕਾਰ, ਉੱਥੋਂ ਦੀ ਸਫਾਈ, ਉੱਥੋਂ ਕੁਦਰਤ ਨਾਲ ਜੁੜਨਾ, ਉੱਥੋਂ ਵਿਗਿਆਨ ਨਾਲ ਜੁੜਨਾ, ਉਹ ਵਿਰਕ ਸਾਹਿਬ ਆਪ ਵੀ ਦੱਸਣਗੇ। ਤੇ ਉਹ ਇੰਨਾ ਅੱਛਾ ਹੈ ਕਿ ਵਿਰਕ ਸਾਹਿਬ ਦੁਬਾਰਾ ਦੇਖਣ ਜਾ ਰਹੇ ਨੇ ਉੱਥੇ ਨੂੰ। ਗੁੜਾ ਜੀ ਉੱਥੇ ਦੇਖੋ ਕੁਦਰਤੀ ਆਹਾਰ ਇੰਨੇ ਨੇ, ਕੁਦਰਤ ਨੇ ਸਾਡੇ ਲਈ ਮਤਲਬ ਵੰਨ-ਸਵੰਨੀਆਂ ਜਿੱਦਾਂ ਚੀਜ਼ਾਂ ਬਹੁਤ ਦਿੱਤੀਆਂ ਆ। ਸਾਡੇ ਤਾਂ ਇੱਥੇ ਆ ਪਤਾ ਨਹੀਂ ਕਾਹਦੇ ਕਰਕੇ ਜ਼ਹਿਰਾਂ ਦਾ ਸਪਰੇਅ, ਜ਼ਹਿਰਾਂ ਹੀ ਵਰਤ ਰਹੇ ਆ ਤਾਂ ਜ਼ਹਿਰਾਂ ਹੀ ਖਾ ਰਹੇ ਆ ਅਸੀਂ ਖਾਣੇ ਦੇ ਵਿੱਚ ਰੂਪ ਦੇ ਵਿੱਚ, ਜਿਹਦੇ ਨਾਲ ਆ ਜੋ ਹਾਰਟ ਅਟੈਕ ਵਾਲੀਆਂ ਜਾਂ ਕੈਂਸਰ ਦੀਆਂ ਸਾਰੀਆਂ ਬਿਮਾਰੀਆਂ ਲੱਗਣ ਦਾ ਕਾਰਨ ਹੀ ਇਹ ਆ, ਕਿਉਂਕਿ ਸਾਡੀਆਂ ਜੋ ਸਰਕਾਰਾਂ ਆ ਇਹ ਤਾਂ ਆਪ ਖੁਦ ਜਿਹੜੀਆਂ ਆ ਉਹ ਲਿਬੜੀਆਂ ਪਈਆਂ, ਤਾਂ ਕਿਸੇ ਨੂੰ ਕੀ ਇਹ ਸੇਧ ਦੇਣਗੀਆਂ? ਨਹੀਂ, ਉਹ ਲਿਬੜੀਆਂ ਕਿੱਦਾਂ ਪਈਆਂ? ਮਤਲਬ ਲਿਬੜੀਆਂ ਇਹ ਪਈਆਂ ਆ, ਉਹ ਕਿਸੇ ਨੂੰ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਜੇ ਆ ਜੋ ਮਰਜ਼ੀ ਹੋਈ ਜਾਂਦਾ ਹੈ, ਇਹਨਾਂ ਨੂੰ ਪਤਾ ਹੀ ਕੋਈ ਨਹੀਂ ਹੈਗਾ। ਉਹ ਜਿਹੜੀ ਸਪਰੇਅ ਹੈ ਉੱਤੇ ਕੋਈ ਕੰਟਰੋਲ ਨਹੀਂ, ਤੇ ਸਪਰੇਅ ਵਾਲੀਆਂ ਇੰਡਸਟਰੀ ਵੀ ਇਹਨਾਂ ਦੀ ਆ, ਇਹਨਾਂ ਦੀਆਂ ਹੀ ਆ। ਇੱਥੋਂ ਬੀਫ ਜਿੰਨਾ ਜਾਂਦਾ ਆ, ਉਹ ਦੇਖੋ ਇੱਥੇ ਹੁਣ ਜਿੱਦਾਂ ਤੁਸੀਂ ਇਹ ਦੇਖ ਲਓ ਅੱਜ ਕਿੰਨੀ ਪਾਬੰਦੀ ਲਾਈ ਹੋਈ, ਕਿੰਨੀ ਮਾਨਤਾ ਦਿੱਤੀ ਹੋਈ ਇਹਨਾਂ ਨੇ ਵੀ ਗਾਂ ਨੂੰ ਬੜਾ ਮਾਂ ਦਾ ਦਰਜਾ ਦਿੱਤਾ ਆ, ਹਨਾ। ਸਭ ਤੋਂ ਜ਼ਿਆਦਾ ਬੀਫ ਦੀਆਂ ਦੁਕਾਨਾਂ ਜਿਹੜੀਆਂ ਇਹ ਉਹਨਾਂ ਦੀਆਂ ਹੀ ਆ ਜਿਨ੍ਹਾਂ ਨੇ ਮਾਂ ਦਾ ਦਰਜਾ ਦਿੱਤਾ ਆ, ਵਿਦੇਸ਼ਾਂ ਦੇ ਵਿੱਚ ਉਹ ਭੇਜ ਰਹੇ ਆ ਸਭ ਤੋਂ ਜ਼ਿਆਦਾ। ਤੇ ਇੱਕ ਪਾਸੇ ਮਾਂ ਕਹਿੰਦੇ ਆ ਤੇ ਮਾਂ ਦੀ ਬੇਕਦਰੀ, ਮਾਂ ਦੀ ਬੇਕਦਰੀ, ਇੱਥੇ ਡੰਡੇ ਖਾਂਦੀਆਂ ਫਿਰਦੀਆਂ, ਲੋਕਾਂ ਦੀਆਂ ਫਸਲਾਂ ਤਬਾਹ ਕਰਦੀਆਂ ਫਿਰਦੀਆਂ ਆ, ਤੇ ਪਾਪੇ ਵੀ ਨਾਲ ਹੀ ਤੁਰੇ ਫਿਰਦੇ ਆ। ਤੇ ਉਹ ਵਿਚਾਰੀਆਂ ਕਿਵੇਂ ਕੂੜੇ ਕਰਕਟ ਤੋਂ ਲਿਫਾਫੇ ਲਿਬੜੇ ਤਿਬੜੇ ਖਾਂਦੀਆਂ ਤੇ ਬਿਮਾਰ ਹੁੰਦੀਆਂ। ਇਹ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਤਰ੍ਹਾਂ ਤਰ੍ਹਾਂ ਦੇ ਹਥਿਆਰ ਮਾਰਦੇ, ਕਿਸੇ ਦੀ ਪੂਛ ਹੈ ਨਹੀਂ, ਕਿਸੇ ਦੀ ਲੱਤ ਜ਼ਖਮੀ ਹੈ, ਉਹ ਮਾਮਾ ਨੂੰ ਸਾਂਭਦਾ ਕੋਈ ਨਹੀਂ। ਇੱਥੇ ਥਾਂ ਥਾਂ ਤੇ ਪਲਾਸਟਿਕ ਦੇ ਲਿਫਾਫੇ, ਕੋਈ ਥਾਂ ਇਹੋ ਜਿਹੀ ਨਹੀਂ ਜਿੱਥੇ ਪਲਾਸਟਿਕ ਦਾ ਲਿਫਾਫਾ ਜਾਂ ਬੋਤਲ ਨਹੀਂ ਖਿਲਰੀਆਂ ਤੁਹਾਨੂੰ ਦਿਸਣਗੀਆਂ। ਉੱਥੇ ਪਲਾਸਟਿਕ ਤੇ ਪੂਰਨ ਪਾਬੰਦੀ ਆ। ਜਦੋਂ 에ਅਰਪੋਰਟ ਦੇ ਅੰਦਰ ਐਂਟਰੀ ਹੋਏ ਤੇ ਮੈਂ ਇੱਕ ਬਕਸੇ ਦੇ ਵਿੱਚ ਕਿਤਾਬਾਂ ਬੰਨੀਆਂ ਸੀ, ਉੱਤੇ ਪਲਾਸਟਿਕ ਲਪੇਟੀ ਸੀ। ਉਹਨਾਂ ਨੇ ਕਹਿ ਦਿੱਤਾ, ਕਹਿੰਦੇ ਆਹ ਸੁਣ ਲਓ ਵਾਰਨਿੰਗ ਚੱਲ ਰਹੀ ਆ ਤੇ ਪਲਾਸਟਿਕ ਦੇ ਉੱਤੇ ਪੂਰਨ ਪਾਬੰਦੀ ਆ, ਬੈਨ ਆ, ਇਹ ਉਤਾਰ ਦਿਓ, ਨਹੀਂ ਤਾਂ ਮੈਂ ਉਤਾਰ ਦੇਵਾਂ। ਉਹਨੇ ਉਤਾਰ ਦਿੱਤੀ ਤਾਂ ਪਰੇ ਕਰ ਦਿੱਤੀ, ਕਹਿੰਦਾ ਏਦਾਂ ਹੀ ਲੈ ਕੇ ਜਾਣਾ ਤੁਸੀਂ। ਇਹਨੂੰ ਕਹਿੰਦੇ ਆ ਡਿਸਪਲਿਨ, ਇਹਨੂੰ ਕਹਿੰਦੇ ਆ ਕਾਨੂੰਨ। ਨਹੀਂ, ਕਾਨੂੰਨ ਤਾਂ ਵਿਰਕ ਸਾਹਿਬ, ਪਾਬੰਦੀ ਤਾਂ ਇੱਥੇ ਵੀ ਆ ਪਲਾਸਟਿਕ ਤੇ। ਪਲਾਸਟਿਕ ਦਾ ਲਿਫਾਫੇ ਦੇ ਵਿੱਚ ਕੋਈ ਸਮਾਨ ਲੈ ਕੇ ਜਾ ਰਿਹਾ ਉਹਦੇ ਤੇ ਪਾਬੰਦੀ ਹੈਗੀ ਆ, ਪਲਾਸਟਿਕ ਵੇਚਣ ਵਾਲੇ ਤੇ ਕੋਈ ਪਾਬੰਦੀ। ਜਿਹੜੀ ਇੰਡਸਟਰੀ ਪਲਾਸਟਿਕ ਬਣਾ ਰਹੀ ਆ ਉਹ ਥੋਕ 'ਚ ਬਣਾ ਰਹੀ ਆ ਜੀ, ਉਹ ਥੋਕ ਦੇ ਵਿੱਚ ਬਣਾ ਰਹੀ। ਇਦਾਂ ਹੀ ਜਿਹੜਾ ਨਸ਼ਾ ਹੈ, ਜੇ ਕਿਸੇ ਦੀ ਜੇਬ ਦੇ ਵਿੱਚੋਂ ਦਵਾਈ ਦੇ ਰੂਪ ਦੇ ਵਿੱਚ 1 ਗ੍ਰਾਮ ਦੇਖਿਆ ਗਿਆ, ਫੜਿਆ ਗਿਆ, ਉਹਨੂੰ ਫੜ ਕੇ ਜੇਲ੍ਹ ਭੇਜ ਦੇਣਾ ਜੀ। ਤੇ ਜਿਹੜੇ ਕਿਲੋਆਂ ਦੇ ਹਿਸਾਬ ਨਾਲ ਜਿਹੜੇ ਵੇਚਦੇ ਨੇ ਉਹਨਾਂ ਨੂੰ ਆਜ਼ਾਦੀ ਹੈ, ਉਹਨਾਂ ਨੂੰ ਸਿਕਿਉਰਿਟੀ ਦਿੱਤੀ ਕਿ ਉਹਨਾਂ ਦੇ ਘਰੇ ਮੰਤਰੀ ਸੰਤਰੀ ਆਉਂਦੇ ਜਾਂਦੇ, ਕਿਉਂਕਿ ਉਹਨਾਂ ਦੀ ਰਿਸ਼ਤੇਦਾਰੀ ਗੂੜੀ ਤੇ ਜਾਰੀ ਪੱਕੀ ਹੈ ਜੀ। ਬਿਲਕੁਲ ਜੀ, ਕਿਉਂਕਿ ਹੁਣ ਉਹ ਤਾਂ ਬੰਦਾ ਜਿਹਨੂੰ ਇਹ ਫੜਦੇ ਆ, ਜਿਹਨੂੰ ਸ਼ੋਅ ਕਰਦੇ ਆ ਨਸ਼ੇ ਕਰਦਾ, ਉਹ ਤਾਂ ਸਿਰਫ ਜ਼ਿੰਦਗੀ ਦੇ ਜਿਹੜੇ ਬਾਕੀ ਦੇ ਬਚੇ ਦਿਨ ਆ ਨਾ, ਉਹਨੂੰ ਜੀਣ ਦੇ ਲਈ ਉਹ ਨਸ਼ਾ ਖਾ ਰਿਹਾ ਹੈ, ਜਿਉਣ ਲਈ, ਹਨਾ, ਜਿਉਣ ਲਈ ਕਰ ਰਿਹਾ ਆ। ਤੇ ਜਿਨ੍ਹਾਂ ਨੇ ਉਦੋਂ ਥੱਕ ਕਮਾਉਣਾ ਸੀਗਾ ਉਹਨਾਂ ਨੇ ਪੈਸੇ ਕਮਾ ਲਏ, ਇਦਾਂ ਦੇ ਪਤਾ ਨਹੀਂ ਕਿੰਨੇ ਕੁ ਮੌਤ ਦੇ ਘਾਟ ਉਤਾਰ ਦਿੱਤੇ ਆ ਨਸ਼ਾ ਦੇ ਦੇ ਕੇ। ਤੇ ਉਹ ਜਿਉਣ ਲਈ ਮਜਬੂਰੀ ਜਿਹੜੀ ਆ, ਪਲ ਪਲ ਜਿਹੜਾ ਉਹ ਮਰ ਕੇ ਜੀ ਰਿਹਾ। ਜ਼ਿੰਮੇਵਾਰ ਵੀ ਇਹੀ ਨੇ, ਜ਼ਿੰਮੇਵਾਰ ਤਾਂ ਇਹੀ ਨੇ ਸਰਕਾਰਾਂ ਦੀ। ਜੇ ਸਰਕਾਰਾਂ ਚਾਹਣ ਤਾਂ ਇੱਕ ਦਿਨ ਦੇ ਵਿੱਚ ਨਸ਼ਾ ਬੰਦ ਹੋ ਸਕਦਾ। ਅਗਰ ਸਰਕਾਰਾਂ ਚਾਹਣ, ਅਗਰ ਇਲਾਕੇ ਦਾ ਐਮਐਲਏ ਚਾਹੇ, ਅਗਰ ਇਲਾਕੇ ਦਾ ਐਮਪੀ ਚਾਹੇ ਤਾਂ ਪੱਤਾ ਨਹੀਂ ਹਿੱਲ ਸਕਦਾ ਜੀ। ਬਿਲਕੁਲ ਜੀ, ਅਗਰ ਇੱਥੋਂ ਸੀਨੀਅਰ ਪੁਲਿਸ ਅਧਿਕਾਰੀ ਚਾਹਣ ਤਾਂ ਪੱਤਾ ਨਹੀਂ ਹਿੱਲ ਸਕਦਾ। ਪਰ ਅਫਸੋਸ ਜੇ ਹਿੱਲਦਾ, ਇੱਥੋਂ ਸਾਫ਼ ਜ਼ਾਹਰ ਹੈ ਕਿ ਇਹਨਾਂ ਦੀ ਬਦੌਲਤ ਚੱਲਦਾ, ਇਹ ਹਿੱਲਦਾ ਤੇ ਇਹਨਾਂ ਦੀ ਛਤਰ ਛਾਇਆ ਦੇ ਹੇਠ ਹਿੱਲਦਾ ਹੈ। ਗੁੜਾ ਜੀ ਦੇਖੋ, ਇੱਕ ਨਿੱਕੀ ਜਿਹੀ ਗੱਲ, ਉੱਥੇ ਹੀ ਟ੍ਰੈਫਿਕ ਵਾਲੇ ਕਰਮਚਾਰੀ ਖੜੇ ਹੁੰਦੇ ਆ ਤਾਂ ਉੱਥੋਂ ਦੀ ਪ੍ਰੈਸ਼ਰ ਹੌਰਨ ਵਜਾਉਂਦੀਆਂ ਬੱਸਾਂ, ਸਕੂਲ ਦੀਆਂ ਬੱਸਾਂ ਸਭ ਲੰਘਦੇ ਜਾਂਦੇ ਹੁੰਦੇ ਆ। ਉਹ ਇਹਨਾਂ ਨੂੰ ਕਿਉਂ ਨਹੀਂ ਸੁਣਦੇ ਜਦੋਂ ਸਾਨੂੰ ਸੁਣ ਰਹੇ ਆ? ਕਿਸੇ ਨੂੰ ਵੀ ਹਾਰਟ ਅਟੈਕ ਹੋ ਸਕਦਾ ਹੁੰਦਾ ਹੈ। ਬਿਲਕੁਲ। ਤੇ ਵਿਰਕ ਸਾਹਿਬ, ਜੇ ਕਿਤੇ ਇਹ ਵਿਚਾਰਾ ਕੋਈ ਗਰੀਬ ਮਜ਼ਦੂਰ ਇਹ ਆਪਣੇ ਮਿਸਤਰੀ ਦੇ ਨਾਲ, ਇੱਕ ਮਿਸਤਰੀ ਤੇ 2 ਮਜ਼ਦੂਰ ਬੈਠੇ ਆ, ਉਹਨਾਂ ਦੇ ਡੰਡੇ ਮਾਰ ਕੇ ਰੋਕ ਕੇ ਉਹਨਾਂ ਦੇ ਚਲਾਨ ਕਰੀ ਜਾਣੇ, ਚਲਾਨ ਵੀ ਕਰੀ ਜਾਣੇ, ਉਹਨਾਂ ਦੀ ਜੇਬ ਦੇ ਵਿੱਚੋਂ ਏਦਾਂ ਹੱਥ ਪਾ ਪੈਸੇ ਕੱਢਦੇ ਆ, ਉਹਨਾਂ ਦੇ ਮਗਰ ਦੌੜ ਕੇ ਜਾਂਦੇ ਆ, ਮੋਟਰਸਾਈਕਲ ਮਗਰ ਲਾ ਲੈਣਾ, ਉੱਥੇ ਜਾ ਕੇ ਮੋਹਰੇ ਘੇਰ ਲੈਣਾ, ਹੋਰ ਕੇ ਘੇਰ ਕੇ ਫੇਰ ਕਹਿਣਾ ਲਿਆਓ ਕਾਗਜ਼ ਦਿਖਾ ਲਓ। ਤੇ ਉਹ ਕਹਿੰਦੇ ਆ ਵੀ ਤੁਸੀਂ ਕੰਮ ਕਰਕੇ ਕਾਹਤੇ ਆਏ ਆ? ਹਾਂਜੀ, ਇਮਾਨਦਾਰੀ ਨਾਲ ਮਿਹਨਤ ਕਰਕੇ ਕਿਉਂ ਆਏ ਆ? ਵੀ ਜੇ ਕਰਕੇ ਹੀ ਆਏ ਆ ਤਾਂ ਉਹ ਜਿਹੜੇ ਪੈਸੇ ਆ ਉਹਦੇ ਵਿੱਚੋਂ ਜੇਬਾਂ ਦੇ ਵਿੱਚੋਂ ਆਪ ਪੈਸੇ ਕੱਢਦੇ ਦੇਖੇ ਅਸੀਂ। ਮੈਂ ਇੱਕ ਵਾਰ ਮੈਂ ਫਗਵਾੜੇ ਗਿਆ ਤੇ ਸਵੇਰ ਦਾ 9 ਵਜੇ ਦਾ ਵੇਲਾ, ਮੈਂ ਅੱਗੇ ਜਾਣਾ ਸੀ, ਮੈਂ ਵੈਸੇ ਜਲਦੀ ਦੇ ਵਿੱਚ ਸੀਗਾ ਤੇ ਮੇਰੇ ਨਾਲ ਹੋਰ ਵੀ ਮੇਰੇ ਸੱਜਣ ਸੀਗਾ। ਤੇ ਉਹ ਮੁੰਡਾ ਇੱਕ, ਉਹਦੇ ਹੱਥ ਦੇ ਵਿੱਚ ਕਾਗਜ਼, ਉੱਥੋਂ ਪੀਸੀਆਰ ਤਰਿਆ, ਫਗਵਾੜੇ ਦੀ ਘਟਨਾ ਆ, ਠੀਕ ਹੈ ਜੀ।
ਇਹ ਜਿੱਥੇ ਇੱਕ ਅਰਬਨ ਸਟੇਟ ਤੋਂ ਹਾਂਜੀ, ਦੁਕਾਨ ਹਾਂਜੀ। ਕਲਾਂ ਦਾ ਗੇਟ ਹੈ, ਉਸ ਉਹ ਮੋੜ ਤਾਂ ਦੇ ਬਾਲਾ ਹੀ ਕੋਲੇ। ਬਦਨਾਮ ਏਰੀਆ ਜੀ। ਉੱਥੇ ਤਾਂ ਬੰਦੇ ਹੀ ਇਹੋ ਜਿਹੇ ਖੜਦੇ ਆ ਜਿਹੜੇ ਪੁਲਿਸ ਮੁਲਾਜ਼ਮ ਆ ਨਾ, ਉਹਨਾਂ ਦੇ ਤਾਂ ਮੂੰਹ ਨੂੰ ਜਿੱਦਾਂ ਕਹਿੰਦੇ ਨੇ ਵੀ ਕੁੱਤੇ ਦੀ ਦਾੜ ਨੂੰ ਮਾਸ ਲੱਗ ਗਿਆ ਆ, ਉਹ ਹੋਇਆ ਆ। ਵੈਸੇ ਤਾਂ ਕੁੱਤੇ ਦੀ ਦਾੜ ਨੂੰ ਜਿਹੜਾ ਮਾਸ ਹੈ ਜਾਂ ਹੱਡੀ ਦਾ ਜਿਹੜਾ ਮਾਸ ਆ, ਉਹ ਇਹਨਾਂ ਦੇ ਪੱਲੇ ਤਾਂ ਕੱਲੀ ਹੱਡੀ ਰਹਿੰਦੀ ਆ। ਹੱਡੀ ਨੂੰ ਮਾਸ ਇਹਨਾਂ ਦੇ ਮੂੰਹ ਦਾ ਹੀ ਲੱਗਾ ਹੁੰਦਾ। ਉਹ ਤੋਂ ਜਿਹੜਾ ਮਾਸ ਲੈ ਕੇ ਉਹ ਤਾਂ ਸਰਕਾਰਾਂ ਦੇ ਖਜ਼ਾਨੇ 'ਚ ਚਲ ਹਾਂਜੀ, ਜਾਂਦਾ। ਹਾਂਜੀ। ਉਹ ਜਿਹੜੇ ਸਾਡੇ ਲੀਡਰ ਸ਼ੀਡਰ ਨੇ, ਉਹ ਉਹਨਾਂ ਨੇ ਬਸ। ਲਾਇਆ ਹੁੰਦਾ ਵੀ ਤੁਸੀਂ ਇੱਥੋਂ ਪੈਸੇ ਕਮਾ ਕੇ ਮਿਲੀ ਦੇਣੇ ਭੁਗਤ ਉੱਤੇ ਤੱਕ ਚੱਲਦੀ ਆ ਜੀ। ਅੱਛਾ, ਉੱਥੇ ਨਾ ਇਹ ਮੁੰਡਾ ਵਿਚਾਰੇ ਨੇ ਅੱਗੇ ਜਾਣਾ ਸੀਗਾ, ਤਾਂ ਮੋਟਰਸਾਈਕਲ ਉਹਦੇ ਕੋਲ ਖੜਾ ਤੇ ਹਾਂਜੀ। ਉਹਦੇ ਹੱਥ ਦੇ ਵਿੱਚ ਕਾਗਜ਼, ਅੱਛਾ ਜੀ। ਤੇ ਉੱਥੋਂ ਪੀਸੀਆਰ ਵਾਲੇ ਨਿਕਲੇ। ਮੈਂ ਅੰਦਾਜ਼ਾ ਲਾ ਲਿਆ ਵੀ ਇਹਦੇ ਕਾਗਜ਼ ਚੈੱਕ ਕਰਕੇ ਪੀਸੀਆਰ ਨਿਕਲ ਗਿਆ, ਤਾਂ ਉਹ ਵਿਚਾਰਾ ਆਪਣੇ ਕਾਗਜ਼ ਸਾਂਭਦਾ। ਹੂੰ। ਤੇ ਰਿਪੋਰਟਰ ਹੋਣ ਦੇ ਨਾਤੇ, ਪੱਤਰਕਾਰ ਹੋਣ ਦੇ ਨਾਤੇ ਉਹ ਸਮਝ ਜਾਈਦਾ ਛੇਤੀ ਵੀ ਕੋਈ ਨਾ ਕੋਈ ਪ੍ਰੋਬਲਮ ਹੈਗੀ ਆ। ਜੀ ਜੀ। ਮੈਂ ਉਹਨੂੰ ਪੁੱਛਿਆ, ਭਾਜੀ ਕੀ ਗੱਲ ਹੋਈ? ਕਹਿੰਦਾ ਯਾਰ ਵੀ ਮੇਰੇ ਕੋਲ ਸਾਰੇ ਕਾਗਜ਼ ਪੂਰੇ ਆ, ਹੂੰ। ਮੈਂ ਕੰਮ ਤੇ ਜਾ ਰਿਹਾ, ਮੇਰੇ ਕੋਲ ਸੀ 400 ਰੁਪਈਆ। ਅੱਛਾ। ਮੈਂ ਵਿੱਚੋਂ ਰਸਤੇ 'ਚੋਂ ਮੋਟਰਸਾਈਕਲ 'ਚ ਤੇਲ ਵੀ ਪਾਉਣਾ ਸੀ, ਹੂੰ। 400 ਦਾ 400 ਹੀ ਲੈ ਗਏ। ਓਹੋ। ਮੋਟਰਸਾਈਕਲ ਦੇ ਵਿੱਚ ਤੇਲ ਵੀ ਪਾਉਣ ਜੱਗਾ। ਤੇ ਘਰ ਕਹਿੰਦਾ ਮੇਰੀ ਮਾਂ ਬਿਮਾਰ ਵਾ, ਓਏ ਹੋਏ। ਵਾਈਫ ਮੇਰੀ ਕਹਿੰਦਾ ਪ੍ਰੈਗਨੈਂਟ ਵਾ, ਬੱਚਾ ਹੋਣ ਵਾਲਾ, ਹੂੰ। ਅੱਤ ਦਰਜੇ ਦਾ। ਕਹਿੰਦਾ ਮੈਂ ਗਰੀਬ ਵਾਂ, ਲੁਧਿਆਣੇ ਮੈਂ ਕੰਮ ਤੇ ਜਾਣਾ ਸੀਗਾ, ਤੇ ਮੈਂ ਕਹਿੰਦਾ ਹੁਣ ਮੈਨੂੰ ਇੱਥੋਂ ਵਾਪਸ ਮੁੜਨਾ ਪੈਣਾ ਵੀ ਮੇਰੇ ਮੋਟਰਸਾਈਕਲ 'ਚ ਤੇਲ ਹੈ ਨਹੀਂ। ਇਹ ਹਾਲ ਇਹ ਸਾਡੇ ਦੇਸ਼ ਦਾ ਹੈ, ਇਹ ਹਾਲ ਸਾਡੇ ਲੀਡਰਾਂ ਵੱਲੋਂ ਤਿਆਰ ਕੀਤੇ ਸਿਸਟਮ ਦਾ ਹੈ। ਇਹ ਵੈਸੇ ਇੱਥੇ ਗੱਲ ਮੈਂ ਇੱਕ ਜ਼ਰੂਰ ਕਹਿਣੀ ਚਾਹਾਂਗਾ ਵਿਰਕ ਸਾਹਿਬ, ਕਿ ਜਿਹੜੇ ਸਾਡੇ ਆਫੀਸਰ ਸਹਿਬਾਨ ਹੈਗੇ ਨੇ, ਜੀ। ਉਹ ਇਮਾਨਦਾਰ ਪੈਦਾ ਹੁੰਦੇ ਨੇ। ਹਾਂਜੀ। ਉਹਨਾਂ ਨੂੰ ਭ੍ਰਿਸ਼ਟ ਕੌਣ ਬਣਾਉਂਦੇ ਨੇ? ਸਾਡੇ ਲੀਡਰ ਬਣਾਉਂਦੇ ਨੇ ਜੀ। ਉਹਨਾਂ ਨੂੰ। ਜਦੋਂ ਕਹਿੰਦੇ ਨੇ ਕਿ ਇਹ ਇੱਥੋਂ ਪੈਸੇ ਤੁਸੀਂ ਕਮਾ ਕੇ ਸਾਨੂੰ ਦੇਣੇ ਨੇ, ਜੀ। ਤੇ ਉਹਨਾਂ ਦੀ ਮਜਬੂਰੀ ਬਣਦੀ ਨਹੀਂ। ਤੇ ਸਰਕਾਰੀ ਅਫਸਰ ਦੀ ਤਨਖਾਹ ਇੰਨੀ ਹੁੰਦੀ ਕਿ ਉਹ ਅੱਛਾ ਗੁਜ਼ਾਰਾ ਕਰ ਸਕਦੇ ਬਹੁਤ ਵਧੀਆ ਨੇ। ਗੁਜ਼ਾਰਾ ਕਰ ਸਕਦੇ ਉਹਨਾਂ ਨੂੰ ਭ੍ਰਿਸ਼ਟਾਚਾਰ ਭ੍ਰਿਸ਼ਟ ਬਣਾਉਂਦੇ ਨੇ, ਤੇ ਸਾਡੇ ਦੇਸ਼ ਦੀਆਂ ਸਰਕਾਰਾਂ ਤੇ ਦੇਸ਼ ਨੂੰ ਚਲਾਉਣ ਵਾਲੇ ਦੇਸ਼ ਦੇ ਲੀਡਰ ਉਹ ਬਣਾਉਂਦੇ ਨੇ। ਤੇ ਵੈਸੇ ਉਹਦਾ ਗੱਲ ਆਪਾਂ ਹੋਰੇ ਪਾਸੇ ਨੂੰ ਨਹੀਂ ਲੈ ਗਏ, ਭੰਡਣਾ ਨੂੰ। ਯਾਰ ਭੰਡਣਾ ਦਾ ਤਾਂ ਆਪਣਾ ਵਿਸ਼ਾ ਹੀ ਹੈ ਨਹੀਂ। ਪਰ ਆਪਣਾ ਇਹ ਵੀ ਜਿਹੜਾ- ਜ਼ਰੂਰੀ ਆ ਜੀ। ਆਪਣਾ ਜਿਹੜਾ ਦੇਸ਼ ਦੇ ਸਿਸਟਮ ਦੇ ਉੱਤੇ ਗੱਲ ਕਰਨੀ ਵੀ ਬੜੀ ਜ਼ਰੂਰੀ ਭੰਡਣਾ ਹੈ। ਨਹੀਂ ਭੰਡਣਾ ਨਹੀਂ। ਸਾਡੇ ਲੀਡਰ ਬਹੁਤ ਚੰਗੇ ਆ ਜੀ, ਸਾਡੇ ਅਫਸਰ ਬਹੁਤ ਚੰਗੇ ਆ ਜੀ। ਅਫਸਰ ਬਹੁਤ ਚੰਗੇ ਆ ਜੀ। ਦੇਖੋ ਬਹੁਤ ਚੰਗੇ, ਬਹੁਤ ਚੰਗੇ। ਹਸਪਤਾਲਾਂ ਦੇ ਵਿੱਚ ਕਿੰਨੀਆਂ ਸਹੂਲਤਾਂ ਦਿੱਤੀਆਂ ਆ ਬਹੁਤ ਕਿ ਨਹੀਂ? ਬਿਲਕੁਲ ਜੀ। ਦੇਖੋ ਤਾਂ ਹਸਪਤਾਲ ਚਲ ਜਾਓ ਕਿਤੇ, ਹਾਂ। ਹਨਾ, ਦੇਖੋ ਗੇਟ ਤੋਂ ਹੀ ਐਂਬੂਲੈਂਸ ਲੈ ਕੇ ਜਾਂਦੀ ਆ। ਤੁਹਾਨੂੰ ਬੁਖਾਰ ਤਾਂ ਨਹੀਂ ਹੋਇਆ? ਤੁਹਾਨੂੰ ਸਿਰ ਤਾਂ ਨਹੀਂ ਦੁਖਦਾ? ਕਿੱਦਾਂ, ਹਨਾ, ਤੇ ਕਿੱਦਾਂ ਢਿੱਡ ਨੂੰ ਹੱਥ ਲਾ ਕੇ ਦੇਖਦੇ, ਢਿੱਡ ਤਾਂ ਨਹੀਂ ਦੁਖਦਾ? ਕਿੱਦਾਂ ਦਵਾਈ ਦਿੰਦੇ ਆ, ਦੇਖੋ ਤਾਂ। ਉੱਥੇ ਕਈ ਮੰਤਰੀਆਂ ਦੇ ਮੁੰਡੇ ਵੀ, ਕਈ ਕੁੜੀਆਂ ਉੱਥੇ ਹਸਪਤਾਲ ਦੇ ਵਿੱਚ ਆਏ ਹੁੰਦੇ ਦਵਾਈ ਲੈਣ ਦੇ ਲਈ। ਦਵਾਈ ਲੈਣ ਨਹੀਂ ਆਉਂਦੇ, ਉਹ ਤਾਂ ਸਿਰਫ ਕਿਤੇ ਮਾੜਾ ਮੋਟਾ ਟੌਰ ਟੱਪਾ ਬਣਾਉਣ ਆਉਂਦੇ, ਕਿਤੇ 5 ਸਾਲੀ, ਕਿ 5 ਸਾਲ ਤਾਂ ਉਹਨਾਂ ਨੂੰ ਪਤਾ ਹੀ ਨਹੀਂ। ਦੇਖੋ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਕਿੱਦਾਂ, ਹਨਾ, ਹਾਂਜੀ। ਕਬੂਤਰ ਬੋਲਦੇ ਆ। ਜੀ ਜੀ, ਬਿਲਕੁਲ ਜੀ। ਕਿਉਂਕਿ ਬੱਚਿਆਂ ਦੀ ਗਿਣਤੀ ਤਾਂ ਘਟਦੀ ਜਾ ਰਹੀ ਆ, ਹੁਣ ਕਬੂਤਰ ਪੜ੍ਹਦੇ ਨੇ। ਦੇਖੋ ਜਾਨਵਰ ਵੀ ਪੜ੍ਹਦੇ ਨੇ ਸਾਡੇ ਮੁਲਕ ਦੇ ਵਿੱਚ। ਇੱਕ ਗੱਲ ਪੱਕੀ ਆ ਉਦਾਂ ਵਿਰਕ ਸਾਹਿਬ, ਉਹਦਾ ਮੰਤਰੀ ਯਾਰ ਕਿਸੇ ਨੂੰ ਮਾੜਾ ਨਹੀਂ ਕਹਿਣਾ। ਸਾਡਾ ਦੇਸ਼ ਆ, ਆਪਣੇ ਦੇਸ਼ ਨੂੰ ਭੰਡਣਾ ਨਹੀਂ ਚਾਹੀਦਾ। ਗੁਰਦਾਸ ਮਾਨ ਭੰਡਣਾ ਨਹੀਂ ਚਾਹੀਦਾ। ਭਾਵੇਂ ਇਹ ਵਿਗਿਆਨ ਦੇ ਨਾਲ ਮੈਨੂੰ ਲੱਗਦਾ ਇਹ ਇਦਾਂ ਜੁੜ ਕੇ ਰਹਿੰਦੇ ਆ। ਜਦੋਂ ਹੁਣ ਨਵੇਂ ਜਹਾਜ਼ ਲਏ ਸੀ ਨਾ ਲੜਾਕੂ, ਜਦੋਂ ਉਹਦੀ ਪਹਿਲੀ ਉਡਾਨ ਭਰਨੀ ਸੀਗੀ ਤਾਂ ਉਹਦੇ ਟਾਇਰ ਦੇ ਥੱਲੇ ਪਹਿਲਾਂ ਨਿੰਬੂ ਤੇ ਉਹ ਲੰਘਾ ਕੇ ਉੱਤੋਂ ਦੀ ਟਾਇਰ ਲੰਘਾਇਆ, ਤਾਂ ਉੱਪਰ ਜਹਾਜ਼ ਦੇ ਨਾਲ ਇੱਕ ਪੰਡਤ ਮਿਰਚਾਂ ਬੰਨਣ ਲੱਗਾ ਆ ਤਾਂ ਕਿ ਇਹਦੀ ਜਿਹੜੀ ਆ ਉਡਾਨ ਉਹ ਸਫਲ ਹੋਵੇ। ਜਿਨ੍ਹਾਂ ਦੀ ਮਾਨਸਿਕਤਾ ਇੱਥੇ ਤੱਕ ਹੈ ਜੀ, ਉਹ ਨਹੀਂ। ਚਲੋ ਆਪਾਂ ਇਸ ਵਿਸ਼ੇ ਨੂੰ ਤਾਂ ਹਲੇ ਜਾਂਦੇ ਆ। ਉਦਾਂ ਹਜੇ ਪਿਛਲੇ ਵਿਸ਼ੇ ਦੀ ਥੋੜੀ ਜਿਹੀ ਗੱਲ ਰਹਿੰਦੀ ਸੀਗੀ, ਉਹ ਆਪਾਂ ਧੁਰ ਚਾੜ ਲਈਏ, ਹਨਾ। ਤੇ ਉਦਾਂ ਇੱਕ ਗੱਲ ਪੱਕੀ ਆ ਵੀ ਸਾਡਾ ਦੇਸ਼ ਦੇ ਲੋਕ ਜਿਹੜਾ ਪੜ੍ਹ ਲਿਖ ਇੰਨਾ ਗਏ ਆ, ਕਿ ਕਿਤੇ ਜਦੋਂ ਕਿਤੇ, ਹਨਾ, ਮੋਦੀ ਵਰਗੇ ਜਾਂ ਕਿਤੇ ਵੱਡੇ ਲੀਡਰ ਸਾਡੇ ਦੇਸ਼ ਦੇ ਜਿਹੜੇ ਆ, ਉਹ ਵਿਦੇਸ਼ 'ਚ ਘੁੰਮਣ ਫਿਰਨ ਜਾਂਦੇ। ਹੁਣ ਐਡੀ ਤਾਂ ਤੈਅ ਬਣੀ ਉਹਨਾਂ ਦੀ ਪਾਸਪੋਰਟਾਂ ਦੀ। ਹਾਂਜੀ ਹਾਂਜੀ, ਉਹ ਕਹਿੰਦੇ ਹੋਣੇ ਆ ਸਾਡੇ ਪਕੌੜੇ ਬਣਾਉਣ ਵਾਲੇ ਵੀ ਡਿਗਰੀ ਹੋਲਡਰ ਆ। ਆਹ ਦੇਖੋ ਚਾਹ ਦੇ ਕੱਪ ਧੋਣ ਵਾਲੇ ਵੀ ਡਿਗਰੀ ਹੋਲਡਰ ਆ। ਸਾਡੇ ਕਹਿੰਦੇ ਹੋਣੇ ਆ ਵੀ ਜਿਨ੍ਹਾਂ ਨੇ ਬੀਟੈਕ ਕੀਤੀ ਆ, ਉਹ ਜਿਨ੍ਹਾਂ ਨੇ ਮਾਸਟਰ ਡਿਗਰੀਆਂ ਕੀਤੀਆਂ ਆ, ਉਹ ਸਾਡੇ ਜਿਹੜੇ ਆ ਉਹ ਤਾਂ ਸਮੋਸੇ ਬਣਾਉਂਦੇ ਆ। ਮੈਨੂੰ ਲੱਗਦਾ ਜੀ ਇਹ ਜਿਹੜੀਆਂ ਡਿਗਰੀਆਂ ਉਦੋਂ ਤਾਂ ਵਿਰਕ ਸਾਹਿਬ ਇੱਥੇ ਕਹਿਣ ਤੋਂ ਭਾਵ ਇਹ ਵੀ ਨਾਲ ਸੀਗਾ, ਹਾਂਜੀ। ਉਹਨਾਂ ਨੇ ਮਾਣ ਨਾਲ ਕਹਿੰਦੇ ਹੋਣੇ ਆ ਵੀ ਸਾਡੇ ਸਾਈਕਲ ਨੂੰ ਪੈਂਚਰ ਲਾਉਣ ਵਾਲੇ ਡਿਗਰੀ ਹੋਲਡਰ ਹੈ। ਹਾਂਜੀ ਮਾਣ ਨਾਲ ਹਾਂਜੀ, ਕਹਿੰਦੇ ਪੜ੍ਹੇ ਹੋਣੇ, ਲਿਖੇ ਬੰਦੇ ਆ। ਪਰ ਇਹ ਆਪਣੀ ਕਾਲੀ ਕਰਤੂਤ ਨਹੀਂ ਦੱਸਦੇ ਹੋਣੇ ਵੀ ਸਾਡੇ ਕੋਲ ਕੰਮ ਨੌਕਰੀਆਂ ਉਹਨੂੰ ਨੌਕਰੀ ਨਹੀਂ ਲੱਭੀ ਹੈਗੀ, ਅਗਲਾ ਤਾਂ ਮਜਬੂਰੀ ਦੀ ਖਾਤਰ ਹੈ, ਮਜਬੂਰੀ ਨੂੰ। ਪਰ ਮੈਂ ਕਹਿੰਦੇ ਹੋਣੇ ਟੌਰ ਨਾ। ਹਾਂਜੀ। ਪਰ ਮੈਂ ਉੱਥੇ ਦੀ ਗੱਲ ਦੱਸਦਾ ਜੀ, ਤਨਜ਼ਾਨੀਆ ਦੀ। ਉੱਥੇ ਜਿਹੜੀਆਂ ਸਫਾਈ ਕਰਨ ਵਾਲੇ ਵੀ ਆ ਨਾ, ਰੋਡ ਦੇ ਉੱਤੇ ਸੁੰਭਰਨ ਵਾਲੇ ਆ ਨਾ, ਉਹ ਇੰਗਲਿਸ਼ ਤੋਂ ਉਰੇ ਗੱਲ ਨਹੀਂ ਕਰਦੇ ਹੈਗੇ, ਤੁਹਾਡੇ ਨਾਲ ਪਰ ਇੰਗਲਿਸ਼ ਦੇ ਵਿੱਚ ਗੱਲ ਕਰਦੇ। ਉਹਨਾਂ ਨੂੰ ਜੌਬ ਮਿਲੀ ਆ। ਹਾਂਜੀ। ਉਹ ਸਿਸਟਮ ਹੈ, ਕੱਲੇ ਨੂੰ ਹਰ ਜਗ੍ਹਾ ਐਡਜਸਟ ਕੀਤਾ ਹੈ। ਉੱਥੇ ਦੀ ਸਰਕਾਰ ਨੇ ਇਹ ਦੇਖੋ, ਉਹ ਕਹਿੰਦੇ ਕਾਰੋਬਾਰ ਤੁਹਾਡੇ ਜਿੰਨੇ ਮਰਜ਼ੀ ਹੋਣਗੇ, ਪਰ ਇੱਥੇ ਦੇ ਜਿਹੜੇ ਵਸਨੀਕ ਹੈ ਨਾ, ਜੋ ਤਨਜ਼ਾਨੀਆ ਦੇ, ਜੋ ਕੀਨੀਆ ਦੇ ਵਸਨੀਕ ਆ, ਉਹੀ ਇੱਥੇ ਕੰਮ ਕਰਨਗੇ। ਤੁਸੀਂ ਕੰਮ ਨਹੀਂ ਕਰ ਸਕਦੇ। ਤੁਹਾਡੀ ਵਰਕਸ਼ਾਪ ਤੁਹਾਡੀ ਹੋਊਗੀ, ਇੰਡਸਟਰੀ ਤੁਹਾਡੀ ਹੋਊਗੀ,
ਤਾਂ ਕੰਮ ਇਹ ਕਰਨਗੇ ਬੰਦੇ ਹਾਂ। ਸਾਡੇ ਮੁਲਕ ਦੇ ਮੈਂ ਕਹਿੰਦਾ ਦੇਖੋ ਸਿਸਟਮ ਨਹੀਂ ਉਹਦਾ ਆਪਣੇ ਦੇਸ਼ ਦੇ ਸਿਸਟਮ ਨੂੰ ਭੰਡਣਾ ਨਹੀਂ ਚਾਹੀਦਾ। ਆਪਣੇ ਲੀਡਰ ਬਹੁਤ ਚੰਗੇ ਆ ਜੀ, ਬਹੁਤ ਵਧੀਆ, ਬਹੁਤ ਸ਼ਾਬਾਸ਼, ਆ ਬਹੁਤ ਘਰ ਚੰਗੇ ਘਰ ਤੱਕ ਕੰਮ ਆ। ਨਸ਼ਾ ਪਹੁੰਚਾਉਂਦੇ ਆ ਜੀ। ਬਹੁਤ ਲੈ ਮਹਾਰਾਜ ਦੇਖੋ ਕਿੱਥੋਂ ਬੰਦਾ ਖਰੀਦਣ ਜਾਊਗਾ। ਆਹੋ ਨਾ ਹਰੇਕ ਪਿੰਡ ਕੋਈ ਹੈ ਇਦਾਂ ਦਾ ਪਿੰਡ ਜਿਸ ਪਿੰਡ ਦੇ ਵਿੱਚ ਠੇਕਾ ਨਾ ਹੋਵੇ। ਜੇ ਠੇਕਾ ਹਰੀ ਤਾਂ ਬ੍ਰਾਂਚ ਹੈਗੀ ਆ। ਸਕੂਲ ਤੋਂ ਜ਼ਿਆਦਾ ਤਾਂ ਜੀ ਠੇਕੇ ਆ। ਫਿਰ ਹਰ ਇੱਕ ਚੀਜ਼ ਪਚਾਈ ਆ, ਹਾਂ, ਖਾਣ ਪੀਣ ਵਾਲੀ ਚੀਜ਼ ਬੰਦਾ ਜ਼ਰੂਰੀ ਆ ਥੱਕਿਆ ਨਾ। ਟੁੱਟਿਆ ਆਉਂਦਾ ਉਹਦਾ ਥੱਕਾ ਟੁੱਟਿਆ ਆਉਂਦਾ, ਸ਼ਾਮ ਨੂੰ ਉਹਦਾ ਪੈਗ ਲਾ ਕੇ ਘਰ ਵਾਲੀ ਨੂੰ ਕੁੱਟਦਾ ਬਸ ਹਨਾ, ਘਰ ਵਾਲੀ ਦੇ ਵਿਚਾਰੇ ਦੇ ਉਹਦਾ ਵੀ ਕੱਢ ਝੜ ਜਾਂਦੀ ਆ ਠੀਕ ਹੈ ਹਨਾ। ਇਹ ਸਾਰੇ ਸਾਡੀਆਂ ਸਰਕਾਰਾਂ ਦੀ ਦੇਣ ਆ। ਜੀ ਜੀ ਬਿਲਕੁਲ ਜੀ ਹੈਨਾ, ਬਿਲਕੁਲ। ਬਹੁਤ ਸ਼ਾਬਾਸ਼ ਹੈ ਜੀ, ਬਹੁਤ ਚੰਗਾ, ਬਹੁਤ ਵਧੀਆ ਕਰਦੇ ਆ ਤੁਸੀਂ, ਬਹੁਤ ਅੱਛਾ ਹੈਗਾ। ਤੇ ਵਿਰਕ ਸਾਹਿਬ ਇੱਥੇ ਗੱਲ ਆਪਾਂ ਭੰਡਣਾ ਨਹੀਂ ਆਪਣੀ ਸਰਕਾਰ ਨੂੰ, ਕਿਉਂਕਿ ਆਪਣਾ ਦੇਸ਼ ਨਹੀਂ ਭੰਡੀਦਾ, ਕਿਉਂਕਿ ਇੱਥੇ ਆਪਾਂ ਜਨਮ ਲਿਆ, ਆਪਣੇ ਵਤਨ ਦੀ ਮਿੱਟੀ ਅੱਜ ਬੰਦਾ ਤੁਸੀਂ ਉਹ ਪਰ ਉਹਨਾਂ ਦੀ ਵਡਿਆਈ ਆਪਣੇ ਆਪ ਮੁਹਾਰੀ ਮੂੰਹ ਦੇ ਵਿੱਚੋਂ ਕਈ ਵਾਰ ਨਿਕਲ ਜਾਂਦੀ ਹੈ ਜੀ। ਅੱਛਾ ਇਹ ਵਡਿਆਈ ਆ, ਭੰਡਣਾ ਨਹੀਂ। ਵਡਿਆਈ ਕਹਿ ਸਕਦੇ ਆ ਇਹਨੂੰ ਤਾਂ ਫਿਰ ਹੁਣ। ਅੱਛਾ ਵਿਰਕ ਸਾਹਿਬ ਇਹ ਤੁਸੀਂ ਫਿਰ ਕੱਲ ਜਾ ਰਹੇ ਹੋ ਉੱਥੇ, ਜੀ ਹਾਂਜੀ ਇਹ ਤਾਂ ਦੱਸੋ ਵੀ ਵੈਸੇ ਤਾਂ ਮੈਂ ਜਿਹੜੇ ਤੇ ਅਮਰੀਕਾ ਤੋਂ ਆਉਂਦੇ ਨੇ, ਹਾਂਜੀ ਜਿਹੜੇ ਕੈਨੇਡਾ ਤੋਂ ਆਉਂਦੇ ਨੇ, ਹਾਂਜੀ ਇੰਗਲੈਂਡ ਤੋਂ ਆਉਂਦੇ ਨੇ, ਹਾਂਜੀ ਆਸਟ੍ਰੇਲੀਆ ਤੋਂ ਆਉਂਦੇ ਨੇ, ਇਟਲੀ ਤੋਂ ਆਉਂਦੇ ਨੇ, ਮੈਂ ਸਾਰਿਆਂ ਨੂੰ ਪੁੱਛਦਾ ਹੁੰਨਾ ਵੀ ਉੱਥੇ ਦੇ ਜਿਹੜੇ, ਕਿਉਂਕਿ ਮੈਨੂੰ ਜਾਣ ਦਾ ਮੌਕਾ ਨਹੀਂ ਮਿਲਿਆ, ਮੈਂ ਅਰਬ ਕੰਟਰੀ ਦੇ ਵਿੱਚ ਘੁੰਮਿਆ ਆ। ਠੀਕ ਹੈ ਜੀ। ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਸਮਾਂ ਮਿਲਿਆ, ਸਬੱਬ ਮਿਲਿਆ, ਕੋਈ ਨਹੀਂ, ਘੁੰਮਣ ਆਪਾਂ- ਜ਼ਰੂਰ ਜਾਵਾਂਗੇ ਪਰ ਕੰਮ ਕਰ ਨਹੀਂ ਜਾਂਦੇ। ਠੀਕ ਹੈ ਜੀ ਠੀਕ ਹੈ। ਕਿਉਂਕਿ ਸਾਡੇ ਦੇਸ਼ ਭਗਤਾਂ ਨੇ ਬੜੀਆਂ ਕੁਰਬਾਨੀਆਂ ਕਰਕੇ ਉਹਨਾਂ ਨੂੰ ਇੱਥੋਂ ਭਜਾਇਆ ਤੇ ਅਸੀਂ ਹਾਂਜੀ। ਉਹਨਾਂ ਦੇ ਗੁਲਾਮ ਹੋਣ ਨਹੀਂ ਜਾਣਾ। ਇਹ ਸਾਡੀਆਂ ਦੇਸ਼ ਦੀਆਂ ਸਰਕਾਰਾਂ, ਦੇਸ਼ ਦੇ ਲੀਡਰਾਂ ਦੇ ਕਾਲੀਆਂ ਕਰਤੂਤਾਂ ਦੇ ਕਰਕੇ ਸਾਡੇ ਨੌਜਵਾਨਾਂ ਨੂੰ ਉਹਨਾਂ ਦੇ ਗੁਲਾਮ ਹੋਣਾ ਜਾਣਾ ਪੈਂਦਾ, ਪਰ ਅਸੀਂ ਨਹੀਂ ਜਾਂਦੇ। ਜੀ ਜੀ ਤੇ ਅਸੀਂ ਇਹਨਾਂ ਨੂੰ ਠੀਕ ਕਰਨ ਤੇ ਲੱਗੇ ਆ। ਇਹ ਇਹੋ ਜਿਹੇ ਇਹਨਾਂ ਦੇ ਕੰਨ ਪੈ ਚੁੱਕੇ ਹੋ ਜਿਹੜੇ ਉਹ ਹਟਣ ਦਾ ਨਾਂ ਹੀ ਨਹੀਂ ਲੈ ਰਹੇ ਹੈਗੇ ਜੀ। ਅੱਛਾ ਮੈਂ ਜਿਹੜੀ ਗੱਲ ਪੁੱਛਣੀ ਚਾਹੁੰਦਾ ਸੀ, ਹਾਂਜੀ ਜਿਹੜੇ ਤਾਂ ਵਿਦੇਸ਼ਾਂ ਤੋਂ ਆਉਂਦੇ ਨੇ, ਮੈਂ ਪੁੱਛਦਾ ਹੁੰਨਾ ਵੀ ਉੱਥੇ ਦੇ ਜਿਹੜੇ ਲੀਡਰ ਨੇ, ਐਮਐਲਏ, ਐਮਪੀ, ਪ੍ਰਧਾਨ ਮੰਤਰੀ, ਉਹ ਵੀ ਆਲੇ ਦੁਆਲੇ ਆਪਣੇ 50-50 ਬੰਦੇ ਕਾਫਲਾ ਪੁਲਿਸ ਲੈ ਕੇ ਘੁੰਮਦੇ ਨੇ ਇਦਾਂ, ਜੇ ਕਿਤੇ ਜਾਣਾ ਹੋਵੇ। ਤੇ ਤੁਸੀਂ ਦੱਸੋ ਉੱਥੇ ਆਪਣੇ ਬਾਰੇ। ਉੱਥੇ ਕਿਤੇ ਨਹੀਂ ਜੀ, ਉੱਥੇ ਦਾ ਸਿਸਟਮ ਹੀ ਇੰਨਾ ਵਧੀਆ। ਮੈਨੂੰ ਤਾਂ ਲੱਗਦਾ ਜਦੋਂ ਕੋਈ ਆਪਾਂ ਕੰਮ ਹੀ ਨਹੀਂ ਇਹੋ ਜਿਹਾ ਕਰਨਾ, ਸਾਰੇ ਲੋਕ ਹਿੱਤ ਦੇ ਹੀ ਕੰਮ ਕਰਨੇ ਆ, ਲੋਕੀ ਤਾਂ ਤੁਹਾਡੇ ਦਰਸ਼ਨ ਕਰਨ ਦੇ ਲਈ ਉਤਾਵਲੇ ਹੋਏ ਹੁੰਦੇ ਵੀ ਕਿਤੇ ਸਾਨੂੰ ਉਹਨਾਂ ਦੀ ਇਹੋ ਜਿਹੇ ਮਹਾਨ ਸ਼ਖਸੀਅਤਾਂ ਦੀ ਸ਼ਕਲ ਦਿਖ ਜਾਵੇ। ਤਾਂ ਇੱਥੇ ਇਹ ਹੋਇਆ ਹੁੰਦਾ ਵੀ ਸਾਨੂੰ ਕਿਤੇ ਇਹਨਾਂ ਦੀ ਸ਼ਕਲ ਇੱਕ ਵਾਰੀ ਦਿਖ ਜਾਵੇ। ਇੱਥੇ ਇਦਾਂ ਹੋਇਆ ਹੁੰਦਾ, ਤਾਂ ਕਰਕੇ ਉਹ ਡਰਦੇ ਮਤਲਬ ਸਿਕਿਉਰਿਟੀ ਨਾਲ ਰੱਖਦੇ ਆ ਵੀ ਕਿਤੇ ਸਾਡੇ ਦਰਸ਼ਨ ਹੀ ਨਾ ਕਰ ਲਵੇ। ਇੱਥੇ ਇਦਾਂ ਜੀ ਹੈ, ਲਫ਼ਜ਼ ਉਹੀ ਆ। ਉਹ ਕਹਿੰਦੇ ਕਿਤੇ ਸਾਨੂੰ ਇੱਕ ਵਾਰੀ ਇਹਨਾਂ ਦੀ ਸ਼ਕਲ ਦਿਖ ਜਾਵੇ, ਵੀ ਉਹਨਾਂ ਦਾ ਇਹੋ ਜਿਹੇ ਸਮਝ ਲਓ ਵੀ ਦੇਵਤਾ ਕਿਸਮ ਦੇ ਲੋਕ ਨੇ, ਵੀ ਜਿਨ੍ਹਾਂ ਨੇ ਸਾਨੂੰ ਆਹ ਰੁਜ਼ਗਾਰ ਦਿੱਤਾ ਆ, ਹੈਨਾ, ਜਿਨ੍ਹਾਂ ਨੇ ਸਾਨੂੰ ਆਹ ਸਿਹਤ ਸਹੂਲਤਾਂ ਦਿੱਤੀਆਂ ਆ। ਤੇ ਇੱਥੇ ਦੇ ਆ ਵੀ ਇਹ ਅਗਲੇ ਕਹਿੰਦੇ ਸਾਨੂੰ ਇਹ ਦਿਸਣ ਸਹੀ ਜਿਨ੍ਹਾਂ ਨੇ ਸਾਨੂੰ ਆਹ ਕੁਛ ਦਿੱਤਾ ਆ। ਪਰ ਬਿਰਕ ਸਾਹਿਬ ਇੱਥੇ ਮੈਂ ਲੀਡਰਾਂ ਦਾ ਕੋਈ ਕਸੂਰ ਨਹੀਂ ਹੈਗਾ। ਮੈਂ ਦੇਖ ਲਿਆ ਆਪਣੇ ਦੇਸ਼ ਦਾ ਸਿਸਟਮ, ਮੰਤਰੀਆਂ ਸੰਤਰੀਆਂ ਦਾ ਕੋਈ ਕਸੂਰ ਨਹੀਂ। ਲੋਕਤੰਤਰ ਦੇਸ਼ ਹੈ, ਆਜ਼ਾਦ ਦੇਸ਼ ਹੈ, ਸੰਵਿਧਾਨ ਲਾਗੂ ਹੈ, ਲੋਕ ਆਪਣੇ ਵਿੱਚੋਂ ਸਰਕਾਰਾਂ ਬਣਾਉਂਦੇ ਨੇ, ਵੋਟਾਂ ਪਾ ਕੇ ਬਣਾਉਂਦੇ ਨੇ, ਆਪ ਬਣਾਉਂਦੇ ਨੇ। ਆਪਣਾ ਹੀ ਬਣਾਇਆ ਕਿੱਦਾਂ ਭੰਡਿਆ ਜਾਵੇ। ਪਰ ਜੀ ਆਪਣਾ ਹੀ ਕਿੱਥੇ ਬਣਦਾ ਜੀ, ਅਸੀਂ ਜਿਹਨੂੰ ਬਣਾਉਣਾ ਚਾਹੁੰਦੇ ਆ, ਇਹਨਾਂ ਦੇ ਕੋਲ ਤਾਂ ਸਿਸਟਮ ਹੀ ਇੱਕ ਇਹੋ ਜਿਹਾ ਹੁਣ ਲਿਆਂਦਾ ਪਿਆ ਆ ਵੀ ਈਵੀਐਮ ਜਿਹੜਾ ਲਿਆ ਕੇ ਰੱਖ ਦਿੱਤਾ, ਤੁਸੀਂ ਆਪਣੀ ਮਰਜ਼ੀ ਦਾ ਕੋਈ ਵੀ ਨੁਮਾਇੰਦਾ ਚੁਣ ਹੀ ਨਹੀਂ ਸਕਦੇ ਹੈਗੇ। ਮਤਲਬ ਇਹ, ਜੇ ਤੁਸੀਂ ਹੁਣ ਮੰਨ ਲਓ ਕੋਈ ਵੀ ਬਟਨ ਦੱਬਿਆ ਆ, ਉਹਨਾਂ ਨੇ ਉਹਦੀ ਸੈਟਿੰਗ ਹੀ ਇੰਨੀ ਵਧੀਆ ਤਰੀਕੇ ਨਾਲ ਈਵੀਐਮ ਦੀ ਕੀਤੀ ਆ ਵੀ ਤੁਸੀਂ ਜੋ ਮਰਜ਼ੀ ਜ਼ੋਰ ਲਾ ਲਓ, ਤੁਹਾਡੇ ਮਨ ਦੀ ਸੰਤੁਸ਼ਟੀ ਹੋਊਗੀ ਵੀ ਅਸੀਂ ਆਹ ਨੇਤਾ ਆਪਣਾ ਚੁਣ ਲਿਆ। ਪਰ ਚੁਣਿਆ ਉਹ ਜਾਊਗਾ ਜੋ ਉਹ ਚਾਹਣਗੇ, ਜਿਹੜਾ ਉਹਨਾਂ ਨੇ ਸਿਸਟਮ ਦੇ ਵਿੱਚ ਫਿੱਟ ਕੀਤਾ ਆ, ਫਿੱਟ ਕੀਤਾ ਯਾਨੀ ਜੀ। ਆਟੋਮੈਟਿਕ ਮਸ਼ੀਨ। ਆਟੋਮੈਟਿਕ ਮਸ਼ੀਨ ਜੀ, ਤੇ ਆਟੋਮੈਟਿਕ ਸਰਕਾਰ ਹੀ ਕਹ ਲਓ। ਆਟੋਮੈਟਿਕ ਸਰਕਾਰ ਹੀ ਆ ਜੀ। ਆਟੋਮੈਟਿਕ ਸਰਕਾਰ ਜਿਹੜੀ ਆ ਉਹ ਕੋਈ ਕਿਸੇ ਦੀ ਚਹੇਤੀ ਨਹੀਂ ਹੈਗੀ। ਤੇ ਇਹਦਾ ਮਤਲਬ ਜਿਹੜਾ ਕੁਰਬਾਨੀਆਂ ਕੀਤੀਆਂ ਨੇ ਸਾਡੇ ਦੇਸ਼ ਭਗਤਾਂ ਨੇ, ਹਾਂਜੀ ਬੜੀਆਂ ਤੰਗੀਆਂ ਤੁਰਸ਼ੀਆਂ, ਮਿਹਨਤ ਤੇ ਲਗਤ ਦੇ ਨਾਲ ਜਿਹੜਾ ਸੰਵਿਧਾਨ ਲਿਖਿਆ ਗਿਆ ਆ, ਹਾਂਜੀ, ਵੀ ਉਹਨਾਂ ਦੀ ਮਿਹਨਤ ਤੇ ਤਾਂ ਪਾਣੀ ਫਿਰ ਗਿਆ। ਮਿਹਨਤ ਤੇ ਪਾਣੀ ਫਿਰਿਆ ਜੀ। ਤੇ ਇਹਦਾ ਮਤਲਬ ਇਹ ਵੀ ਹੈ ਵੀ ਲੋਕ ਵਿਰੋਧ ਵੀ ਤਾਂ ਕਰੇ ਸਕਦੇ ਆ। ਲੋਕਾਂ ਨੂੰ ਜਾਗਰਤ ਹੋਣਾ ਚਾਹੀਦਾ ਆ। ਲੋਕੀ ਥੋੜੇ ਜਿਹਾ ਜਾਗਰਤ ਹੋ ਜਾਣ ਤਾਂ ਕਿਸੇ ਦੀ ਇਹ ਜ਼ਰੂਰਤ ਨਹੀਂ ਹੈਗੀ, ਕਿਉਂਕਿ ਲੋਕਤੰਤਰ ਰਾਜ ਹੈ, ਹਨਾ। ਲੋਕ ਜੋ ਚਾਹਣ ਮਤਲਬ ਉਹ ਹੋ ਸਕਦਾ, ਉਹ ਈਵੀਐਮ ਦਾ ਵਿਰੋਧ ਕਰ ਦੇਣ ਵੀ ਅਸੀਂ ਈਵੀਐਮ ਤੇ ਵੋਟ ਹੀ ਨਹੀਂ ਪਾਉਣੀ ਕਿਸੇ ਨੂੰ ਵੀ, ਠੀਕ ਨੇ, ਜਿਹਦੇ ਵਿੱਚ ਹੇਰਾ ਫੇਰੀ ਨਹੀਂ ਹੋ ਸਕਦੀ ਹੈਗੀ। ਅਸੀਂ ਬੈਲਟ ਪੇਪਰ ਦੇ ਉੱਤੇ ਵੋਟ ਪਾਵਾਂਗੇ। ਜੋ ਵਿਦੇਸ਼ਾਂ ਦੇ ਵਿੱਚ ਈਵੀਐਮ ਬੈਨ ਆ, ਤਾਂ ਸਾਡੇ ਮੁਲਕ ਦੇ ਵਿੱਚ ਉਹ ਕਿਉਂ ਲਾਗੂ ਆ? ਤਾਂ ਜਿਹੜੀ ਲੋਕਾਂ ਮਤਲਬ ਵਿਦੇਸ਼ਾਂ ਦੇ ਵਿੱਚ ਹੋਰ ਜਿਹੜਾ ਸਿਸਟਮ ਹੈ ਉਹ ਕਿਉਂ ਨਹੀਂ ਲਿਆਂਦਾ ਜਿਹੜਾ ਵਧੀਆ ਸਿਸਟਮ ਹੈ? ਪਰ ਵਿਰਕ ਸਾਹਿਬ ਮੈਨੂੰ ਤਾਂ ਇਦਾਂ ਲੱਗਦਾ ਵੀ ਸਾਰੇ ਰਲੇ ਮਿਲੇ ਆ, ਸਾਰੇ ਹਨਾ ਇੱਕੋ ਤੱਕੜੀ ਦੇ ਕੀ ਕਹਿੰਦੇ ਹੁੰਦੇ ਆ, ਉਹ ਇੱਕੋ ਹੀ ਥੈਲੀ ਦੇ ਚੱਟੇ ਵੱਟੇ ਆ, ਤੇ ਉਹ ਸਾਰੇ ਰਲੇ ਮਿਲੇ ਆ। ਆਪਾਂ ਈਵੀਐਮ ਦੀ ਗੱਲ ਕਰਦੇ ਵੀ ਬਟਨ ਆਹ ਦੱਬੋ ਤਾਂ ਵੋਟ ਇਹਨੂੰ ਜਾਂਦੀ ਆ, ਜਿੱਦਾਂ ਸਰਕਾਰਾਂ ਬਣਦੀਆਂ ਹੀ ਆ। ਪਰ ਜਿਹੜੇ ਹਾਰੇ ਹੁੰਦੇ, ਕਰੋੜਾਂ ਰੁਪਈਆ ਖਰਚ ਕੇ ਹਾਰੇ ਹੁੰਦੇ, ਉਹ ਕਦੀ ਉਹਨਾਂ ਦੀ ਜ਼ਬਾਨ ਤੇ ਕਦੀ ਇਦਾਂ ਦੀ ਗੱਲ ਸੁਣੀ ਨਹੀਂ। ਇਹਦਾ ਮਤਲਬ ਜਾਂ ਤਾਂ ਉਹ ਰਲੇ ਮਿਲੇ ਆ
ਜਾਂ ਫਿਰ ਆਪਣੀ ਗੱਲ ਸਮਝ ਨਹੀਂ ਆਈ, ਚਲੋ ਆਪਾਂ ਇਹ ਗੱਲ ਤਾਂ ਕਰਨੀ ਨਹੀਂ ਹੈਗੀ, ਟੌਪਿਕ ਬੰਦ ਕਰ ਦਿੰਦੇ ਇਹ। ਛੱਡੋ ਪਰੇ, ਆਪਾਂ ਕਾਹਨੂੰ, ਆਪਾਂ ਨਹੀਂ ਭੰਡਦੇ ਕਿਸੇ ਨੂੰ, ਇਹ ਨਹੀਂ ਗੱਲ ਕਰਨੀ ਹੈਗੀ। ਬਿਰਕ ਸਾਹਿਬ ਇੱਕ ਗੱਲ ਯਾਰ ਮੈਨੂੰ ਸਮਝ ਨਹੀਂ ਆਈ ਵੀ ਦੇਸ਼ ਦਾ ਜਿਹੜਾ ਸੰਵਿਧਾਨ ਹੈ ਬੜਾ ਉੱਤਮ ਹੈ, ਪਵਿੱਤਰ ਹੈ, ਬਰਾਬਰਤਾ ਦਿੰਦਾ ਜੀ, ਵਾਕਈ ਇਹ ਵਿਲੱਖਣ ਆ। ਇਹ ਬਾਕੀ ਬਹੁਤ ਸਾਰੇ ਮੁਲਕਾਂ ਦੇ ਨਾਲੋਂ ਬਹੁਤ ਵਧੀਆ ਇਹ ਸੰਵਿਧਾਨ। ਬਹੁਤ ਲੋਕਾਂ ਨੇ ਇਹਦੀ ਤਾਰੀਫ ਕੀਤੀ ਹੈ ਵੀ ਇਹ ਸੰਵਿਧਾਨ ਸਭ ਤੋਂ ਉੱਤਮ ਸੰਵਿਧਾਨ ਹੈ। ਬਿਲਕੁਲ, ਇਹ ਤਾਂ ਬਾਬਾ ਸਾਹਿਬ ਨੇ ਵੀ ਕਿਹਾ ਸੀ ਬਿਲਕੁਲ ਵੀ ਸੰਵਿਧਾਨ ਜਿੰਨਾ ਮਰਜ਼ੀ ਚੰਗਾ ਕਿਉਂ ਨਾ ਹੋਵੇ, ਅਗਰ ਰਾਜ ਚਲਾਉਣ ਵਾਲੇ ਲੋਕ ਜਿਹੜੇ ਆ ਉਹ ਦਵੱਲੇ ਹੋਣਗੇ, ਉਹ ਨੈਗੇਟਿਵ ਸੋਚ ਰੱਖਣ ਵਾਲੇ ਹੋਣਗੇ, ਤਾਂ ਉਸ ਨੂੰ ਵੀ ਮਾੜਾ ਹੀ ਸਾਬਤ ਕਰ ਤੇ ਦੇਣਗੇ। ਦੂਜੀ ਗੱਲ ਇਹ ਵੀ ਨਾਲ ਹੈ ਵੀ ਸਾਡੇ ਧਾਰਮਿਕ ਗ੍ਰੰਥ ਜਿੰਨਾ ਕੁ ਮੈਂ ਪੜ੍ਹਿਆ, ਹਾਂਜੀ ਜਿੰਨੇ ਕੁ ਮੈਂ ਵਿਆਖਿਆ ਸਾਹਿਤ ਪੜ੍ਹਿਆ, ਜਾਂ ਜਿੰਨੇ ਕੁ ਕਥਾਵਾਚਕਾਂ ਤੋਂ ਸੁਣਿਆ, ਜੀ ਉਹਦੇ ਵਿੱਚ ਤਾਂ ਇਨਸਾਨ ਨੂੰ ਇਨਸਾਨ ਬਣਨ ਦੇ ਲਈ ਪ੍ਰੇਰਿਤ ਕਰਦੇ ਨੇ। ਜੀ ਬਿਲਕੁਲ ਜੀ। ਕਿਤੇ ਨਹੀਂ ਲਿਖਿਆ ਕਿ ਰੱਬ ਨੂੰ ਲੱਭਦੇ ਫਿਰੋ, ਨਾ, ਲੋਕ ਰੱਬ ਦੇ ਜੱਬ 'ਚ ਪੈ ਕੇ ਰਹਿ ਗਏ। ਮੈਂ ਤਾਂ ਇੱਕ ਮਹਾਨ ਪੁਰਸ਼ ਦੀ ਗੱਲ ਵੀ ਸੁਣੀ ਹੈ ਕਿ ਅਸੀਂ ਰੱਬ ਨੂੰ ਲੱਭਣ ਦੇ ਜੱਬ ਦੇ ਵਿੱਚ ਫਸੇ ਹਾਂ, ਜੱਬ 'ਚ ਫਸੇ ਹਾਂ ਜੀ। ਹਨਾ, ਨਾ ਉਹਨੇ ਲੱਭਣਾ ਤੇ ਨਾ ਲੱਭਿਆ। ਜੇ ਬਹੁਤ ਜਿਨ੍ਹਾਂ ਨੇ ਤਪੱਸਿਆ ਕੀਤੀ ਉਹਨਾਂ ਨੂੰ ਨਾ ਲੱਭਿਆ ਤੇ ਸਾਨੂੰ ਕਿਹੜਾ ਲੱਭਣ ਲੱਗਾ। ਇਸ ਸਿਸਟਮ ਦੇ ਵਿੱਚ ਇੱਕ ਤਾਂ ਇਹ ਗੱਲ ਹੋ ਗਈ, ਰੱਬ ਦੀ ਖੋਜ ਤਾਂ ਜੀ ਆਪਾਂ ਹੀ ਕੀਤੀ ਹੋਆ। ਮਤਲਬ ਇਨਸਾਨ ਮੰਨਿਆ ਆ ਕਿ ਰੱਬ ਹੈਗਾ, ਚਲੋ ਆਪਾਂ ਰੱਬ ਨੂੰ ਮਾੜਾ ਨਹੀਂ ਜੀ, ਕਹਿਣਾ, ਜੀ। ਨਾ ਲੱਭਣਾ, ਛੱਡੋ, ਆਪਾਂ ਕੀ ਲੈਣਾ ਦੇਣਾ। ਤੇ ਗੱਲ ਤਾਂ ਇਹ ਮੈਂ ਕਰਨੀ ਚਾਹੁੰਦਾ ਸੀਗਾ ਵੀ ਜਿੰਨੇ ਸਾਡੇ ਧਾਰਮਿਕ ਗ੍ਰੰਥ ਨੇ ਹਾਂਜੀ ਸਾਨੂੰ ਅੰਧ ਵਿਸ਼ਵਾਸ, ਸਾਨੂੰ ਅੱਖਾਂ ਗਾੜ ਕੇ ਜਿਉਣਾ ਸਿਖਾਉਂਦੇ ਨੇ, ਜੀ, ਜੀ। ਸਾਨੂੰ ਜਾਤ ਪਾਤ ਰਹਿਣਾ ਸਿਖਾਉਂਦੇ ਨੇ, ਸਾਨੂੰ ਬਰਾਬਰਤਾ ਸਿਖਾਉਂਦੇ ਨੇ, ਪਰ ਅਸੀਂ ਨਹੀਂ ਮੰਨਦੇ। ਪਰ ਇੱਥੇ ਸਿਸਟਮ ਇਹ ਹੋਇਆ ਆ, ਜਿਹੜੇ ਨਾ ਬਰਾਬਰਤਾ ਦੀ ਗੱਲ ਵੀ ਕਰਦੇ ਆ, ਜਿਹੜੀ ਜਾਤ ਪਾਤ ਦਾ ਖੰਡਨ ਵੀ ਕਰਦੇ ਆ, ਉਹ ਇਹੋ ਜਿਹਾ ਹੋਇਆ ਆ ਵੀ ਉਹ ਕਹਿੰਦੇ ਆ ਨਾ ਵੀ ਸ਼ਿਕਾਰੀ ਆਊਗਾ ਜਾਲ ਲਾਊਗਾ, ਆਪਾਂ ਫਸਣਾ ਨਹੀਂ, ਹੈਨਾ। ਉਹ ਤੇ ਫਸੇ ਹੋਏ ਵੀ ਕਈ ਫਸੇ ਹੋਏ ਵੀ ਕਹੀ ਜਾਂਦੇ ਆ, ਉਹ ਮਗਰੀ ਲਾ ਕੇ ਲਈ ਵੀ ਜਾਂਦਾ ਆ, ਫਿਰ ਤਾਂ ਵੀ ਵੀ ਉਹਦੇ ਵਿੱਚ ਫਸੇ ਹੋਏ ਕਹੀ ਵੀ ਜਾਂਦੇ ਅਸੀਂ ਆ ਫਸਣਾ ਵੀ ਨਹੀਂ। ਸ਼ਿਕਾਰੀ ਆਊਗਾ ਜਾਲ ਲਾਊਗਾ, ਆਪਾਂ ਫਸਣਾ ਨਹੀਂ। ਇਹਨਾਂ ਨੂੰ ਤਾਂ ਜਦੋਂ ਪਤੀਲੀ ਦੇ ਵਿੱਚ ਕੁਤਰ ਕਤਰ ਕੇ ਪਾ ਦੇਣਾ ਨੇ, ਉੱਥੇ ਵੀ ਕਹੀ ਜਾਣਾ, ਉੱਥੇ ਵੀ ਕਹੀ ਜਾਣਾ ਵੀ ਅਸੀਂ ਫਸਣਾ ਨਹੀਂ। ਇਸ ਕਰਕੇ ਇੱਕ ਗੁੜਾ ਜੀ ਮੈਨੂੰ ਇੱਕ ਮੂਰਤੀਕਾਰ ਦੀ ਗੱਲ ਯਾਦ ਆਈ। ਕੀ ਬਾਤ, ਇੱਕ ਵਾਰੀ ਇੱਕ ਮੂਰਤੀਕਾਰ ਨੇ ਪਰਮਾਤਮਾ ਨੂੰ ਕਿਹਾ ਕੀ ਬਾਤ ਹੈ ਕਿ ਹੇ ਪਰਮਾਤਮਾ, ਤੂੰ ਵੀ ਇੱਕ ਕਲਾਕਾਰ ਹੈ ਤੇ ਮੈਂ ਵੀ ਇੱਕ ਕਲਾਕਾਰ ਹਾਂ। ਜੀ, ਤੂੰ ਅਨੇਕਾਂ ਮੂਰਤੀਆਂ ਬਣਾ ਕੇ ਇਸ ਧਰਤੀ ਦੇ ਉੱਤੇ ਭੇਜ ਦਿੱਤੀਆਂ, ਜੀ। ਤੇ ਮੈਂ ਅਨੇਕਾਂ ਮੂਰਤੀਆਂ ਬਣਾ ਕੇ ਇਸ ਧਰਤੀ ਤੇ ਵੇਚ ਦਿੱਤੀਆਂ, ਵੇਚ ਦਿੱਤੀਆਂ, ਪੈਸੇ ਵੱਟੇ ਆ। ਪੈਸੇ ਵੱਟੇ ਆ, ਕੀ ਬਾਤ, ਕਿਉਂਕਿ ਲੋਕ ਖਰੀਦਦਾਰ ਹੈਗੇ ਆ। ਜੀ, ਉਹਨੇ ਅਨੇਕਾਂ ਮੂਰਤੀਆਂ ਬਣਾ ਕੇ ਇਸ ਧਰਤੀ ਤੇ ਵੇਚ ਦਿੱਤੀਆਂ। ਹਾਂ, ਪਰ ਉਹ ਕਹਿੰਦਾ ਸੱਚ ਜਾਣੀ, ਬੜੀ ਸ਼ਰਮ ਆਉਂਦੀ ਹੈ ਜਦੋਂ ਤੇਰੀਆਂ ਬਣਾਈਆਂ ਮੂਰਤੀਆਂ ਮੇਰੀਆਂ ਬਣਾਈਆਂ ਮੂਰਤੀਆਂ ਦੇ ਅੱਗੇ ਸਿਰ ਝੁਕਾਉਂਦੀਆਂ ਨੇ। ਸੱਚ ਜਾਣੀ ਬਹੁਤ ਸ਼ਰਮ ਆਉਂਦੀ ਹੈ। ਕੀ ਬਾਤ। ਇੱਥੇ ਇਹ ਸ਼ਰਮ ਮਹਿਸੂਸ ਕਰਦੇ ਹਾਂ ਅਸੀਂ ਵੀ, ਕਿਉਂਕਿ ਅਸੀਂ ਦੇਖ ਰਹੇ ਹਾਂ, ਅਸੀਂ ਗ੍ਰੰਥ ਪੜ੍ਹ ਰਹੇ ਹਾਂ, ਪੜ੍ਹਨ ਤੋਂ ਬਾਅਦ ਅਸੀਂ ਇਹ ਦੇਖਦੇ ਹਾਂ ਕਿ ਜਿਹੜੇ ਲੋਕ ਅੱਖਾਂ ਮੀਚ ਕੇ ਮੂਹਰੇ ਬੈਠ ਕੇ ਸਵੇਰੇ ਸ਼ਾਮ ਸੁਣਦੇ ਨੇ, ਟਾਈਮ ਬਰਬਾਦ ਕਰਦੇ ਨੇ, ਪੈਸੇ ਬਰਬਾਦ ਕਰਦੇ ਨੇ ਆਪਣਾ, ਉਹ ਪਰ ਅਮਲ ਪੂਰਾ ਨਹੀਂ। ਅੱਜ ਵੀ ਪਹਿਲਾਂ ਨਾਲੋਂ ਅੰਧ ਵਿਸ਼ਵਾਸ ਵਧਿਆ ਹੈ। ਅੱਜ ਵੀ ਜਿੱਥੇ ਸਮਾਂ ਸੀ ਵਿਗਿਆਨ ਹੋਂਦ ਵਿੱਚ ਘੱਟ ਆਈ ਸੀ, ਜਾਂ ਇੱਥੇ ਸਾਡੇ ਦੇਸ਼ ਦੇ ਵਿੱਚ ਉਨਾ ਪਸਾਰਾ ਨਹੀਂ ਸੀ, ਤੇ ਉਸ ਵੇਲੇ ਜਦੋਂ ਕੋਈ ਬਿਮਾਰ ਹੋ ਜਾਂਦਾ ਸੀ, ਇਦਾਂ ਦੀ ਬਿਮਾਰੀ ਚਿੰਬੜ ਜਾਂਦੀ ਸੀ, ਸਿਰ ਦੁਖਦਾ ਸੀ, ਬੱਖੀ 'ਚ ਦਰਦ ਹੁੰਦਾ ਸੀ, ਉਦੋਂ ਲੋਕ ਸਮਝਦੇ ਸੀ ਸਾਨੂੰ ਘਰੇ ਭੂਤ ਚਿੰਬੜ ਗਏ। ਉਦੋਂ ਧਾਗੇ ਤਵੀਤ ਉਹ ਸਾਰਾ ਕੁਝ ਕਰਦੇ ਸੀ ਲੋਕ, ਉਹਨਾਂ ਨੂੰ ਮਜਬੂਰੀ ਸੀਗੀ। ਜੀ ਜੀ। ਪਰ ਅੱਜ ਵੀ ਲੋਕ ਮੈਂ ਦੇਖਿਆ ਵੀ 4-4 ਧਾਗੇ ਗਲਾਂ 'ਚ ਪਾਏ ਹੋਆ, 2-2 ਗਡੋਲਿਆਂ ਨੂੰ ਬੰਨੇ, ਇੱਕ ਗਿੱਟੇ ਨੂੰ ਵੀ ਬੰਨਿਆ ਆ। ਉੱਥੇ ਤੱਕ ਹੀ ਅਜੇ ਤੱਕ ਵੀ ਮਤਲਬ ਉਹਦੇ ਵਿੱਚੋਂ ਨਿਕਲਣਾ ਹੀ ਨਹੀਂ ਚਾਹੁੰਦੇ ਹੈਗੇ। ਜਿੱਦਾਂ ਕੋਪਲੇ ਦੁਆਲਾ ਬੇੜਾਂ ਲਪੇਟੀਆਂ ਹੁੰਦੀਆਂ, ਇਦਾਂ ਆਪਣੇ ਸਰੀਰ ਨੂੰ ਬਣਾਇਆ, ਤਰ੍ਹਾਂ ਦੇ ਲੋਕਟ ਪਾਏ ਹੋ ਆ, ਪਤਾ ਨਹੀਂ ਕੀ ਹਿਸਾਬ ਕਿਤਾਬ ਇੱਥੋਂ ਦਾ ਵੀ ਉਹ ਹੈ ਨਾ, ਇੱਕ ਵਧੀਆ ਜ਼ਿੰਦਗੀ ਜੀ ਜਾ ਸਕਦੀ ਹੈ। ਮਾਨਸਿਕ ਰੋਗੀ ਬਣੇ ਹੋ ਆ, ਤੇ ਉਹਨਾਂ ਨੂੰ ਪਤਾ ਵੀ ਨਹੀਂ ਲੱਗ ਰਿਹਾ ਗੁੜਾ ਜੀ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਹੈਗਾ ਵੀ ਅਸੀਂ ਕੀ ਕਰ ਰਹੇ ਹਾਂ। ਅੱਛਾ, ਇੱਥੇ ਗੱਲ ਇਹ ਵੀ ਆਪਾਂ ਲੈ ਵੀ ਧਾਰਮਿਕ ਵਿਸ਼ਾ ਕਹਿੰਦੇ ਛੇੜੀ ਦਾ ਨਹੀਂ ਹੁੰਦਾ, ਇਹ ਗੱਲ ਨਹੀਂ ਆਪਾਂ ਕਰਨੀ। ਪਰ ਮੈਂ ਕਹਿੰਦਾ ਵੀ ਜ਼ਿੰਦਗੀ ਬਦਲਣ ਲਈ ਸਮਾਂ ਜ਼ਰੂਰ ਮਿਲਦਾ, ਸਮਾਂ ਨਿਕਲ ਗਿਆ ਤੇ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ। ਸ਼ਾਇਦ ਤੁਹਾਡੀ ਇੰਨੀ ਕੁ ਗੱਲ ਸੁਣ ਕੇ ਹੀ ਬਦਲ ਜਾਣ, ਪਰ ਆਪਾਂ ਕਿਸੇ ਧਾਰਮਿਕ ਵਿਸ਼ੇ ਨੂੰ ਛੇੜਨਾ, ਕਿਸੇ ਅਸੀਂ ਸੰਤ ਬਾਬਿਆਂ ਤੋਂ ਬਹੁਤ ਡਰਦੇ ਆ ਜੀ। ਅਸੀਂ ਨਹੀਂ ਕਹਿੰਦੇ ਤੁਹਾਨੂੰ ਮਾੜਾ, ਤੁਸੀਂ ਆਪਣਾ ਸੂਤ ਲਾਈ ਚੱਲੋ, ਇਹ ਲੋਕ ਜਾਗ ਪੈਣਗੇ ਤਾਂ ਆਪੇ ਹਟਾ ਦੇਣਗੇ, ਕਿਉਂ ਜੀ? ਜੀ ਜੀ, ਆਪਾਂ ਨਹੀਂ ਕੁਝ ਕਹਿੰਦੇ। ਕਦੀ ਤਾਂ ਜਾਗਰਤੀ ਆਊਗੀ, ਦੇਖਦੇ ਆ ਕਦੋਂ ਜਾਗਦੇ ਆਓ ਤਾਂ। ਬਿਲਕੁਲ। ਇਹ ਵਿਰਕ ਸਾਹਿਬ ਗੱਲ ਇਹ ਕਰੀਏ ਹਾਂਜੀ ਵੀ ਤੁਸੀਂ ਲੇਖਕ ਵੀ ਹੋ ਜੀ, ਤੁਸੀਂ ਗੀਤਕਾਰ ਵੀ ਹੋ, ਤੁਸੀਂ ਨਾਟਕ ਕਲਾਕਾਰ ਵੀ ਹੋ ਜੀ। ਇਹ ਕੋਈ ਛੋਟੀ ਗੱਲ ਨਹੀਂ ਹੈ। ਹੁਣ ਤੱਕ ਕਿੰਨੇ ਕੁ ਗੀਤ ਲਿਖ ਚੁੱਕੇ ਹੋ? ਹੁਣ ਤੱਕ ਗੀਤ ਜੀ ਮੈਂ ਤੁਹਾਨੂੰ ਆਹ ਕਾਪੀ ਅੱਗੇ ਦਿਖਾਈ ਹੈ ਜੀ, ਇੱਕ ਕਾਪੀ ਇਹਦੇ ਨਾਲ ਦੀ ਤਾਂ
ਇੱਕ ਕਾਪੀ ਇਹਦੇ ਨਾਲ ਦੀ ਐਡੀ ਕੁ ਤਾਂ ਪਹਿਲਾਂ ਭਰੀ ਪਈ ਆ, ਹੁਣ ਆ ਅੱਧ ਦੇ ਵਿੱਚ ਹੁਣ ਇਹ ਆ ਗਈ ਵਾ। ਇੱਥੇ ਮੈਂ ਬੜੇ ਚਲੋ ਵਿੱਚੋਂ ਖੋਲ ਕੇ ਨਾ ਦਿਖਾਈਏ, ਇਹ ਵਿਰਕ ਸਾਹਿਬ ਵਰਗੇ ਬਹੁਤ ਸਾਰੇ ਗੀਤਕਾਰ ਨੇ ਜਿਹੜੇ ਅੱਜ ਅਲੋਪ ਰਹਿ ਗਏ ਨੇ। ਅਫਸੋਸ ਇਹ ਕਿ ਇੱਕ ਵਰਕਾ ਲਿਖਿਆ ਹੋਇਆ ਗੀਤਕਾਰ ਦਾ ਉੱਥੋਂ ਕਲਾਕਾਰ ਗੀਤ ਗਾ ਕੇ ਆਪ ਤਾਂ ਕਰੋੜਾਂ ਲੱਖਾਂ ਰੁਪਏ ਬਣਾ ਕੇ ਆਪ ਜਹਾਜ਼ਾਂ 'ਚ ਘੁੰਮਣ ਜੋਗਾ, ਆਪ ਕੋਠੀ ਬੰਗਲੇ ਬਣਾ ਕੇ ਬਹਿ ਜਾਂਦਾ, ਪਰ ਗੀਤਕਾਰ ਦੇ ਜਿਹੜੇ ਹਾਲਾਤ ਨੇ ਉਹ ਵਿਚਾਰਾ ਉਸੇ ਸਾਈਕਲ ਦੇ ਉੱਤੇ ਗੀਤ ਲਿਖਣ ਜੋਗਾ ਹੀ ਰਹਿ ਜਾਂਦਾ। ਉਹਨੂੰ ਇੱਕ ਪੈਨ ਤੱਕ ਵੀ ਉਹਨੂੰ ਨਸੀਬ ਨਹੀਂ ਹੁੰਦਾ, ਜਾਂ ਕਿਵੇਂ ਦੇ ਹਾਲਾਤ ਨੇ ਗੀਤਕਾਰਾਂ ਦੇ। ਤੁਸੀਂ ਤੁਹਾਡੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਚੰਗੀ ਤਰ੍ਹਾਂ ਜਾਣਦੇ ਹੋ। ਇੱਥੇ ਕਲਾਕਾਰਾਂ ਨੂੰ ਮੈਂ ਜ਼ਰੂਰ ਕਹੂੰਗਾ ਕਿ ਉਹਨਾਂ ਨੂੰ ਬਣਦੀ ਦਸੌਂਦ ਉਹਨਾਂ ਦੀ ਜ਼ਰੂਰ ਪਾਉਣੀ ਚਾਹੀਦੀ ਹੈ ਤੇ ਐਕਟਿੰਗ ਵੀ ਤੁਸੀਂ ਕਰਦੇ ਹੋ। ਕਿੰਨੀਆਂ ਤੁਸੀਂ ਮੂਵੀ ਦੇ ਵਿੱਚ ਕੰਮ ਕੀਤਾ? ਸ਼ਾਰਟ ਮੂਵੀ ਦਾ ਜੀ ਆਜ਼ਾਦ ਰੰਗਮੰਚ ਦੇ ਨਾਲ ਅਟੈਚ ਸੀਗੇ, ਤਾਂ ਇਹਦੇ ਨਾਲ ਤਕਰੀਬਨ ਬਹੁਤ ਪਹਿਲਾਂ ਤੋਂ ਮਤਲਬ ਹੋ ਗਏ 5 ਸਾਲ ਹੋ ਹੀ ਗਏ ਆ ਜੀ। ਸੀਗੇ ਕਿਹਾ ਨਾ ਤੁਸੀਂ? ਸੀਗੇ ਮੈਂ ਕਿਉਂਕਿ ਤਿਆਰੀ ਦੇ ਵਿੱਚ ਸੀ ਵੀ ਹੁਣ ਪਰ ਪਤਾ ਨਹੀਂ ਕਿੰਨਾ ਸਮਾਂ ਵਾਪਸ ਆਵਾਂਗੇ ਤਾਂ ਫੇਰ ਮੁੜ ਕੇ ਫੇਰ ਅਟੈਚ ਹੋਵਾਂਗੇ ਦੁਬਾਰਾ, ਵੀ ਹੁਣ ਫੇਰ ਦੁਬਾਰਾ ਉਹਦੇ ਵਿੱਚ ਹੀ ਆ। ਤੇ ਇਹਨਾਂ 5 ਸਾਲਾਂ ਦੇ ਦੌਰਾਨ ਅਨੇਕਾਂ ਸ਼ਾਰਟ ਮੂਵੀਜ਼ ਬਣਾਉਣ ਦਾ ਮੌਕਾ ਮਿਲਿਆ, ਬਹੁਤ ਨਾਟਕਾਂ ਦੇ ਵਿੱਚ ਕੰਮ ਕਰਨ ਦਾ ਤੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ ਕੰਮ ਕਰਨ ਦਾ। ਜਿੱਦਾਂ ਹੁਣ ਜੇ ਸੀਤੋ ਫਿਲਮ ਆਈ ਸੀਗੀ, ਉਹਦੇ ਵਿੱਚ ਤਕਰੀਬਨ ਕਰੋੜਾਂ ਲੋਕਾਂ ਨੇ ਉਹਨੂੰ ਪਸੰਦ ਕੀਤਾ। ਇਹੋ ਜਿਹੀਆਂ ਮਤਲਬ ਅਸੀਂ ਵੀ ਮਾਣ ਮਹਿਸੂਸ ਕਰਦੇ ਹਾਂ ਵੀ ਇਹੋ ਜਿਹੀਆਂ ਵਧੀਆ ਫਿਲਮਾਂ ਦੇ ਵਿੱਚ ਸਾਨੂੰ ਮੌਕਾ ਮਿਲਦਾ। ਉਹਨਾਂ ਨੇ ਸਾਨੂੰ ਯੋਗ ਸਮਝਿਆ ਇਹਦੇ ਵਿੱਚ ਕੰਮ ਕਰਨ ਦੇ ਲਈ, ਅਸੀਂ ਬੜੇ ਧੰਨਵਾਦੀ ਹਾਂ। ਤੁਸੀਂ ਬੜਾ ਭੰਡਦੇ ਸੀ ਹੁਣੇ ਬਾਬਿਆਂ ਨੂੰ। ਹਾਂਜੀ। ਤੇ ਤੁਸੀਂ ਜੀਵਨ ਮਹਿਮੀ ਦੇ ਗੀਤ ਦੇ ਵਿੱਚ ਆਪ ਬਾਬੇ ਬਣੇ ਹੋ ਸੀ। ਉਹ ਤਾਂ ਉਹਨਾਂ ਨੂੰ ਦਿਖਾਲਣ ਲਈ ਜੀ ਬਣਾਉਣਾ ਪੈਂਦਾ ਜੀ, ਨਹੀਂ ਤਾਂ ਬਾਬਿਆਂ ਦਾ ਆਹ ਹੋਣਾ ਆ। ਤੇ ਜੇ ਤਾਂ ਇਹ ਹਾਲ ਕਰਾਉਣਾ ਆ ਤਾਂ ਫਿਰ ਦੇਖ ਲਓ ਵੀ ਇਦਾਂ ਹੀ ਬਣੇ ਰਹੋ। ਤੇ ਜੇ ਸੁਧਰ ਕੇ ਬੰਦੇ ਬਣਨਾ, ਪਰ ਬੰਦੇ ਬਣੇ ਰਹਿਣਾ ਬੜਾ ਮੁਸ਼ਕਲ ਹੈ। ਬੰਦੇ ਬਣੇ ਰਹਿਣਾ ਹੀ ਬੜਾ ਔਖਾ। ਬੰਦੇ ਬਣੇ ਰਹਿਣਾ ਬਹੁਤ ਮੁਸ਼ਕਲ ਹੈ, ਸ਼ੈਤਾਨ ਬਣਨਾ ਬੜਾ ਆਸਾਨ ਹੈ। ਤੇ ਬੜੀ ਪਾਇਦਾਰ ਗੱਲ ਹੈ, ਬੜੀ ਵਜ਼ਨਦਾਰ ਗੱਲ ਹੈ। ਇਨਸਾਨ ਬਣ ਕੇ ਰਹਿਣਾ ਹੀ ਔਖਾ ਹੈ। ਦੇਵਤੇ ਬਣਨਾ ਛੱਡੋ, ਰੱਬ ਦੇ ਜੱਬ ਤੋਂ ਦੂਰ ਰਹੋ ਤੇ ਉਹ ਸ਼ੈਤਾਨੀ ਤੋਂ ਪਰੇ ਰਹੋ, ਇੱਕ ਚੰਗੇ ਇਨਸਾਨ ਬਣੀਏ। ਜਿਵੇਂ ਅੱਜ ਦਾ ਸਾਡਾ ਵਿਸ਼ਾ ਵੀ ਇਹੀ ਹੈ ਕਿ ਸਮਾਜ ਦੇ ਅੰਦਰ ਇੱਕ ਦੂਜੇ ਦਾ ਮਾਣ ਸਤਿਕਾਰ, ਹਾਸੇ ਠੱਠੇ ਮਸ਼ਕਰੀਆਂ, ਕਿਵੇਂ ਅੱਗੇ ਇੱਕ ਦੂਜੇ ਦੀ ਗੱਲ ਸਹਾਰਦੇ ਸੀਗੇ। ਤੇ ਜਦੋਂ ਤੁਸੀਂ ਨਾਟਕ ਕਲਾਕਾਰ ਹੈ, ਤੁਹਾਨੂੰ ਵੈਸੇ ਤਾਂ ਸਾਰੇ ਰੋਲ ਜਿਵੇਂ ਕਲਾਕਾਰ ਨੂੰ ਸਾਰੇ ਗੀਤ ਪਿਆਰੇ ਹੁੰਦੇ ਆ, ਹਨਾ, ਤੇ ਇਦਾਂ ਹੀ ਜਿਹੜਾ ਕਲਾਕਾਰ ਹੈ, ਐਕਟਰ ਜਿਹੜਾ ਆ, ਉਹਨੂੰ ਆਪਣੇ ਸਾਰੇ ਤਰ੍ਹਾਂ ਦੇ ਰੋਲ ਪਿਆਰੇ ਹੁੰਦੇ ਨੇ। ਤੁਹਾਨੂੰ ਕਿਹੜਾ ਰੋਲ ਜ਼ਿਆਦਾ ਏਦਾਂ ਪਿਆਰਾ ਹੈ? ਮੈਨੂੰ ਤਾਂ ਜੀ ਵੈਸੇ ਤਾਂ ਉਹਦਾ ਹਰੇਕ ਰੋਲ ਦੇ ਵਿੱਚ ਇਹਨੇ ਖੁੱਭ ਕੇ ਕੰਮ ਕੀਤਾ। ਜੇ ਉਹਨਾਂ ਨੇ ਕਹਿ ਦਿੱਤਾ, ਡਾਇਰੈਕਟਰ ਸਾਹਿਬ ਉਹਨਾਂ ਨੇ ਕਹਿ ਦਿੱਤਾ ਵੀ ਆਹੀ ਰੋਲ ਕਰਨਾ ਤੇ ਇਹੀ ਕਰਨਾ ਹੈ। ਤੇ ਕਈ ਵਾਰੀ ਹੁੰਦੀ ਵੀ ਜਿੱਥੇ ਮਾਨਾਈਆਂ ਕਰਨ ਦਾ ਫਿਰ ਮੌਕਾ ਮਿਲ ਜਾਂਦਾ, ਵੀ ਕਿਤੇ ਕੋਈ ਭੰਡਾਂ ਦਾ ਪ੍ਰੋਗਰਾਮ ਕਰਨਾ ਪੈ ਜਾਵੇ, ਕਿਤੇ ਮਵੇਕਰੀ ਦਾ ਕਰਨਾ ਪੈ ਜਾਵੇ, ਫਿਰ ਉੱਥੇ ਮਾਨਾਈਆਂ ਕਰ ਲਈਦੀਆਂ ਆ। ਇੱਥੇ ਦੱਸ ਦਈਏ ਕਿ ਜਿਹੜਾ ਡਾਇਰੈਕਟਰ ਹੁੰਦਾ ਆ, ਜਿਹੜਾ ਨਿਰਦੇਸ਼ਕ ਹੁੰਦਾ, ਉਹਦੇ ਮੁਤਾਬਕ ਕਲਾਕਾਰ ਨੇ ਕੰਮ ਕਰਨਾ ਹੁੰਦਾ। ਜਿਵੇਂ ਐਕਟਰ ਕਹਿ ਰਿਹਾ ਕਿ ਇਸ ਤਰੀਕੇ ਦੇ ਨਾਲ ਤੁਸੀਂ ਬਾਂਹ ਹਿਲਾਉਣੀ ਆ, ਅੱਖ ਹਿਲਾਉਣੀ ਆ, ਹੱਥ ਹਿਲਾਉਣਾ, ਇੱਥੋਂ ਸਟੈਪ ਚੱਕਣਾ ਹੈ, ਇੱਥੇ ਰੱਖਣਾ ਹੈ, ਇੱਥੇ ਅੱਗੇ ਪੈਰ ਰੱਖਣਾ, ਇੱਥੇ ਉਹਦੇ ਮੁਤਾਬਕ ਹੀ ਚੱਲਣਾ ਪੈਂਦਾ। ਉਹਦੇ ਮੁਤਾਬਕ ਹੀ ਮੇਕਅਪ ਤੇ ਉਹਦੇ ਮੁਤਾਬਕ ਹੀ ਡਰੈਸਿਸ ਜਿਹੜੇ ਪਾਉਣੇ ਪੈਂਦੇ ਨੇ। ਪਰ ਵਿਰਕ ਸਾਹਿਬ ਨੂੰ ਜਿਹੜਾ ਜਦੋਂ ਇਹ ਕੰਮ ਕਰਦੇ ਨੇ ਤਾਂ ਡਾਇਰੈਕਟਰ ਨੂੰ ਇਹਨਾਂ ਦੇ ਮੁਤਾਬਕ ਚੱਲਣਾ ਪੈ ਜਾਂਦਾ। ਉਹ ਕਹਿੰਦੇ ਭਰਾਵਾ ਪਤਾ ਨਹੀਂ ਤੁਸੀਂ ਆਪ ਮਾਰੇ ਕਿੱਥੇ ਨੂੰ ਮੁੜ ਜਾਣਾ, ਇਸ ਕਰਕੇ ਭਰਾਵਾ ਜਿੱਦਾਂ ਤੁਹਾਡਾ ਜੀ ਕਰ ਉਦਾਂ ਕਰ ਲਿਓ। ਅੱਛਾ, ਤੁਸੀਂ ਭੰਡ ਦੀ ਗੱਲ ਕੀਤੀ ਸੀ। ਹਾਂਜੀ ਹਾਂਜੀ। ਤੇ ਭੰਡ ਦਾ ਜਦੋਂ ਰੋਲ, ਵੈਸੇ ਬਹੁਤ ਔਖਾ ਕੰਮ ਹੈ ਔਖਾ ਬੜਾ, ਐ ਮਾੜਾ ਜਿਹਾ ਉਹਦੇ ਵਿੱਚ ਗੈਪ ਨਹੀਂ ਚਾਹੀਦਾ। ਕਿਹੜਾ ਗੀਤ ਉਹ ਛੇੜੀਏ ਨਾ, ਮੈਂ ਨਹੀਂ ਛੇੜਦਾ ਤਾਂ ਤੁਸੀਂ ਹੁਣ ਉਹਨਾਂ ਦੀ ਯਾਦ ਨੂੰ ਛੇੜਦੇ ਜਾ ਕੇ, ਹਨਾ। ਕਿਹੜਾ ਗੀਤ ਆ ਉਹ ਭਲਾ? ਛੇੜੀਏ ਨਾ ਮਰਾਸੀ ਜਾਤ ਨੂੰ। ਤੇ ਉਹ ਟਿੱਚਰ ਨਾ ਕਰੀਏ ਮਰਾਸੀ ਜਾਤ ਨੂੰ, ਟਿੱਚਰ ਨਾ ਕਰੀਏ ਮਰਾਸੀ ਜਾਤ ਨੂੰ, ਪਰ ਸੋਟੀ ਢੀਹੇ ਬਿਨਾ ਤੁਰੀਏ ਨਾ ਰਾਤ ਨੂੰ, ਟਿੱਚਰ ਨਾ ਕਰੀਏ ਮਰਾਸੀ ਜਾਤ ਨੂੰ। ਤੇ ਤੁਸੀਂ ਜਦੋਂ ਭੰਡਾਂ ਦਾ ਰੋਲ ਅਦਾ ਕਰਦੇ ਹੋ, ਹਾਂਜੀ, ਤੇ ਉਹ ਨਹੀਂ ਕਹਿੰਦੇ ਯਾਰ ਸਾਡੇ ਰੁਜ਼ਗਾਰ ਤੇ ਲੱਤ ਮਾਰਦੇ ਆ? ਉਹ ਤਾਂ ਜਦੋਂ ਕਈ ਵਾਰੀ ਅਸੀਂ ਪ੍ਰੋਗਰਾਮ ਕਰਦੇ ਹੁੰਦੇ ਆ, ਅਸੀਂ ਭੰਡ ਬਾਹਰ ਖੜ ਕੇ ਦੇਖਦੇ ਹੁੰਦੇ ਵੀ ਇਹ ਭੰਡ ਤਾਂ ਅੱਗੇ ਕਦੇ ਦੇਖੇ ਨਹੀਂ ਅਸੀਂ ਇਲਾਕੇ ਦੇ ਵਿੱਚ, ਇਹ ਕਿੱਥੋਂ ਆਏ ਆ। ਕਿਤੇ ਬਾਹਰ ਨਿਕਲਦਿਆਂ ਨੂੰ ਪੈ ਨਹੀਂ ਜਾਂਦੇ, ਏਰੀਆ ਸਾਡਾ ਹੋ ਸਕਦਾ ਸੀ। ਭੰਡਾਂ ਦੇ ਵਿੱਚ ਵੈਸੇ ਇਹ ਆ, ਇਹ ਜਿੱਥੇ ਆਪਾਂ ਵਿਅੰਗ ਦੀ ਗੱਲ ਕਰਦੇ ਆ, ਇਹ ਬਹੁਤ ਹੀ ਖੂਬਸੂਰਤ ਵਿਅੰਗ ਇੱਕ ਦੂਜੇ ਨੂੰ ਸਮਝਾਉਣ ਦਾ। ਜੀ ਜੀ ਬਿਲਕੁਲ ਜੀ। ਲੀਡਰਾਂ ਤੇ ਭੈੜੇ ਸਿਸਟਮ ਤੇ ਵਿਅੰਗ ਕੱਸਦੇ ਨੇ ਜੀ। ਤੇ ਤੁਸੀਂ ਕਿਹੜਾ ਡਾਇਲੋਗ ਤੁਹਾਨੂੰ ਜ਼ਿਆਦਾ ਪਸੰਦ ਹੈ? ਉਹ ਭੰਡਾਂ ਵਾਲਾ? ਭੰਡਾਂ ਵਾਲਾ ਜੀ ਵੈਸੇ ਭੰਡਾਂ ਦੇ ਵਿੱਚ ਸਿਫਤ ਕਰਦੇ ਹੁੰਦੇ ਕਿ ਭੰਡਦੇ ਹੁੰਦੇ ਆ? ਨਹੀਂ, ਹੈ ਤਾਂ ਭੰਡਣਾ ਹੀ ਆ। ਉਹ ਉਹਨਾਂ ਨੂੰ ਐ ਲੱਗਦੀ ਵੀ ਸਿਫਤ ਹੀ ਆ, ਪਰ ਸਿਫਤ ਦੇ ਵਿੱਚ ਵਿੱਚ ਉਹ ਭੰਡੀ ਜਾਂਦੇ ਰਹਿੰਦੇ ਹੁੰਦੇ ਆ। ਅੱਛਾ,
ਇੱਕ ਉਹ ਤੁਹਾਡਾ ਡਾਇਲੌਗ ਸੁਣਿਆ ਸੀਗਾ ਵੀ ਕਿਸੇ ਮੰਤਰੀ ਸਟੇਜ ਤੇ ਆ ਜਾਂਦੇ ਆ, ਉਹਨੂੰ ਕੁੱਤਾ ਪੈ ਜਾਂਦਾ, ਕੋਈ ਏਦਾਂ ਦਾ ਸੁਣਿਆ ਸੀ ਤੁਹਾਡਾ। ਉਹ ਐਂ ਸੀਗਾ ਜੀ, ਉੱਥੇ ਕਿਤੇ ਵੋਟਾਂ ਵੋਟਾਂ ਦੇ ਦਿਨ ਦੇ ਵਿੱਚ ਤੁਹਾਨੂੰ ਪਤਾ ਹੀ ਵੀ ਇਹ ਤਾਂ ਫੇਰ ਤਾਂ ਉਹ ਭਾਵੇਂ ਕੋਈ ਨਹੀਂ ਵੀ ਜਾਣਦਾ ਪਛਾਣਦਾ ਹੋਵੇ ਉਹਨੂੰ ਵੀ ਮੱਲੀ ਮੱਲੀ ਮੋਹਰੇ ਹੋ ਕੇ ਬੁਲਾਉਂਦੇ ਹੁੰਦੇ ਆ, ਉਹਦੇ ਵੀ ਨਿਆਣੇ ਫੜ ਫੜ ਕੇ ਨਾਲ ਫੜੀ ਜਾਂਦੇ ਹੁੰਦੇ ਆ, ਭਾਵੇਂ ਉੱਤੇ ਮੂੰਹ ਦਾ ਹੀ ਕਰ ਦੇਵੇ ਉਹਨਾਂ ਦੇ, ਤਾਂ ਵੀ ਉਹ ਕਹਿੰਦੇ ਕੋਈ ਨਹੀਂ ਤਾਂ ਕਰ ਲਵਾਂਗੇ, ਕੋਈ ਨਹੀਂ ਸਾਫ਼ ਘਰ ਜਾ ਕੇ ਆਉਂਦਾ, ਕਿਉਂਕਿ ਉਹ ਸਾਰਾ ਕੁਝ ਉਦੋਂ ਮਨਜ਼ੂਰ ਹੁੰਦਾ, ਕਿਉਂਕਿ ਗਾਂ ਦੀ ਖਾਤਰ ਜਿਹੜੀ ਬਿੱਲੀ ਕੰਨ ਕਤਰਾਉਣ ਲੱਗੀ ਹੁੰਦੀ ਆ, ਕੀ ਬਾਤ, ਉਹਨੂੰ ਪਤਾ ਵੀ ਮੈਂ ਅਗਲੇ 5 ਸਾਲ ਇਹਨਾਂ ਨੂੰ ਵੱਢਣਾ ਕਿੱਦਾਂ ਆ, ਵੱਢਣਾ ਤੇ ਹੁਣ ਇੱਕ ਵਾਰੀ ਤਾਂ ਮੂਤ ਕਰ ਲੈਣ ਦੇ ਜੀ ਤੇ ਇਹਨਾਂ ਦੇ ਸਿਰ 'ਚ ਹੀ ਮੂਤਣਾ ਮੈਂ 5 ਸਾਲ। ਜੀ 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 ਜੀ। ਤੇ ਉਹ ਚ ਗੱਲ ਕਰਦੇ ਸੀਗੇ ਜੀ ਵੀ ਮੰਤਰੀ ਇਕੱਠੇ ਹੋਏ ਤੇ ਜਦੋਂ ਭਾਸ਼ਣ ਦੇ ਕੇ ਉਤਰੇ ਹੀ ਨਹੀਂ, ਉਹ ਭੰਡਾ ਵਾਲੇ ਅੰਦਾਜ਼ ਦੇ ਵਿੱਚ ਜਜ਼ਮਾਨਾ। ਵੈਸੇ ਇਹ ਭੰਡਾਂ ਦਾ ਅੰਦਾਜ਼ ਹੀ ਇਦਾਂ ਦਾ, ਜਦੋਂ ਕਿਸੇ ਨੂੰ ਵਿਅੰਗ ਕਿਸੇ ਨੂੰ ਗੱਲ ਕਰਦੇ ਨੇ ਤੇ ਉਹ ਆਪਣੇ ਅੰਦਾਜ਼ 'ਚ ਹੀ ਕਰਦੇ ਨੇ, ਤੇ ਤੁਸੀਂ ਵੀ ਉਸ ਅੰਦਾਜ਼ ਦੇ ਵਿੱਚ ਉਸੇ ਅੰਦਾਜ਼ 'ਚ। ਹੁਣ ਫਿਰ ਜੇ ਸਾਜ਼ ਸੂਝ ਫੜੇ ਹੋਣ ਤਾਂ ਫਿਰ ਤਾਂ ਉਸੇ ਅੰਦਾਜ਼ ਵਿੱਚ ਕਰਦੇ ਜੀ। ਸਾਜ਼ ਕਿਹੜਾ, ਤੁਸੀਂ 10 ਮਜੀਸ਼ੀਅਨ ਲੈ ਕੇ ਆਉਣੇ ਹੁੰਦੇ ਆ ਆਪਣੇ ਹੱਥ 'ਚ ਪਟਾਕੀ ਤੇ ਇੱਕ ਡੋਰੀ। ਚਲੋ ਇਹ ਮੂਡ ਬਣਾਉਣਾ ਵੀ ਥੋੜਾ ਜਿਹਾ ਔਖਾ ਹੁੰਦਾ, ਤੇ ਇੱਥੇ ਇਹ ਆਖਰ ਤੇ ਕੀ ਸੰਦੇਸ਼ ਦੇਣਾ ਚਾਹੋਗੇ ਬਿਰਕ ਸਾਹਿਬ, ਜਿਵੇਂ ਲੋਕ ਅੰਧ ਵਿਸ਼ਵਾਸ ਤੋਂ ਪਰੇ ਹੋ ਕੇ ਵਿਗਿਆਨੀ ਬਣਨ, ਹਾਂਜੀ ਵਿਗਿਆਨ ਨਾ ਜੋੜਨ, ਜੀ ਜੀ ਬਿਲਕੁਲ ਜੀ, ਲੋਕ ਰੱਬ ਦੇ ਜੱਬ ਤੋਂ ਪਰੇ ਹੋ ਕੇ ਕੁਦਰਤ ਨਾਲ ਜੋੜਨ, ਕੁਦਰਤ ਨਾਲ ਜੁੜਨ। ਕੁਦਰਤ ਬੜੀ ਬੇਅੰਤ ਹੈ, ਕੁਦਰਤ ਨੇ ਜਿੱਦਾਂ ਆਪਾਂ ਕਹਿੰਦੇ ਵੀ ਕੁਦਰਤੀ ਆ, ਮਤਲਬ ਵੀ ਕੁਦਰਤੀ ਉਹਦਾ ਬਚਾਅ ਹੋ ਗਿਆ, ਕੁਦਰਤ ਨੇ ਸਾਡੇ ਲਈ ਇੰਨੀਆਂ ਨਿਯਮਤਾਂ ਬਖਸ਼ੀਆਂ ਆ ਜਿਹਦੇ ਨਾਲ ਅਸੀਂ ਹਰ ਬਿਮਾਰੀ ਤੋਂ ਨਿਜਾਤ ਪਾ ਸਕਦੇ ਹਾਂ ਜੀ, ਹਨਾ। ਪਰ ਅਸੀਂ ਇੰਨੇ ਆਰਾਮਦੇ ਹੋਏ ਹਾਂ, ਜਿੰਨਾ ਸਾਡੇ ਕੋਲ ਪੈਸਾ ਵਧੀ ਜਾਂਦਾ ਉਹਨਾਂ ਅਸੀਂ ਆਰਾਮਦੇ ਹੋਈ ਜਾਂਦੇ ਹਾਂ, ਬਿਲਕੁਲ ਹਨਾ। ਕਦੀ ਸੈਰ ਵੀ ਨਹੀਂ ਕਰਨ ਦੀ ਲੋੜ ਹੈਗੀ, ਅਸੀਂ ਜਿੰਨਾ ਕੰਮਾਂ ਦੇ ਲਈ ਜਾਂ ਕਮਾਈ ਦੇ ਲਈ ਜੱਫੇ ਪਾਉਣ ਲੱਗੇ ਹਾਂ, ਵੱਧ ਤੋਂ ਵੱਧ ਕਮਾਈ ਦੇ ਲਈ ਕਰਨ ਲੱਗੇ ਹਾਂ, ਜੇ ਕਿਤੇ ਉਹਦੇ ਵਿੱਚੋਂ ਅਸੀਂ ਮੰਨ ਲਈਏ ਵੀ ਕੁਦਰਤ ਨਾਲ ਵੀ ਰੋਜ਼ 1 ਘੰਟਾ ਜੁੜ ਕੇ ਰਹਿਣਾ, ਰੋਜ਼ ਸੈਰ ਇਹ ਕਰਨੀ ਆ, ਨੈਚੁਰਲ ਜੋ ਖਾਣਾ ਆ, ਜੋ ਮਤਲਬ ਕੁਦਰਤੀ ਆ ਆਹਾਰ ਉਹੀ ਖਾਈਏ, ਫਾਸਟ ਫੂਡਾਂ ਤੋਂ ਇਹੋ ਜਿਹੀਆਂ ਚੀਜ਼ਾਂ ਤੋਂ ਦੂਰ ਰਹੀਏ, ਤਾਂ ਮੈਨੂੰ ਲੱਗਦਾ ਕਿ ਵਧੀਆ ਜੀਵਨ ਬਤੀਤ ਕਰ ਸਕਦੇ ਆ। ਤੇ ਰੱਬ ਦੇ ਜੱਬ ਤੋਂ ਪਰੇ ਹੋ ਕੇ ਕੁਦਰਤ ਨਾਲ ਜੁੜਨ, ਕੁਦਰਤ ਨਾਲ ਜੁੜਨ ਦਾ ਜੀ ਕੀ ਕਹਿਣਾ ਚਾਹੋਗੇ ਤੁਸੀਂ? ਰੱਬ ਦੇ ਜੱਬ ਤੋਂ ਤਾਂ ਰੱਬ ਤਾਂ ਜੀ ਨਾ ਲੱਭਿਆ ਨਾ ਲੱਭਣਾ। ਇੱਕ ਵਾਰੀ ਦੀ ਗੱਲ ਹੈ ਜੀ, ਓਸ਼ੋ ਦਾ ਸਤਸੰਗ ਚੱਲ ਰਿਹਾ ਸੀ, ਤਾਂ ਉਹ ਕਹਿੰਦੇ ਸੀਗੇ ਜੀ ਰੱਬ ਦੇ ਬਾਰੇ ਦੱਸੋ ਜੀ। ਉਹ ਕਹਿੰਦਾ ਜੀ ਜਿਹੜੇ ਬੰਦਿਆਂ ਨੂੰ ਰੱਬ ਦੇ ਬਾਰੇ ਪਤਾ ਆ ਉਹ ਬੰਦੇ ਹੱਥ ਖੜੇ ਕਰਨ। ਅੱਛਾ, ਕੁਛ ਇੱਕ ਬੰਦਿਆਂ ਨੇ ਹੱਥ ਖੜੇ ਕਰ ਦਿੱਤੇ। ਉਹ ਕਹਿੰਦੇ ਹੋਣੇ ਵੀ ਜੇ ਨਾ ਖੜਾ ਕੀਤਾ ਤਾਂ ਵੀ ਕਹਿੰਦੇ ਰੱਬ ਦਾ ਹੀ ਨਹੀਂ ਪਤਾ। ਤੇ ਉਹ ਕਹਿੰਦੇ ਜੀ ਇਹਨਾਂ ਨੂੰ ਪਤਾ ਆ, ਇਹ ਬੰਦੇ ਇਹਨਾਂ ਦੇ ਕੋਲੋਂ ਜਾ ਕੇ ਪੁੱਛ ਲਿਓ ਕਿੱਥੇ ਰੱਬ ਰਹਿੰਦਾ, ਮੈਨੂੰ ਤਾਂ ਪਤਾ ਨਹੀਂ ਉਹਦੇ ਬਾਰੇ। ਮੈਨੂੰ ਪਤਾ ਨਹੀਂ। ਤੇ ਅੱਜ ਸਮਾਂ ਆ ਵੀ ਅਸੀਂ ਕੁਦਰਤ ਨਾਲ ਜੁੜੀਏ, ਹਾਂਜੀ, ਰੱਬ ਦੇ ਜੱਬ ਤੋਂ ਪਰੇ ਹੋਈਏ। ਹੁਣ ਤੇ ਸੰਤ ਜਿਹੜੇ ਰੱਬ ਨੂੰ ਲੱਭਦੇ ਸੀ ਜਾਂ ਜਿਹੜੇ ਰੱਬ ਦਾ ਪ੍ਰਚਾਰ ਕਰਦੇ ਸੀ, ਉਹ ਵੀ ਕਹਿਣ ਲੱਗ ਗਏ ਨੇ ਕਿ ਰੱਬ ਦੇ ਜੱਬ ਚੋਂ ਕੁਝ ਨਹੀਂ ਮਿਲਣਾ ਜੀ, ਵੀ ਅੱਛੇ ਇਨਸਾਨ ਬਣੀਏ, ਕੁਦਰਤ ਨਾਲ ਜੁੜ ਕੇ ਰਹੀਏ, ਵਿਗਿਆਨ ਨਾਲ ਜੁੜ ਕੇ ਰਹੀਏ। ਅੰਧ ਵਿਸ਼ਵਾਸ, ਜੇ ਤੁਸੀਂ ਬਹੁਤੇ ਸੰਤਾਂ ਦੀ ਗੱਲ ਮੰਨਦੇ ਹੋ, ਘੱਟੋ ਘੱਟ ਤੁਸੀਂ ਅੰਧ ਵਿਸ਼ਵਾਸ ਤੋਂ ਪਰੇ ਹੋ ਜਾਓ। ਅੰਧ ਵਿਸ਼ਵਾਸ ਅੱਜ ਵੀ ਦੇਸ਼ ਦੇ ਅੰਦਰ ਸਿਖਰਾਂ ਤੇ ਹੈ। ਇਹਦੇ ਪਿੱਛੇ ਬਹੁਤ ਸਾਰੇ ਲੀਡਰ, ਬਹੁਤ ਸਾਰੇ ਰਾਜਨੀਤਿਕ ਲੋਕਾਂ ਦੀਆਂ ਚਾਲਾਂ ਨੇ, ਤੁਹਾਨੂੰ ਗੁੰਮਰਾਹ ਕਰਕੇ, ਤੁਹਾਨੂੰ ਅੰਧ ਵਿਸ਼ਵਾਸ ਪਾ ਕੇ ਆਪਣਾ ਤੋਰੀ ਫੁਲਕਾ, ਆਪਣਾ ਰਾਜ ਚਲਾਉਣ ਦੇ ਉਹਨਾਂ ਦੇ ਜ਼ਰੀਏ ਨੇ। ਬਿਲਕੁਲ ਠੀਕ ਹੈ ਜੀ। ਤੁਹਾਡਾ ਸਾਰਾ ਪੈਸਾ ਉਹਨਾਂ ਦੀ ਜੇਬ ਦੇ ਵਿੱਚ ਹੈ, ਤੁਹਾਡਾ ਸਾਰਾ ਸੋਨਾ ਉਹਨਾਂ ਦੇ ਕੋਲ ਹੈ। ਸਾਨੂੰ ਅੱਖਾਂ ਘਾੜ ਕੇ ਜਿਉਣ ਦੀ ਲੋੜ ਹੈ, ਪਰ ਅਫਸੋਸ ਕਿ ਇਹ ਦੇਸ਼ ਦੇ ਲੋਕਾਂ ਨੂੰ, ਦੇਸ਼ ਦੇ ਬੱਚਿਆਂ ਨੂੰ ਮੋਬਾਈਲਾਂ ਦੇ ਵਿੱਚ ਫਸਾ ਕੇ ਲੋਕਾਂ ਨੇ ਰੱਖ ਦਿੱਤਾ, ਰਾਜਨੀਤਿਕ ਲੋਕਾਂ ਨੇ। ਤੇ ਸਾਡੀ ਜਿਹੜੀ ਸੋਚ, ਸਾਡੀ ਜਿਹੜੀ ਬੁੱਧੀ ਹੈ, ਭ੍ਰਿਸ਼ਟ ਕਰਕੇ ਰੱਖ ਦਿੱਤੀ ਸਾਨੂੰ। ਅਸੀਂ ਮੰਗਦੇ ਨਹੀਂ ਪਿੰਡ ਆਏ ਲੀਡਰ ਤੋਂ ਵੀ ਸਾਡੇ ਪਿੰਡ ਦੇ ਵਿੱਚ ਇੰਨੇ ਲੋਕ ਬੱਚੇ ਜਿਹੜੇ ਡਿਗਰੀ ਹੋਲਡਰ ਨੇ, ਇਹ ਕਿੱਥੇ ਜਾਣ, ਕੀ ਕਰਨ। ਅਸੀਂ ਫਸ ਜਾਂਦੇ ਉੱਥੇ ਹੀ, ਉਹ ਛੋਟੀਆਂ ਛੋਟੀਆਂ ਮੰਗਾਂ। ਜਿਸ ਤੁਸੀਂ ਜਿਵੇਂ ਮੈਂ ਨਹੀਂ ਕਿਹਾ ਸੀਗਾ, ਵੈਸੇ ਤੁਸੀਂ ਕਿਹਾ ਸੀਗਾ ਕਿ ਜਿਹੜੇ ਲੀਡਰ ਨਸ਼ਾ ਵਿਕਾਉਂਦੇ ਨੇ ਜਾਂ ਨਸ਼ਾ ਵਿਕਾਉਣ ਦੇ ਜ਼ਿੰਮੇਵਾਰ ਨੇ, ਤੁਸੀਂ ਉਹਨਾਂ ਦੇ ਗਲਾਂ ਦੇ ਵਿੱਚ ਸਰੋਪੇ ਪਾਉਂਦੇ ਹੋ, ਤਰ੍ਹਾਂ ਤਰ੍ਹਾਂ ਦੇ ਪਾਉਂਦੇ ਹੋ, ਮਾਣ ਸਤਿਕਾਰ ਦਿੰਦੇ ਹੋ, ਫੁੱਲਾਂ ਦੇ ਹਾਰ ਪਾਉਂਦੇ ਹੋ, ਸੋਫਿਆਂ ਤੇ ਬਣਾਉਂਦੇ ਹੋ। ਆਪ ਜਿਹੜਾ ਪਾਣੀ ਤੁਸੀਂ ਟੂਟੀ ਦਾ ਪੀਂਦੇ, ਉਹਨਾਂ ਨੂੰ ਬੰਦ ਬੋਤਲਾਂ ਲਿਆ ਕੇ ਬਣਾਉਂਦੇ ਹੋ, ਤੇ ਤਰ੍ਹਾਂ ਤਰ੍ਹਾਂ ਦੇ। ਮੇਰੇ ਹਿਸਾਬ ਦੇ ਨਾਲ ਆਪਾਂ ਕਹਿਣਾ ਨਹੀਂ ਚਾਹੀਦਾ, ਉੱਦਾਂ ਇਹਨਾਂ ਦੀ ਮਰਜ਼ੀ ਆ ਭਾਈ, ਇਹਨਾਂ ਦੇ ਲੀਡਰ ਆ, ਜਿੱਦਾਂ ਮਰਜ਼ੀ ਕਰਨ। ਆਪਾਂ ਜਿਹੜਾ ਮਰਜ਼ੀ ਪਾਣੀ ਪੀਣ, ਮੈਂ ਤਾਂ ਕਹਿੰਦਾ ਇਹਨਾਂ ਨੂੰ ਉਹੀ ਬਣਾਉਣਾ ਚਾਹੀਦਾ ਜਿਹੋ ਜਿਹਾ ਗੰਦਾ ਪਾਣੀ ਸਾਨੂੰ ਮੁਹੱਈਆ ਕਰਾਉਂਦੇ ਆ, ਕਿਉਂਕਿ ਸਾਡੇ ਮੰਤਰੀ ਆ, ਅਸੀਂ ਉਹਦੇ ਨਾਲ ਹੀ ਉਹਨਾਂ ਦੀ ਆਗ ਭਗਤ ਕਰਨੀ। ਮੈਂ ਕਹਿੰਦਾ ਪਿੰਡੋਂ ਬਾਹਰ ਨਹੀਂ ਜਾਣਾ, ਨਾਲੇ ਛਿੱਕਾਂ ਲੱਗ ਜਾਣਾ, ਨਾਲੇ ਬਿਮਾਰ ਹੋ ਜਾਣਾ। ਹਾਂਜੀ, ਹਨਾ। ਤੇ ਆਖਰ ਤੇ ਕੀ ਸੰਦੇਸ਼ ਦੇਣਾ ਚਾਹੁੰਦਾ ਆਪਾਂ ਕਿਸੇ ਨੂੰ? ਜੇ ਕਿਸੇ ਨੂੰ ਗੱਲ ਚੁੱਭੀ ਹੋਵੇ, ਵੈਸੇ ਚੁੱਭੀ ਜਾਵੇ, ਸਾਨੂੰ ਫਰਕ ਵੀ ਕੋਈ ਨਹੀਂ, ਹਨਾ। ਮਾਫੀ ਅਸੀਂ ਮੰਗਣੀ ਨਹੀਂ,
ਤੇ ਉਦਾਂ ਚਲੋ ਕੋਈ ਨਹੀਂ ਜੇ ਚੁੱਪ ਵੀ ਜਾਵੇ ਤਾਂ ਆਪਾਂ ਵੈਸੇ ਮਾੜਾ ਕਿਸੇ ਨੂੰ ਨਹੀਂ ਕਹਿਣਾ। ਇਹ ਵਿਰਕ ਸਾਹਿਬ ਆਖਰ ਤੇ ਕੀ ਕਹਿਣਾ ਚਾਹੋਗੇ ਤੁਸੀਂ? ਆਖਰ ਤੇ ਮੈਂ ਆਪਣਾ ਵਿਰਸਾ ਪ੍ਰੋਗਰਾਮ ਦੇਖ ਰਹੇ ਸਰੋਤਿਆਂ ਨੂੰ ਆਪਣੇ ਵਿਰਸੇ ਰਾਹੀਂ ਇਹੀ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਜਰਾ ਦਿਮਾਗੀ ਤੌਰ ਤੇ ਜਾਗੋ, ਤਾਂ ਕਿ ਸਾਡੇ ਦੇਸ਼ ਦਾ ਸਿਸਟਮ ਵਧੀਆ ਹੋਵੇ। ਕੁਦਰਤ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਆ। ਅੰਧ ਵਿਸ਼ਵਾਸਾਂ ਤੋਂ ਇੱਕ ਵਾਰੀ ਮੁਕਤੀ ਪਾ ਲਓ, ਇੱਕ ਵਾਰੀ ਮੁਕਤੀ ਪਾ ਕੇ ਦੇਖ ਲਓ, ਅੱਗੇ ਆਪਾਂ ਨੂੰ ਸਾਰੀ ਉਮਰ ਜਿਹੜੀ ਆ ਇਹਨਾਂ ਨੂੰ ਪਾਠ ਪੂਜਾ ਕਰਦਿਆਂ ਨੂੰ ਹੋ ਗਈ ਵਾ। ਇੱਕ ਵਾਰੀ ਬੰਦੇ ਬਣ ਜਾਓ, ਇਨਸਾਨ ਬਣੇ ਰਹਿਣਾ ਹੈ ਤਾਂ ਬੜਾ ਮੁਸ਼ਕਲ ਹੈ, ਪਰ ਇੱਕ ਵਾਰੀ ਇਨਸਾਨ ਬਣ ਕੇ ਦੇਖ ਲਓ, ਮੈਂ ਕਿਹਾ ਵਧੀਆ ਜੀਵਨ ਬਤੀਤ ਕਰੋਗੇ। ਇਹ ਸਨ ਦੇਵ ਵਿਰਕ ਸਾਹਿਬ, ਜਿਹੜੇ ਲੇਖਕ ਨੇ, ਗੀਤਕਾਰ ਨੇ, ਨਾਟਕ ਕਲਾਕਾਰ ਨੇ, ਮਮਿਕਰੀ ਕਲਾਕਾਰ ਨੇ, ਤਰ੍ਹਾਂ ਤਰ੍ਹਾਂ ਦੇ ਸਾਜ਼ ਵਜਾ ਲੈਂਦੇ ਨੇ, ਅੱਛੇ ਇਨਸਾਨ ਨੇ, ਕੁਦਰਤ ਨਾਲ ਜੁੜ ਕੇ ਰਹਿਣ ਵਾਲੇ ਔਰ ਅੰਧ ਵਿਸ਼ਵਾਸ ਤੋਂ ਪਰੇ ਰਹਿ ਕੇ ਵਿਗਿਆਨ ਨਾਲ ਜੁੜਨ ਵਾਲੇ ਇਨਸਾਨ ਨੇ। ਇਸ ਤਰ੍ਹਾਂ ਦੇ ਇਨਸਾਨ ਇਸ ਧਰਤੀ ਤੇ ਲੱਖਾਂ ਚੋਂ ਇੱਕ ਹੁੰਦਾ। ਆਓ ਸੱਚੀ ਮੁੱਚੀ ਇਹਨਾਂ ਨੂੰ ਅੱਜ ਸਟੂਡੀਓ ਦੇ ਵਿੱਚ ਬੁਲਾ ਕੇ ਆਪਣਾ ਵਿਰਸਾ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੱਕ ਲੈ ਕੇ ਜਾਣ ਦਾ ਉਪਰਾਲਾ ਇਹ ਸੀ ਕਿ ਸਾਡੇ ਬੱਚੇ, ਸਾਡੇ ਪਰਿਵਾਰ, ਸਾਨੂੰ ਪਤਾ ਲੱਗ ਸਕੇ ਕਿ ਅਸੀਂ ਕਿੱਥੇ ਖੜੇ ਆ ਤੇ ਕਿੱਥੇ ਖੜਨਾ ਚਾਹੀਦਾ। ਜਿੱਥੇ ਅਸੀਂ ਅੱਜ ਆਪਣੀ ਨੇਕ ਕਮਾਈ ਲੁਟਾ ਰਹੇ ਆ, ਉਹ ਚਾਹੇ ਲੀਡਰਾਂ ਦਾ ਫੰਡ ਹੋਵੇ ਤੇ ਚਾਹੇ ਬਾਬਿਆਂ ਦੀਆਂ ਜੇਬਾਂ ਹੋਣ, ਤੇ ਅਸੀਂ ਉਹਨਾਂ ਤੋਂ ਪਰਹੇਜ਼ ਕਰੀਏ। ਸਾਡਾ ਵੀ ਵਾਹ ਵਾਸਤਾ ਪੈਂਦਾ ਇਹਨਾਂ ਲੀਡਰਾਂ ਤੇ ਇਹਨਾਂ ਬਾਬਿਆਂ ਦੇ ਨਾਲ, ਪਰ ਅਸੀਂ ਉੱਥੋਂ ਤੁਹਾਡੇ ਜਮ੍ਹਾਂ ਕਰਾਏ ਪੈਸੇ ਕਢਾ ਕੇ ਲਿਆਈਦੇ ਆ ਵੀ ਸਾਡੇ ਲੋਕਾਂ ਦੇ ਪੈਸੇ ਨੇ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਵਿਰਕ ਸਾਹਿਬ। ਸ਼ੁਕਰੀਆ ਜੀ। ਇਨਸਾਨੀਅਤ ਜਿੰਦਾਬਾਦ। ਇਨਸਾਨੀਅਤ ਜਿੰਦਾਬਾਦ ਜੀ। ਤੇ ਇਹ ਸਨ ਵਿਰਕ ਸਾਹਿਬ। ਅਸੀਂ ਆਸ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਆਵਾਂਗੇ, ਇਸ ਤਰ੍ਹਾਂ ਦੇ ਖਾਸ ਮਹਿਮਾਨ ਨੂੰ ਤੁਹਾਡੇ ਤੱਕ ਲੈ ਕੇ ਜਾਵਾਂਗੇ, ਤਾਂ ਕਿ ਸਾਡਾ ਜਿਹੜਾ ਪੁਰਾਣਾ ਵਿਰਸਾ ਹੈ ਉਹ ਦੁਬਾਰਾ ਆ ਸਕੇ, ਲੋਕਾਂ ਦਾ ਪਿਆਰ, ਸਤਿਕਾਰ, ਮਾਣ ਦੁਬਾਰਾ ਇੱਕ ਦੂਜੇ ਪ੍ਰਤੀ ਹੋ ਸਕੇ, ਤੇ ਹੋ ਸਕੇ ਅਸੀਂ ਇੱਕ ਦੂਜੇ ਨੂੰ ਟਾਂਚ ਕੀਤੀ ਹੈ, ਸਹਾਰੀਏ, ਖਿੜਖੜਾ ਕੇ ਹੱਸੀਏ, ਤੇ ਗੁੱਸੇ ਘੱਟ ਜਾਣ, ਗੁੱਸੇ ਖਤਮ ਹੋ ਜਾਣ, ਨਿਰਾਸ਼ਾ ਖਤਮ, ਇੱਕ ਦੂਜੇ ਪ੍ਰਤੀ ਜ਼ਹਿਰ ਖਤਮ। ਅਸੀਂ ਉਪਰਾਲਾ ਕਰਦੇ ਰਹਾਂਗੇ। ਤੇ ਜੇ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ, ਕਮੈਂਟ ਜ਼ਰੂਰ ਕਰਿਓ। ਤੁਸੀਂ ਇਹ ਜਿਹੜਾ ਫੋਨ ਹੈ ਇਹਦੇ ਤੇ ਫੋਨ ਕਰਕੇ ਸਾਨੂੰ ਦੱਸਿਓ ਵੀ ਕਿਵੇਂ ਲੱਗਿਆ, ਤੇ ਇਹਨੂੰ ਤੁਸੀਂ ਆਪਣੇ ਰਿਸ਼ਤੇਦਾਰਾਂ, ਸਕੇ ਸੰਬੰਧੀਆਂ ਤੱਕ ਸ਼ੇਅਰ ਜ਼ਰੂਰ ਕਰਿਓ, ਤਾਂ ਕਿ ਪੁਰਾਣਾ ਵਿਰਸਾ ਦੁਬਾਰਾ ਆ ਸਕੇ। ਤੇ ਦੇਖਦੇ ਰਹੋ ਆਪਣਾ ਵਿਰਸਾ। ਇਨਸਾਨੀਅਤ ਜਿੰਦਾਬਾਦ।